ਮਾਨਯੋਗ ਰਾਜਵਿੰਦਰ ਜੀ, ਅੱਜ ਆਪਾਂ ਡਿਸਕਸ਼ਨ ਵਾਸਤੇ ਆਏ ਹੈਗੇ ਆ ਕਿ ਟੀਚਰ ਬਰਨਆਊਟ ਇੱਕ ਜਨਰਲ ਟੌਪਿਕ ਆਪਾਂ ਲਿਆ। ਟੀਚਰ ਟ੍ਰੇਨਿੰਗ ਚ ਅਕਸਰ ਆਪਾਂ ਇਹਦੇ ਬਾਰੇ ਡਿਸਕਸ ਕਰਦੇ ਹੁੰਦੇ ਆ ਟੀਚਰਸ ਦੇ ਨਾਲ, ਤੇ ਅਸੀਂ ਚਾਹੁੰਦੇ ਆ ਕਿ ਅੱਜ ਆਪਾਂ ਇਹਦੇ ਉੱਤੇ ਡਿਸਕਸ ਕਰੀਏ ਕਿ ਕੀ ਕਾਰਨ ਹੈਗੇ ਨੇ, ਟੀਚਰ ਬਰਨਆਊਟ ਹੁੰਦਾ ਕੀ ਆ ਤੇ ਇਹਦੇ ਕਾਰਨ ਕੀ ਹਨ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੰਮ੍ਰਿਤਪਾਲ ਜੀ, ਥੈਂਕ ਯੂ ਕਿ ਤੁਸੀਂ ਅੱਜ ਇਹ ਟੌਪਿਕ ਜਿਹੜਾ ਟੀਚਰ ਬਰਨਆਊਟ ਦਾ ਹੈ, ਬਹੁਤ ਇੰਪੋਰਟੈਂਟ ਟੌਪਿਕ ਹੈ ਜਿਹੜਾ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਮੇਰੀ ਬਹੁਤ ਸਾਰੇ ਅਧਿਆਪਕ ਸਾਥੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਔਰ ਮੈਂ ਸਰਵੇ ਕਰਦਾ ਰਹਿਣਾ ਵੀ ਕੀ ਪੋਜੀਸ਼ਨ ਹੈ ਕਿ ਸਾਈਕੋਲੋਜੀਕਲੀ ਕਿਤੇ ਬਹੁਤ ਜ਼ਿਆਦਾ ਪ੍ਰੈਸ਼ਰ ਤੇ ਨਹੀਂ ਹੈ ਸਾਡੇ ਅਧਿਆਪਕ ਸਾਥੀਆਂ ਦੇ ਉੱਤੇ, ਜਾਂ ਉਹ ਆਪਣੀ ਜੌਬ ਤੋਂ ਸੈਟਿਸਫਾਈ ਨੇ, ਕਿਸ ਤਰ੍ਹਾਂ ਦਾ ਉਹ ਮਹਿਸੂਸ ਕਰ ਰਹੇ ਨੇ ਐਜ਼ ਏ ਟੀਚਰ। ਔਰ ਉਹਦੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ, ਕਿਤੇ ਨੈਗੇਟਿਵ ਵੀ ਨੇ ਕਿਤੇ ਪੋਜ਼ਿਟਿਵ ਵੀ ਨੇ, ਔਰ ਉਹਨਾਂ ਨੂੰ ਡਿਸਕਸ ਕਰਨ ਲਈ ਤਾਂ ਹੀ ਮੈਂ ਆਪ ਜੀ ਦੇ ਨਾਲ ਗੱਲ ਕਹੀ ਸੀ ਕਿ ਅਸੀਂ ਇਹ ਟੌਪਿਕ ਨੂੰ ਲੈ ਕੇ ਆਈਏ, ਕਿਉਂਕਿ ਸਾਡਾ ਅਧਿਆਪਕ ਇਸ ਤਰ੍ਹਾਂ ਬਹੁਤ ਸਟ੍ਰੈਸ ਤੇ ਹੈ। ਕਿਸ ਤਰੀਕੇ ਨਾਲ ਆਪਣੀ ਉਸ ਸਟ੍ਰੈਸ ਨੂੰ ਖਤਮ ਕਰ ਸਕੇ, ਕਿਸ ਤਰੀਕੇ ਉਹ ਰਿਲੈਕਸ ਹੋ ਸਕੇ, ਯਾਨੀ ਹਿਊਮਨ ਸਾਈਕੋਲੋਜੀ ਨੂੰ ਡੀਲ ਕਰਦੇ ਹੋਏ ਕਿਸ ਤਰੀਕੇ ਅਸੀਂ ਉਹਨੂੰ ਰਿਲੈਕਸ ਕਰ ਸਕੀਏ, ਇਸ ਕਰਕੇ ਟੌਪਿਕ ਲਿਆਇਆ ਜੀ। ਥੈਂਕ ਯੂ ਸਰ। ਆ ਵੇਖੋ, ਅਸੀਂ ਨਾ ਜਿਹੜਾ ਪੱਤਾ ਇਸ ਤਰ੍ਹਾਂ ਦਾ ਲਿਆ ਹੋਇਆ ਹੈ ਕਿ ਟੁੱਟਾ ਹੋਇਆ ਪੱਤਾ, ਉਹਦਾ ਪ੍ਰਤੀਕਾਤਮਕ ਲੈ ਕੇ ਆਪਾਂ ਸ਼ੁਰੂ ਕੀਤਾ ਕਿ ਬਰਨਆਊਟ ਆਪਾਂ ਦੱਸੀਏ ਕਿ ਉਹ ਕੀ ਹੁੰਦਾ ਹੈਗਾ ਆ। ਤੇ ਇਹ ਬਰਨਆਊਟ ਵੇਖੋ ਕੀ ਹੈਗਾ ਆ ਕਿ ਇਹੋ ਜਿਹੀ ਇਮੋਸ਼ਨਲ ਸਟੇਟ ਹੈਗੀ ਆ ਜਿਹਦੇ ਚ ਆਪਾਂ ਫਿਜ਼ੀਕਲੀ ਨਾ ਐਗਜ਼ੌਸਟ ਫੀਲ ਕਰਦੇ ਹੈਗੇ ਆ। ਸਾਨੂੰ ਇਸ ਤਰ੍ਹਾਂ ਲੱਗਦਾ ਕਿ ਬਹੁਤ ਭਾਰ ਸਾਡੇ ਤੇ ਆ ਗਿਆ ਹੈਗਾ, ਬਹੁਤ ਸਟ੍ਰੈਸ ਹੋ ਗਈ ਆ, ਤੇ ਇਹ ਸਟੇਟ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, ਬਰਨਆਊਟ। ਬਿਲਕੁਲ ਠੀਕ ਗੱਲ ਹੈ। ਦੇਖੋ, ਕੱਲੀ ਫਿਜ਼ੀਕਲ ਦੇ ਨਾਲ ਨਾਲ ਮੈਂਟਲ ਸਟੇਟ ਆਫ ਮਾਈਂਡ ਜਿਹੜਾ ਨਾ ਬੜਾ ਇੰਪੋਰਟੈਂਟ ਹੈ ਜੀ। ਫਿਜ਼ੀਕਲੀ ਜੇ ਤੁਸੀਂ ਮੰਨ ਲਓ ਦੇਖ ਰਹੇ ਹੋ ਐਗਜ਼ੌਸਟ ਹੋ ਗਏ ਹੋ, ਲੇਕਿਨ ਮੈਂਟਲੀ ਜਿਹੜਾ ਹੈ ਉਹ ਬੜਾ ਇੰਪੋਰਟੈਂਟ ਹੈ। ਕਿਸੇ ਜਗ੍ਹਾ ਤੇ ਕਿਹਾ ਗਿਆ ਹੈ ਕਿ ਜਿਹੜਾ ਮੈਂਟਲ ਵਰਕ ਹੈ ਉਹ 8 ਟਾਈਮ ਮੋਰ ਲੇਬਰ ਮੰਗਦਾ ਹੈ ਐਜ਼ ਕੰਪੇਅਰ ਟੂ ਫਿਜ਼ੀਕਲ ਦੇ। ਜੇ ਫਿਜ਼ੀਕਲ ਤੁਸੀਂ 8 ਘੰਟੇ ਕੰਮ ਕਰਦੇ ਹੋ ਔਰ ਮੈਂਟਲੀ ਤੁਸੀਂ 1 ਘੰਟੇ ਕੰਮ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਐਗਜ਼ੌਸਟ ਹੋ ਜਾਂਦੇ ਹੋ ਜੀ। ਔਰ ਉਸ ਦੇ ਨਾਲ ਨਾਲ ਮੈਂਟਲ ਦੇ ਨਾਲ ਨਾਲ ਜੇ ਤੁਸੀਂ ਵਰਕ ਦੇ ਨਾਲ ਸਟ੍ਰੈਸ ਵਾਲੇ ਐਟਮੋਸਫੇਅਰ 'ਚ ਉਹ ਹੋਰ ਡਬਲ ਪ੍ਰੋਬਲਮ ਆ ਜਾਂਦੀ ਹੈ। ਬਹੁਤ ਵੱਡੀ ਗੱਲ ਤੁਸੀਂ ਕਹਿ ਗਏ ਜੇ। ਇਹ ਨਾ ਵੈਸੇ ਨਿਊਰੋਨ ਜਿਹੜੀ ਸਾਇੰਸ ਹੈਗੀ ਆ ਸਾਡੀ, ਜਿਹੜੇ ਲੋਕ ਨਿਊਰੋਨਸ ਨੂੰ ਸਟੱਡੀ ਕਰਦੇ ਉਹ ਸਾਫ਼ ਸ਼ਬਦਾਂ ਵਿੱਚ ਦੱਸਦੇ ਨੇ ਕਿ ਜਿਹੜਾ ਸਾਡਾ ਆਕਸੀਜਨ ਦਾ ਮੇਨ ਹਿੱਸਾ ਹੈ ਉਹ ਤੇ ਦਿਮਾਗ ਹੀ ਲੈ ਲੈਂਦਾ ਨਾ। ਬਿਲਕੁਲ, ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਜੇ ਨਾ ਉਸ ਨੂੰ ਤੁਸੀਂ ਸਾਬਿਤ ਕਰਤਾ, ਤੇ ਮੈਂ ਉਸ ਚੀਜ਼ ਲਈ ਵੀ ਇਸ਼ਾਰਾ ਦੇਵਾਂਗਾ। ਸਾਡੇ ਜਿਹੜੇ ਸਿੱਖਿਆਵਿਦ ਹੁੰਦੇ ਨੇ ਜਿਹੜੇ ਕਿ ਬਹੁਤ ਸਾਰੀਆਂ ਪਾਲਿਸੀਆਂ ਟੀਚਰਸ ਵਾਸਤੇ ਬਣਾਉਂਦੇ ਹੈਗੇ ਨੇ, ਉਸ ਚੀਜ਼ ਨੂੰ ਸਮਝਣ। ਕਈ ਵਾਰ ਨਾ ਇਹ ਸਵਾਲ ਉੱਠਦਾ ਹੈਗਾ ਕਿ ਟੀਚਰਸ ਦੇ ਵਰਕਿੰਗ ਆਵਰ ਕਿੰਨੇ ਹੈਗੇ ਨੇ ਤੇ ਬਾਕੀਆਂ ਦੇ ਕਿੰਨੇ ਹੈਗੇ ਨੇ। ਕਈ ਵਾਰ ਸਵਾਲ ਉੱਠਦਾ ਹੈਗਾ ਟੀਚਰਸ ਦੀਆਂ ਛੁੱਟੀਆਂ ਕਿੰਨੀਆਂ ਹੈਗੀਆਂ ਤੇ ਬਾਕੀਆਂ ਦੀ ਕਿੰਨੀਆਂ। ਪਹਿਲੀ ਗੱਲ ਤੇ ਚਲੋ 100% ਕਲੀਅਰ ਹੋ ਸਭ ਨੂੰ ਹੈਗਾ ਕਿ ਉਹ ਬਰਾਬਰ ਹੀ ਹੈਗੇ ਨੇ, ਪਰ ਬਰਾਬਰ ਹੋ ਨਹੀਂ ਸਕਦੇ ਜੀ। ਤੁਸੀਂ ਹੁਣੇ ਐਗਜ਼ਾਮਪਲ ਦੇ ਦਿੱਤਾ ਕਿ ਉਹ ਤੇ 6 ਗੁਣਾ ਜ਼ਿਆਦਾ ਹੈ। ਅਗਰ ਟੀਚਰ ਜਦੋਂ ਮੈਂਟਲੀ ਵਰਕ ਕਰ ਰਿਹਾ ਹੈਗਾ ਆ ਤੇ ਉਹਦਾ ਐਗਜ਼ੌਸਟ ਹੋਣਾ ਤੇ 6 ਗੁਣਾ ਜ਼ਿਆਦਾ ਹੈ। ਬਿਲਕੁਲ, ਤੁਸੀਂ ਨਿਊਰੋਨ ਵਾਲੇ ਨੂੰ ਬਿਠਾ ਲਓ, ਸਿੱਖਿਆਵਿਦ ਨੂੰ ਬਿਠਾ ਲਓ, ਤੇ ਫਿਰ ਆ ਪਾਲਿਸੀ ਬਣਾਉਣ ਲੱਗਿਆ ਜ਼ਰੂਰ ਇਹਨੂੰ ਸੋਚੋ ਕਿ ਉਹ ਜਿਹੜਾ ਫਿਜ਼ੀਕਲ ਕੰਮ ਕਰ ਰਿਹਾ ਇੱਕ ਬੰਦਾ ਤੇ ਇੱਕ ਬੰਦਾ ਜਿਹੜਾ ਸਾਈਕੋਲੋਜੀਕਲ ਕੰਮ ਕਰ ਰਿਹਾ ਹੈਗਾ ਆ, ਜਿਹਦੇ ਵਿੱਚ ਨਿਊਰੋਨਸ ਦਾ ਯੂਜ਼ ਹੋ ਰਿਹਾ ਹੈ, ਮੈਂਟਲ ਯੂਜ਼ ਹੋ ਰਿਹਾ ਹੈਗਾ, ਉਹਦਾ ਜਿਹੜਾ ਭਾਰ ਪਊਗਾ ਉਹ ਵੱਖਰਾ ਹੈ ਜੀ। ਬਿਲਕੁਲ, ਦੇਖੋ ਸੇਮ ਹੀ ਕੇਸ ਜਿਹੜਾ ਹੈ ਉਹ ਸਾਡੇ ਕੋਰਟ ਦੇ ਕੇਸ 'ਚ ਵੀ ਹੈ ਜੀ। ਅੱਜ ਦੀ ਡੇਟ 'ਚ ਕਈ ਵਾਰੀ ਇਹ ਬਹਿਸ ਹੁੰਦੀ ਹੈ ਕਿ ਜਿਹੜੀ ਕੋਰਟ ਦੇ ਵਿੱਚ ਛੁੱਟੀਆਂ ਕਿਉਂ ਹੁੰਦੀਆਂ, ਜ਼ਿਆਦਾ ਆਪਾਂ ਮੰਨ ਕੇ ਚੱਲਦੇ ਕਈ ਵਾਰ ਉਹਨਾਂ ਦੀ ਜਿਹੜੀ ਜੱਜਿਸ ਦੀ ਜੌਬ ਵੀ ਜਿਹੜੀ ਹੈ ਬਹੁਤ ਸਟ੍ਰੈਸਫੁਲ ਜੌਬ ਹੈ। ਠੀਕ ਹੈ ਜੀ। ਉਹਨਾਂ ਨੂੰ ਵੀ ਉਸੇ ਟੀਚਰਸ ਦੇ ਵਾਂਗ ਉਨੀ ਪੜ੍ਹਾਈ ਕਰਨੀ ਪੈਂਦੀ ਹੈ, ਉਹਨਾਂ ਅੱਗੇ ਆਪਣੇ ਜਿਹੜੇ ਡਿਸੀਜ਼ਨ ਲੈਣ ਲਈ ਉਹਨਾਂ ਹੀ ਲਾਅ ਨੂੰ ਪੜ੍ਹਨਾ ਪੈਂਦਾ ਹੈ, ਡਿਸਕਸ ਕਰਨਾ ਪੈਂਦਾ ਹੈ। ਇਸ ਕਰਕੇ ਇਹ ਚੀਜ਼ ਜਿਹੜੇ ਸਾਡਾ ਮੈਂਟਲ ਵਰਕ ਹੈ ਇਹ ਬਹੁਤ ਜ਼ਿਆਦਾ ਸਟ੍ਰੈਸਫੁਲ ਹੈ ਜੀ। ਇੱਕ ਗੱਲ ਆਪਾਂ ਹਰਦਮ ਡਿਸਕਸ ਕਰਦੇ ਹੁੰਦੇ ਹਾਂ ਇਨ ਸਰਵਿਸ ਵਿੱਚ ਕਿ ਜਿਹੜਾ ਟੀਚਰ ਦਾ ਰੋਲ ਹੈਗਾ ਆ ਉਹ ਸਿਰਫ ਪੜ੍ਹਾਉਣਾ ਨਹੀਂ ਹੈ। ਕਈ ਵਾਰ ਆਪਾਂ ਇੱਥੋਂ ਤੱਕ ਲਿਮਿਟ ਕਰ ਜਾਂਦੇ ਹਾਂ ਨਾ ਕਿ ਮੈਂ ਟੀਚਰ ਹਾਂ ਜੀ, ਮੈਂ ਕਲਾਸ ਜਾਵਾਂਗਾ, ਚੌਕ ਟੌਕ ਲੈ ਲਾਂਗਾ ਜਾਂ ਕੋਈ ਕੀ ਨਾ ਪ੍ਰੋਜੈਕਟਰ ਲੈ ਲਾਂਗਾ ਤੇ ਪੜ੍ਹਾ ਕੇ ਆ ਜਾਵਾਂਗਾ, ਪਰ ਉਹ ਸਿਰਫ ਉਹਦੇ ਰੋਲ ਟੀਚਿੰਗ ਤੱਕ ਨਹੀਂ ਆ। ਉਸ ਜਿਹੜਾ ਇਹਨਾਂ ਨੂੰ ਦੱਸਿਆ ਜਾਵੇ ਕਿਹੜੇ ਕਿਹੜੇ ਰੋਲ ਨੇ ਜੀ। ਬਿਲਕੁਲ ਠੀਕ ਗੱਲ ਹੈ ਜੀ। ਟੀਚਰ ਜਿਹੜਾ ਕੱਲਾ ਟੀਚ ਨਹੀਂ ਕਰਦਾ, ਅੱਛਾ, ਟੀਚਰ ਕੱਲਾ ਟੀਚ ਨਹੀਂ ਕਰਦਾ, ਉਸ ਤੋਂ ਇਲਾਵਾ ਬਹੁਤ ਸਾਰੇ ਰੋਲ ਨੇ ਜੇ ਉਹ ਅਦਾ ਕਰ ਰਿਹਾ ਹੈ ਆਪਣੀ ਡਿਊਟੀ ਦੇ ਨਾਲ ਨਾਲ। ਠੀਕ ਹੈ ਜੇ ਦੇਖੋ ਇੱਕ ਪਾਸੇ ਜੇ ਉਹ ਬੱਚੇ ਦੇ ਨਾਲ ਸੰਪਰਕ 'ਚ ਹੈ, ਫਿਰ ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਆ ਜਾਂਦੀ ਹੈ ਕਿ ਸਕੂਲ ਦੇ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ, ਉਹਦੇ ਵਿੱਚ ਵੀ ਉਹਨੂੰ ਮੈਡੀਕਲ ਐਕਸਪਰਟਾਈਜ਼ ਚਾਹੀਦੀ ਹੈ। ਟੀਚਿੰਗ ਵਾਸਤੇ ਟੀਚਿੰਗ ਐਕਸਪੀਰੀਅੰਸ ਤੇ ਲੋੜ ਹੈ ਹੀ ਹੈ। ਔਰ ਕਿਸ ਤਰੀਕੇ ਦੇ ਨਾਲ ਉਹ ਟੀਚਰ ਜਿਹੜਾ ਆਪਣੇ ਕੁਲੀਗਸ ਦੇ ਨਾਲ, ਆਪਣੇ ਡਿਪਾਰਟਮੈਂਟ ਦੇ ਨਾਲ, ਆਪਣੇ ਬੱਚੇ ਦੇ ਨਾਲ ਇਹ ਸਾਰੇ ਜਿਹੜਾ ਸਿਸਟਮ ਹੈ ਉਹਦੇ ਨਾਲ ਸਮਨਵੈ ਕਰਕੇ ਚੱਲਦਾ ਹੈ ਔਰ ਬਹੁਤ ਸਾਰੇ ਰੂਲ ਉਹਦੇ ਵੱਜ ਜਾਂਦੇ ਨੇ। ਫੋਰ ਐਗਜ਼ਾਮਪਲ ਇੱਥੇ ਅਸੀਂ ਕਈ ਚੀਜ਼ਾਂ ਨੂੰ ਜ਼ਿਕਰ ਕੀਤਾ ਹੈ ਐਜ਼ ਅ ਫੈਸਿਲੀਟੇਟਰ।
टीचर एज ए रोल मॉडल, जी ठीक है जी। एज ए इंफॉर्मेटिव प्रोवाइडर ਜਿਹੜਾ ਹੈ ਉਹ ਇਨਫੋਰਮੇਸ਼ਨ ਪ੍ਰੋਵਾइड ਕਰਦਾ ਹੈ, ਰਿਸੋਰਸ ਡਿਵੈਲਪਰ ਹੈ, ਪਲੈਨਰ ਹੈ, ਅਸੈਸਰ ਹੈ, ਔਰ ਫਿਰ ਅੱਗੇ ਅਸੀਂ ਫਰਦਰ ਡਿਵਾਈਡ ਕਰ ਦਿੱਤਾ। ਦੇਖੋ ਅੱਛਾ, ਆ ਜਿਹੜੇ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਨਾ ਜੀ, ਇਹ ਯੂਨੀਵਰਸਲ ਨੇ ਸਾਰੇ ਦੇਸ਼ਾਂ ਦੇ ਲਈ ਹੈਗੇ। ਬਿਲਕੁਲ ਬਿਲਕੁਲ। ਅਗਰ ਆਪਾਂ ਇੰਡੀਆ ਦੇ ਪਾਰਟਿਕੂਲਰ ਲੈ ਲਈਏ ਨਾ, ਫਿਰ ਤਾਂ ਮੁਸ਼ਕਲ ਹੀ ਬਹੁਤ ਗੰਭੀਰ ਹੋ ਜਾਏਗੀ ਕਿ ਉਹ ਕਿਹੜੇ ਕਿਹੜੇ ਹੈਗੇ ਨੇ, ਕਿਉਂਕਿ ਉਹ ਤੇ ਬਹੁਤ ਫਿਰ ਆਪਾਂ ਅੱਗੇ ਚਲੇ ਜਾਵਾਂਗੇ। ਜਿੰਨੀਆਂ ਨਾਨ ਟੀਚਿੰਗ ਡਿਊਟੀਆਂ ਹਜੇ ਵੀ ਚੱਲ ਰਹੀਆਂ, ਸਰਕਾਰਾਂ ਨੇ ਬੜਾ ਮੰਤਵ ਕੀਤਾ ਹੈਗਾ ਕਿ ਨਾਨ ਟੀਚਿੰਗ ਵਿੱਚ ਨਾ ਜਾਣ ਸਾਡੇ ਟੀਚਰ ਸਾਹਿਬਾਨ, ਮਗਰ ਫਿਰ ਵੀ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈਗੀਆਂ ਨੇ। ਤੇ ਆ ਜਿਹੜੇ ਅਸੀਂ ਦਿਖਾ ਰਹੇ ਹੈਗੇ ਤੇ ਯੂਨੀਵਰਸਲ ਨੇ। ਫਿਨਲੈਂਡ ਵੀ ਚਲੇ ਜਾਓਗੇ, ਉੱਥੇ ਵੀ ਆ ਟੀਚਰਸ ਨੂੰ ਕਰਨਾ ਪੈ ਰਿਹਾ ਜੇ। ਇਹ ਦੇਖੋ, ਇਹ ਟੀਚਰ ਰੋਲ ਜਿਹੜੇ ਨੇ ਇਹ ਬਿਲਕੁਲ ਹਰ ਕੰਟਰੀ ਦੇ ਵਿੱਚ ਹਰ ਟਾਈਮ ਦੇ ਉੱਤੇ ਜਾਣੇ ਅਣਜਾਣੇ ਹਰ ਟੀਚਰ ਨਿਭਾ ਰਿਹਾ। ਹੁਣ ਜਿਵੇਂ ਤੁਸੀਂ ਆਪਣੇ ਵਿਭਾਗ ਦੀ ਗੱਲ ਕੀਤੀ ਹੈ, ਸਾਡੇ ਇੰਡੀਆ ਦੀ ਗੱਲ ਨਾ ਕਰੀਏ। ਦੇਖੋ, ਇਲੈਕਸ਼ਨ ਡਿਊਟੀ ਤੋਂ ਲੈ ਕੇ, ਸੈਂਸਿਸ ਤੋਂ ਲੈ ਕੇ, ਮਿਡ ਡੇ ਮੀਲ ਤੋਂ ਲੈ ਕੇ, ਯੂਨੀਵਰਸਿਟੀ ਜਿਹੜਾ ਯੂਨੀਫਾਰਮ ਦਾ ਹਿਸਾਬ ਕਿਤਾਬ ਤੋਂ ਲੈ ਕੇ, ਬੱਚੇ ਦੀ ਸਕਾਲਰਸ਼ਿਪ ਤੋਂ ਲੈ ਕੇ, ਇਸ ਤਰ੍ਹਾਂ ਹਜ਼ਾਰਾਂ ਕੰਮ ਨੇ, ਹਜ਼ਾਰਾਂ ਜ਼ਿੰਮੇਵਾਰੀਆਂ ਨੇ ਜਿਹੜਾ ਇੱਕ ਟੀਚਰ ਜਿਹੜਾ ਆਪਣੇ ਟੀਚਿੰਗ ਜੌਬ ਦੇ ਨਾਲ ਨਾਲ ਨਿਭਾ ਰਿਹਾ ਹੈ। ਔਰ ਸਟ੍ਰੈਸ ਉਸੇ ਕਰਕੇ ਪੈਦਾ ਹੁੰਦਾ ਜੇ ਕੱਲੀ ਟੀਚਰ ਕੋ ਟੀਚਿੰਗ ਦੀ ਜੌਬ ਹੈ, ਸਿਰਫ ਪੜਾਉਣਾ ਹੀ ਹੈ, ਤੇ ਉਹ ਉਹਦੇ ਵਾਸਤੇ ਇੱਕ ਹੈ। ਲੇਕਿਨ ਜਿਵੇਂ ਅਸੀਂ ਕਹਿੰਦੇ ਨਾ ਕਿ 36 ਕੰਮ ਹੋਰ, ਤੇ ਇੱਕ ਕੰਮ ਤਾਂ ਇਹ ਹੋ ਗਿਆ, ਤੇ 35 ਜਿਹੜੇ ਉਹ ਨੇ, ਉਹ 35 ਨੂੰ ਸਟ੍ਰੈਸ ਤੇ ਲੈ ਕੇ ਜਾ ਰਹੇ ਜੀ। ਪਰ ਇਹਦਾ ਮਤਲਬ ਇਹ ਕਲੀਅਰ ਹੋਣਾ ਚਾਹੀਦਾ ਸਰਕਾਰਾਂ ਨੂੰ, ਤੇ ਜਿਹੜੇ ਵੀ ਕੀ ਨਾ ਸਾਡੀਆਂ ਪਾਲਿਸੀਆਂ ਬਣਾਉਂਦੇ ਨੇ, ਕਿ ਭਈ ਟੀਚਰ ਦਾ ਰੋਲ ਇੱਕ ਨਹੀਂ ਹੈਗਾ ਜੀ। ਟੀਚਰ ਬਹੁਤ ਸਾਰੇ ਰੋਲ ਨਿਭਾ ਰਿਹਾ ਹੈਗਾ ਆ, ਤੇ ਉਹਨੂੰ ਉਸ ਨਜ਼ਰ ਨਾਲ ਵੇਖਿਆ ਜਾਵੇ, ਫਿਰ ਹੀ ਆਪਾਂ ਉਹਦਾ ਐਵੈਲੂਏਸ਼ਨ ਕਰ ਸਕਾਂਗੇ। ਤੇ ਆਪਾਂ ਹੁਣ ਕਾਰਨ ਕਰਦੇ ਨੇ ਵੀ ਸਟ੍ਰੈਸ ਵਿੱਚ ਆ ਰਿਹਾ, ਭਾਰ ਉਹਦੇ ਚ ਪੈ ਰਿਹਾ ਹੈਗਾ ਆ, ਟੀਚਰ ਬਰਨ ਆਊਟ ਚ ਜਾ ਰਿਹਾ ਹੈਗਾ ਆ, ਤਣਾਅਗ੍ਰਸਤ ਹੋ ਰਿਹਾ ਹੈਗਾ ਆ, ਤੇ ਉਹਦੇ ਕਾਰਨ ਕੀ ਹਨ, ਕਿਉਂ ਹੋ ਰਿਹਾ ਹੈ, ਇਹਦੇ ਬਾਰੇ ਜੀ 14% ਕੀ ਕਹਿਣਾ ਚਾਹੁੰਦੇ ਨੇ? ਹਾਂਜੀ, ਇਹ ਕਹਿੰਦੇ 14% ਆਫ ਦਾ ਇੰਡੀਅਨ ਟੀਚਰ ਲੀਵ ਆਫਟਰ ਓਨਲੀ 1 ਈਅਰ। 14% ਲੋਕ ਜਿਹੜੇ ਆਪਣੀ ਜੌਬ ਤੋਂ 1 ਸਾਲ ਤੋਂ ਬਾਅਦ ਜਿਹੜੀ ਉਹ ਟੀਚਿੰਗ ਪ੍ਰੋਫੈਸ਼ਨ ਹੀ ਛੱਡ ਜਾਂਦੇ ਨੇ। ਉਹ ਇੰਨੇ ਜ਼ਿਆਦਾ ਸਟ੍ਰੈਸਡ ਹੋ ਜਾਂਦੇ ਨੇ, ਓਵਰਬਰਡਨਡ ਹੋ ਗਏ ਨੇ, ਯਾਨੀ ਉਹ ਇਸ ਨੂੰ ਚੱਲ ਨਹੀਂ ਸਕਦੇ, ਉਹ ਲੀਵ ਕਰ ਰਹੇ ਨੇ। ਔਰ ਇਸੇ ਤਰੀਕੇ ਦੇ ਨਾਲ 46% ਕੁਇਟ ਬਿਫੋਰ देयर 5th ਈਅਰ। 5 ਸਾਲਾਂ ਦੇ ਵਿੱਚ ਪੂਰਾ ਹੋਣ ਤੋਂ ਪਹਿਲੇ ਹੀ ਉਹ 44% ਜਿਹੜੇ ਇੰਡੀਆ ਦੇ ਵਿੱਚ ਜਿਹੜੇ ਟੀਚਰ ਨੇ, ਉਹ ਟੀਚਿੰਗ ਪ੍ਰੋਫੈਸ਼ਨ ਨੂੰ ਛੱਡ ਕੇ ਕੋਈ ਹੋਰ ਪ੍ਰੋਫੈਸ਼ਨ ਨੂੰ ਜਿਹੜਾ ਜੁਆਇਨ ਕਰ ਜਾਂਦੇ। ਪਰ ਇਹ ਦੇਖੋ ਕਿੰਨੀ ਮਦਭਾਗੀ ਗੱਲ ਹੈਗੀ ਆ ਕਿ ਪਹਿਲੇ ਸਾਲ ਹੀ ਅਗਰ ਇੱਕ ਵੱਡਾ ਵਰਗ ਸੋਚਦਾ ਹੈਗਾ ਕਿ ਮੈਂ ਛੱਡ ਜਾਣਾ ਆ, ਤੇ 5 ਸਾਲ ਜਦੋਂ ਤੱਕ ਉਹਨੇ ਸਹੀ ਸਿੱਖਿਆ, ਜਦੋਂ ਉਸ ਤੋਂ ਬਾਅਦ ਮੈਂ ਸੋਚਦਾ ਹੁੰਦਾ ਕਿ 4-5 ਸਾਲ ਸਿੱਖਣ ਤੋਂ ਬਾਅਦ ਹੀ ਟੀਚਰ ਬਣ ਪਾਉਂਦਾ ਹੈਗਾ ਆ। ਤੇ ਜੇ ਉਦੋਂ ਉਹ ਛੱਡ ਚੁੱਕਿਆ ਹੈਗਾ ਆ, ਦੇ ਕਰੀਬ ਉਹ ਛੱਡ ਚੁੱਕੇ ਨੇ, ਤੇ ਇਹ ਕਿੰਨਾ ਮਤਲਬ ਮਦਭਾਗਾ ਹੈ ਸਮਾਜ ਵਾਸਤੇ। ਇਹਦੇ ਬਾਰੇ ਸੋਚਣ ਦੀ ਲੋੜ ਹੈ। ਬੜਾ ਵੱਡਾ ਹਿਊਮਨ ਰਿਸੋਰਸ, ਹਿਊਮਨ ਕੈਪੀਟਲ ਦਾ ਨੁਕਸਾਨ ਹੈ ਦੇਸ਼ ਵਾਸਤੇ। ਇੱਕ ਟੀਚਰ ਨੂੰ ਪੈਦਾ ਕਰਨ ਵਾਸਤੇ ਦੇਸ਼ ਦਾ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਲੱਗਦਾ ਹੈ। ਇੰਸਟੀਟਿਊਸ਼ਨ ਜਿਹੜੇ ਖੜੇ ਕੀਤੇ ਜਾਂਦੇ, ਜਿੱਥੇ ਉਹ ਅਧਿਆਪਕ ਪੜ੍ਹਦਾ ਹੈ, ਬਣਦਾ ਹੈ, ਬੱਚੇ ਤੋਂ ਹੋ ਕੇ ਵੱਡੇ ਹੋਣ ਤੱਕ ਉਹ ਨੌਲੇਜ ਹਾਸਲ ਕਰਦਾ ਹੈ। ਜੇ ਉਹ ਨੌਲੇਜ ਨੂੰ ਆਪਣੀ ਜੋ ਉਹਨੇ ਸਿੱਖੀ ਹੈ ਉਹ ਸਹੀ ਤਰੀਕੇ ਦੇ ਨਾਲ ਲਾਗੂ ਹੀ ਨਹੀਂ ਕਰ ਪਾਉਂਦਾ, ਜਾਂ ਉਸੇ ਮਾਹੌਲ ਹੀ ਨਹੀਂ ਮਿਲ ਪਾਉਂਦਾ ਕਿ ਉਹ ਇੰਪਲੀਮੈਂਟ ਕਰ ਸਕੇ, ਤਾਂ ਫਿਰ ਤੁਸੀਂ ਸਮਝਦੇ ਦੇਖੋ ਆ ਨਵਾਂ ਡਾਟਾ ਵੇਖੋ ਕਿ ਜਿਹੜਾ ਕੀ ਨਾ, ਮੈਂ ਤਾਂ ਹੀ ਕਹਿੰਦਾ ਕਿ ਕੁਝ ਚੀਜ਼ਾਂ ਨਾ ਯੂਨੀਵਰਸਲਾਈਜ਼ ਹੈਗੀਆਂ ਨੇ। ਅਗਰ ਤੁਸੀਂ ਕੀ ਨਾ ਆਪਾਂ ਹੁਣ ਇੰਡੀਆ ਦੀ ਗੱਲ ਕੀਤੀ ਨਾ, ਅਸੀਂ ਕੀ ਨਾ 1 ਸਾਲ ਤੇ 5 ਸਾਲ ਦੀ ਗੱਲ ਕੀਤੀ, ਉਹੀ ਗੱਲ ਵੇਖੋ ਅਮਰੀਕਾ ਦੀ ਜਿਹੜੀ ਕੀ ਨਾ ਨਿਊਯਾਰਕ ਟਾਈਮਸ ਛਪ ਰਹੀ ਹੈਗੀ, ਉਹ ਕਹਿ ਰਿਹਾ ਆ ਕਿ 3 ਸਾਲਾਂ ਵਿੱਚ 1/3 ਜਿਹੜੇ ਹੈਗੇ ਨੇ ਉਹ ਚਲੇ ਜਾਂਦੇ ਨੇ। 33% ਪਹਿਲੇ 3 ਸਾਲ ਤੇ 5 ਸਾਲਾਂ ਚ ਉਹ ਵੀ ਕੀ ਕਹਿ ਰਿਹਾ, ਹਾਫ। ਵੇਖੋ ਡਾਟਾ ਹੋਈ ਆ। ਆਪਾਂ ਕਹਿ ਰਹੇ ਨਾ ਕਿ ਵੀ ਅਮਰੀਕਾ ਤੇ ਇੰਡੀਆ ਦਾ ਫਰਕ, ਬਰਨ ਆਊਟ 'ਚ ਕੋਈ ਫਰਕ ਨਹੀਂ ਹੈਗਾ ਜੀ। ਬਰਨ ਆਊਟ 'ਚ ਦੋਵੇਂ ਸਥਿਤੀਆਂ ਵਿੱਚ ਵੀ ਵੇਖ ਲਓ, ਆਪਾਂ ਵੇਖ ਰਹੇ ਹਾਂ ਕਿ 5 ਸਾਲ ਜਦੋਂ ਹੋ ਰਹੇ ਨੇ, ਕਰੀਬ ਅੱਧੇ ਟੀਚਰ ਜਿਹੜੇ ਨੇ ਉਹ ਛੱਡ ਰਹੇ ਨੇ, ਤੇ ਇਹ ਬਹੁਤ ਵੱਡੀ ਗੱਲ ਹੈਗੀ ਹੈ। ਇਹਦੇ ਉੱਤੇ ਕਿਤੇ ਨਾ ਕਿਤੇ ਸਾਨੂੰ ਸੋਚਣਾ ਚਾਹੀਦਾ ਹੈਗਾ। ਇਹ ਡੇਟੇ ਨੂੰ ਬਾਰ-ਬਾਰ ਸਾਨੂੰ ਸਮਝਣਾ ਚਾਹੀਦਾ ਜਦੋਂ ਵੀ ਆਪਾਂ ਪਾਲਿਸੀਆਂ ਬਣਾ ਰਹੇ ਹਾਂ, ਜਦੋਂ ਵੀ ਉਹਨਾਂ ਦੀ ਮੁਸ਼ਕਲਾਂ ਆ ਰਹੀਆਂ ਨੇ, ਤੇ ਉਹਦਾ ਸਾਹਮਣਾ ਉਹ ਕਿਸ ਤਰ੍ਹਾਂ ਕਰਨਗੇ। ਦੇਖੋ, ਮੈਂ ਇਹ ਪਰਸਨਲੀ ਇੱਕ ਐਗਜ਼ਾਮਪਲ ਐਡ ਕਰਨਾ, ਤੇ ਮੇਰੇ ਕੋਈ ਰਿਲੇਟਿਵ ਨੇ ਇੰਗਲੈਂਡ ਦੇ ਵਿੱਚ ਜੀ, ਉਹ ਇੱਥੇ ਟੀਚ ਕਰਦੇ ਸਨ, ਬਹੁਤ ਹਾਈਲੀ ਕੁਆਲੀਫਾਈਡ ਨੇ ਸਾਇੰਸ ਸਟਰੀਮ ਦੇ ਵਿੱਚ। ਕਾਫੀ ਦੇਰ ਬਾਅਦ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਮੌਕਾ ਮਿਲਿਆ ਟੀਚਿੰਗ ਪ੍ਰੋਫੈਸ਼ਨ 'ਚ ਜਾਣ ਦਾ, ਕਿਉਂਕਿ ਉੱਥੇ ਜਾ ਕੇ ਉੱਥੋਂ ਦੀ ਟ੍ਰੇਨਿੰਗ ਵਗੈਰਾ ਲੈਣੀਆਂ ਪੈਂਦੀਆਂ। ਲੇਕਿਨ ਉੱਥੇ ਜਾ ਕੇ ਜਦੋਂ ਉਹਨਾਂ ਨੇ ਉਹ ਜੌਬ ਜੁਆਇਨ ਕੀਤੀਆਂ ਔਰ ਵੇਖਿਆ, ਉਹ ਇੰਨਾ ਸਟ੍ਰੈਸਫੁਲ ਐਟਮੋਸਫੇਅਰ ਸੀਗਾ ਕਿ ਉਹ ਜਦੋਂ ਉਹਨਾਂ ਨੂੰ 15 ਸਾਲ ਬਾਅਦ ਆਪਣੇ ਸ਼ੌਂਕ ਦੀ ਜੌਬ ਤਾਂ ਮਿਲੀ, ਲੇਕਿਨ ਉਹ ਇੰਨੇ ਸਟ੍ਰੈਸਫੁਲ ਮਾਹੌਲ ਦੇ ਵਿੱਚ ਪੜ੍ਹਾ ਹੀ ਨਹੀਂ ਸਕੇ, ਔਰ 6 ਮਹੀਨੇ ਸਾਲ ਬਾਅਦ ਉਹਨਾਂ ਨੇ ਉਹ ਟੀਚਿੰਗ ਜੌਬ ਜਿਹੜੀ ਛੱਡ ਕੇ ਦੂਸਰੇ ਪ੍ਰੋਫੈਸ਼ਨ 'ਚ ਚਲੇ ਗਏ। ਠੀਕ ਆ।
ਪਰ ਇਹ ਕਹਿਣ ਦਾ ਮਤਲਬ ਕਿ ਬਹੁਤ ਸਾਰੇ ਚੈਲੰਜ ਜਿਹੜੇ ਹੈਗੇ ਆ ਉਹ ਟੀਚਰ ਫੇਸ ਕਰ ਰਹੇ। ਵਰਨਾ ਇਹ ਡੇਟਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ 5 ਸਾਲਾਂ ਵਿੱਚ ਅੱਧੇ ਟੀਚਰ ਛੱਡਣ ਦੀ ਸੋਚਣ ਜਾਂ ਛੱਡ ਦੇਣ, ਤੇ ਇਹ ਕਿਤੇ ਨਾ ਕਿਤੇ ਸੀਰੀਅਸ ਇਫੈਕਟ ਹੈਗਾ ਹੈ ਜੀ ਕੁਛ ਨਾ ਕੁਛ। ਬਿਲਕੁਲ। ਉਹ ਦੇਖੋ बड़ा क्लियर कर देखो लिखा है, some teachers are unable to manage their workload while others are discouraged and become bitter। ਜੀ ਉਹ ਆਪਣਾ ਇੱਕ ਤਾਂ ਵਰਕਲੋਡ ਨਹੀਂ ਮੈਨੇਜ ਕਰ Manage ਪਾ ਰਹੇ ਨਹੀਂ ਕਰ ਔਰ ਪਾ ਰਹੇ। ਦੂਸਰੇ ਤੀਜੇ ਡਿਸਕਰਜ ਕਰਦੇ ਪਏ ਨੇ ਉਹਨਾਂ ਨੂੰ, ਔਰ ਉਹਨਾਂ ਦਾ ਇੱਕ ਬੜਾ ਮਾੜਾ ਐਕਸਪੀਰੀਅੰਸ ਹੋ ਜਾਂਦਾ ਹੈ ਕਿ ਉਹ ਇੰਨਾ ਬੋਝ। ਜੇ ਅਸੀਂ ਮੇਲ ਟੀਚਰ ਦੀ ਗੱਲ ਕਰੀਏ, ਫੀਮੇਲ ਟੀਚਰ ਕਰੀਏ, ਨੋ ਡਾਊਟ ਦੋਨਾਂ ਕੋਲ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਫੈਮਿਲੀ ਲਾਈਫ ਜੀ ਹੈ, ਠੀਕ ਹੈ, ਜੀ ਜੀ ਪਰਸਨਲ ਲਾਈਫ ਵੀ ਹੈ। ਜੀ ਜੀ ਉਹ ਸਾਰੀ ਚੀਜ਼ਾਂ ਜਦੋਂ ਇੰਟਰਮਿੰਗਲ ਹੋ ਜਾਂਦੀਆਂ ਹੋਰ ਗੜਬੜ ਹੋ ਜਾਂਦੀ ਹੈ। ਜੇ ਤੁਹਾਡੇ ਕੋਲ ਪ੍ਰੋਫੈਸ਼ਨਲ 'ਚ ਬਹੁਤ ਜ਼ਿਆਦਾ ਲੋਡ ਹੈ, ਤੁਸੀਂ ਆਪਣੀ ਫੈਮਿਲੀ ਲਾਈਫ ਡਿਸਟਰਬ ਕਰ ਉਹ ਲੈਂਦੇ ਕਰ ਹੋ। ਲੋਗੇ। ਤੇ ਉਹ ਹੋ ਇਹੀ ਰਿਹਾ ਕਿ ਟੀਚਰ ਜਿਹੜੇ ਨੇ ਆਪਣੇ ਸਕੂਲ ਦਾ ਕੰਮ ਚੁੱਕ ਕੇ ਘਰ ਲੈ ਕੇ ਜਾਣਾ ਪੈਂਦਾ ਪਿਆ। प्रॉब्लम क्या आ रही हूँ रिसेंटली देखो जी, एक प्रॉब्लम आ रही है कि कोई डाटा नेट पे भरना है और इंटरनेट जेड़ा ओदी स्पीड नहीं है, साइट चल नहीं रही। स्कूल टाइमिंग चो साइट ही नहीं चलती क्योंकि सारा लोड उत्ते आ जाता, सारा लोड आया होया है। वो साइट कदों चलनी है जी? राती 8 बजे 9 बजे। ਤੇ ਨੋ ਡਾਊਟ ਜਿਹੜਾ ਉਹ ਟੀਚਰ ਉਸ ਕੰਮ ਨੂੰ ਆਪਣੇ ਘਰ ਲੈ ਕੇ ਜਾ ਕੇ ਕਰੇਗਾ ਤੇ ਨੋ ਡਾਊਟ ਉਹਦੀ ਫੈਮਿਲੀ ਲਾਈਫ ਵੀ ਡਿਸਟਰਬ ਉੱਥੇ ਹੁੰਦੀ ਹੈ। ਕਰਨਾ ਤਾਂ ਪੈਣਾ ਹੀ ਹੈ। ਵਰਕਲੋਡ ਬਾਰੇ ਨਾ ਮੈਂ ਇੱਕ ਚੀਜ਼ ਸੋਚਦਾ ਹੁੰਦਾ, ਤੁਸੀਂ ਆਪਾਂ ਤਾਂ ਹੀ ਡੇਟਾ ਸ਼ੁਰੂ ਕੀਤਾ ਸੀ ਕਿ ਪਹਿਲੇ ਸਾਲ 'ਚ ਹੀ 14% ਸੋਚਣ ਡੈ ਪੈਂਦੇ ਜਾਂ ਛੱਡਦੇ ਹੈਗੇ ਨੇ। ਉਹਦੇ ਪਿੱਛੇ ਮੈਂ ਬਾਰ-ਬਾਰ ਸਰਕਾਰ ਨੂੰ ਸੁਚੇਤ ਕਰਨਾ ਚਾਹਾਂਗਾ ਕਿ ਕਿਤੇ ਨਾ ਕਿਤੇ ਜਿਹੜੀ ਇੰਡਕਸ਼ਨ ਪ੍ਰੋਗਰਾਮ ਹੈ, ਓਰੀਐਂਟੇਸ਼ਨ ਪ੍ਰੋਗਰਾਮ ਆ, ਉਹ ਹੋ ਜਾਣੇ ਚਾਹੀਦੇ ਹੈਗੇ। ਟੀਚਰ ਨੂੰ ਕਈ ਵਾਰ ਆਪਾਂ ਗਾਈਡ ਹੀ ਨਹੀਂ ਕਰ ਪਾਉਂਦੇ ਕਿ ਸਾਡੇ ਕੀ ਕੰਮ ਨੇ ਤੇ ਵਰਕ ਨੂੰ ਮੈਨੇਜ ਕਿਸ ਤਰ੍ਹਾਂ ਕਰਨਾ। ਬਿਲਕੁਲ ਠੀਕ ਹੈ। ਕੰਪਿਊਟਰ ਵਿੱਚ ਵੀ ਲੋਡ ਬੈਲੈਂਸਿੰਗ ਹੁੰਦਾ ਹੈ ਜੀ, ਤੇ ਕਿਤੇ ਨਾ ਕਿਤੇ ਟੀਚਰ ਨੂੰ ਵੀ ਆ ਲੋਡ ਬੈਲੈਂਸਿੰਗ ਸਿਖਾਉਣ ਦੀ ਲੋੜ ਹੈ। ਉਹ ਸਿੱਖਿਆ ਸਿਖਾਇਆ ਨਹੀਂ ਆ ਸਕਦਾ ਕਿਉਂਕਿ ਹਰ ਡਿਪਾਰਟਮੈਂਟ ਦੇ, ਹਰ ਵਿਭਾਗ ਦੇ ਕੁਝ ਆਪਣੇ ਨਿਯਮ ਹੁੰਦੇ ਨੇ, ਆਪਣੇ ਤਰੀਕੇ ਹੁੰਦੇ ਕੰਮ ਕਰਨ ਦੇ, ਤੇ ਉਹਨੂੰ ਸਮਝਾਉਣ ਲਈ ਦੱਸਣ ਲਈ। ਹੁਣ ਸਾਡੇ ਕੋਲ ਵੇਖੋ ਜਿਹੜੇ ਨਵੇਂ ਬੱਚੇ ਆ ਜਾਂਦੇ ਹੈਗੇ ਨੇ ਬਤੌਰ ਟੀਚਰ, ਉਹ ਕਿਤੇ ਨਾ ਕਿਤੇ ਅਲੱਗ-ਅਲੱਗ ਸਕੂਲਾਂ ਤੋਂ ਆਏ ਹੁੰਦੇ ਨੇ, ਕਈ ਵਾਰ ਅਲੱਗ ਪ੍ਰਦੇਸ਼ਾਂ ਤੋਂ ਵੀ ਆਏ ਹੁੰਦੇ ਨੇ, ਤੇ ਉਹਨਾਂ ਵਾਸਤੇ ਉਹ ਕਈ ਵਾਰ ਨਾ ਸਕੂਲ ਨੂੰ ਵੇਖ ਕੇ ਹੈਰਾਨ ਹੋ ਰਹੇ ਹੁੰਦੇ ਕਿ ਵੀ ਸਕੂਲ ਇਸ ਤਰ੍ਹਾਂ ਦਾ ਹੁੰਦਾ। ਤੇ ਯਾਨੀ ਕਿ ਹਾਂ, ਜਿਸ ਤਰ੍ਹਾਂ ਤੁਸੀਂ ਕਿਤਾਬਾਂ 'ਚ ਪੜ੍ਹਿਆ ਉਸ ਤਰ੍ਹਾਂ ਦਾ ਨਹੀਂ ਹੁੰਦਾ ਜੀ, ਸਕੂਲ ਬੜੇ ਪ੍ਰਕਾਰ ਹੁੰਦੇ ਆ, ਤੇ ਤੁਸੀਂ ਇਸ ਚੀਜ਼ ਨੂੰ ਸਿੱਖੋ ਤੇ ਆਹ ਬੱਚਿਆਂ ਦੇ ਨਾਲ ਡੀਲ ਕਰਨਾ ਸਿੱਖੋ। ਕਈਆਂ ਨੂੰ ਬੱਚਿਆਂ ਦੇ ਨਾਲ ਪ੍ਰੋਬਲਮ ਆਉਂਦੀ ਆ ਕਿ ਇਹਨਾਂ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ, ਕਈਆਂ ਦੀ ਭਾਸ਼ਾ ਵਿੱਚ ਸਮੱਸਿਆ, ਉਹ ਆਉਂਦੇ ਨੇ ਕਿ ਆਹ ਬੱਚੇ ਜੋ ਬੋਲਦੇ ਮੈਨੂੰ ਸਮਝ ਨਹੀਂ ਆਉਂਦਾ ਹੈ। ਬਿਲਕੁਲ ਜੀ, ਤੇ ਇਹ ਕਿਤੇ ਨਾ ਕਿਤੇ ਓਰੀਐਂਟੇਸ਼ਨ ਪ੍ਰੋਗਰਾਮ ਜਿਹੜੇ ਨੇ ਇਹ ਸਰਕਾਰ ਨੂੰ ਜ਼ਰੂਰ ਇੱਥੇ ਕਰਕੇ। ਅਸੀਂ ਪਿੱਛੇ ਵੀ ਆਪਣੇ ਵਿਭਾਗ ਨੂੰ ਸੁਜੈਸ਼ਨ ਦਿੱਤੀ ਸੀ ਔਰ ਉੱਤੇ ਅਮਲ ਕਰਦੇ ਵਿਭਾਗ ਨੇ ਸ਼ੁਰੂ ਵੀ ਕੀਤਾ ਸੀਗਾ ਇਨ ਸਰਵਿਸ ਟੀਚਰ ਟ੍ਰੇਨਿੰਗ ਜਿਹੜੇ ਇਕੱਠੇ। ਬਹੁਤ ਵਧੀਆ ਹੋ ਰਿਹਾ। ਹਿਊਮਨ ਸਾਈਕੋਲੋਜੀ ਤੇ ਚਾਈਲਡ ਸਾਈਕੋਲੋਜੀ ਨੂੰ ਸਮਝਣਾ, ਉਤੋਂ ਹੀ ਐਜੂਕੇਸ਼ਨ ਸਾਈਕੋਲੋਜੀ ਦੀ ਗੱਲ ਨਿਕਲਦੀ ਹੈ। ਆਦਮੀ ਨੂੰ ਸਭ ਤੋਂ ਪਹਿਲੇ ਹਿਊਮਨ ਸਾਈਕੋਲੋਜੀ ਨੂੰ ਸਮਝਣ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਹੈ। ਦੂਸਰੇ ਨੰਬਰ ਤੇ ਆਏ ਨੇ ਜੀ ਬੱਚੇ ਨੂੰ ਪੜ੍ਹਾ ਰਹੇ ਤੇ ਚਾਈਲਡ ਸਾਈਕੋਲੋਜੀ ਨੂੰ ਸਮਝਣ ਵਾਸਤੇ, ਜੋ ਜੇ ਐਜੂਕੇਸ਼ਨ ਦਾ ਰਿਲੇਟਡ ਹੈ ਤਾਂ ਐਜੂਕੇਸ਼ਨ ਸਾਈਕੋਲੋਜੀ ਨੂੰ। ਜਦ ਤੱਕ ਬੰਦਾ ਹਿਊਮਨ ਸਾਈਕੋਲੋਜੀ ਦੇ ਨਾਲ ਆਪਣੇ ਅੰਡਰਸਟੈਂਡ ਕਰਕੇ ਆਪਣੀ ਪ੍ਰੋਬਲਮ ਨੂੰ, ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਨਹੀਂ ਸਮਝ ਪਾਏਗਾ, ਉਹ ਰਿਜ਼ਲਟ ਜਿਹੜੇ ਨੇ ਉਹ ਦੇ ਹੀ ਨਹੀਂ ਪਾਉਂਦਾ ਜੀ। ਇੱਕ ਚੀਜ਼ ਮੈਂ ਆਪਾਂ ਵੇਖੀ ਆ, ਅਗਰ ਮੈਂ ਨਾ ਕਹਿਣਾ ਹੁੰਦਾ ਆ ਕਿ ਸਰਕਾਰ ਭਾਵੇਂ ਦਾ ਡੇਟਾ ਲੈ ਲਵੇ, ਭਾਵੇਂ ਸਾਡੇ ਜਿਹੜੇ ਵਿਦਵਾਨ ਹੈਗੇ ਨੇ, ਸਾਡਾ ਐਡਮਿਨਿਸਟ੍ਰੇਸ਼ਨ ਲੈਵਲ ਹੈ ਉਹ ਵੇਖ ਲਵੇ, ਸਕੂਲਾਂ ਵਿੱਚ ਜਿਹੜੀਆਂ ਇਨਕੁਆਇਰੀਜ਼ ਚੱਲ ਰਹੀਆਂ ਹੈਗੀਆਂ ਨੇ ਉਹ ਕਿੱਥੋਂ ਰਿਲੇਟਡ ਹੈਗੀ? ਟੀਚਰਸ ਆਪਸ ਵਿੱਚ ਲੜ ਰਹੇ ਨੇ, ਸਟੂਡੈਂਟਸ ਦੇ ਨਾਲ ਉਹਨਾਂ ਦੇ ਮਤਭੇਦ ਹੋ ਰਹੇ ਹੈਗੇ ਨੇ, ਤੇ ਆਹ ਕਿਹੋ ਜਿਹੀਆਂ ਮਤਲਬ ਚੀਜ਼ਾਂ ਹੈਗੀਆਂ? ਜਿਹੜਾ ਸਮਾਜ ਨੂੰ ਸੇਧ ਦੇਣ ਵਾਲਾ ਵਰਗ ਹੈਗਾ ਸੀ, ਉਹਦੀਆਂ ਆਪਣੀਆਂ ਇਨਕੁਆਇਰੀਆਂ ਕਿਸ ਤਰ੍ਹਾਂ ਦੀਆਂ? ਕੋਈ ਅਕੈਡਮਿਕ ਇਨਕੁਆਇਰੀ ਕਿਉਂ ਨਹੀਂ ਹੈਗੀ? ਕੋਈ ਕਰਪਸ਼ਨ ਵੀ ਕਰਨੀ ਹੈਗੀ ਜੀ। ਸਭ ਤੋਂ ਜ਼ਿਆਦਾ ਜਿਹੜੀਆਂ ਇਨਕੁਆਇਰੀਜ਼ ਆ ਰਹੀਆਂ ਹੈਗੀਆਂ ਨੇ ਉਹ ਬਿਲਕੁਲ ਸਮਾਂ ਵੇਸਟ ਕਰਨ ਵਾਲੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਆ, ਪਰ ਉਹ ਕਾਰਨ ਕੀ ਆ? ਟੀਚਰ ਬਰਨਆਊਟ, ਤਣਾਅ। ਕਿਤੇ ਨਾ ਕਿਤੇ ਦੇਖੋ ਤਾਂ ਇਹ ਸਭ ਸਾਈਕੋਲੋਜੀਕਲ ਪ੍ਰੋਬਲਮ। ਟੀਚਰ ਬਰਨਆਊਟ ਵੀ ਆਪਣੇ ਆਪ 'ਚ ਇੱਕ ਸਾਈਕੋਲੋਜੀਕਲ ਪ੍ਰੋਬਲਮ ਹੈ। ਜੇ ਕਿਤੇ ਨਾ ਕਿਤੇ ਅਸੀਂ ਟੀਚਰ ਨੂੰ ਸਾਈਕੋਲੋਜੀਕਲ ਗਾਈਡੈਂਸ ਦੇਣ 'ਚ ਕਾਮਯਾਬ ਹੋ ਜਾਵਾਂਗੇ ਨਾ ਤੇ ਉਹ ਜਿਹੜਾ ਬੱਚਿਆਂ ਨੂੰ ਸਹੀ ਤਰੀਕੇ ਗਾਈਡੈਂਸ ਦੇ ਪਾਏਗਾ, ਆਪਣੀ ਪ੍ਰੋਬਲਮ ਤੋਂ ਸੋਲਵ ਕਰੇਗਾ ਹੀ ਕਰੇਗਾ, ਆਪਣੀ ਫੈਮਿਲੀ ਦੀ ਵੀ ਕਰੇਗਾ, ਔਰ ਸਮਾਜ ਦਾ ਇੱਕ ਬਹੁਤ ਅੱਛਾ ਅੰਗ ਜਿਹੜਾ ਉਹ ਬਣ ਜਾਏ। ਠੀਕ ਹੈ। ਹੁਣ ਵੇਖੋ 1974 ਤੋਂ ਇਹ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ ਕਿ ਕੋਸ਼ਿਸ਼ ਕੀਤੀ ਗਈ ਹੈਗੀ, ਡੈਫੀਨੇਸ਼ਨਸ ਵਗੈਰਾ ਦਿੱਤੀਆਂ ਗਈਆਂ ਹੈਗੀਆਂ। ਬੀਐਡ 'ਚ ਅਸੀਂ ਆਹ ਡੈਫੀਨੇਸ਼ਨ ਪੜ੍ਹ ਵੀ ਲੈਂਦੇ ਹੈਗੇ ਆ, ਮਗਰ ਮੈਂ ਉਸ ਕਾਰਨਾਂ ਤੇ ਆਉਣਾ ਚਾਹੁੰਦਾ ਆ ਕਿ ਆਪਾਂ ਇਹਦਾ ਹੱਲ ਕੀ ਕਰਨਾ ਹੈਗਾ ਆ। ਕਿਤੇ ਨਾ ਕਿਤੇ ਆਪਾਂ ਪਹਿਲਾਂ ਉਹ ਸਮਝੀਏ ਕਿ ਕਾਰਨ ਕੀ ਹੈਗੇ ਨੇ, ਤੇ ਬਾਅਦ 'ਚ ਆਪਾਂ ਤੁਹਾਡੇ ਤੋਂ ਡਿਸਕਸ ਕਰਨਾ ਚਾਹਾਂਗੇ ਕਿ ਉਹਦੇ ਹੱਲ
ਕੀ ਹਨ। ਤੇ ਕਿਉਂਕਿ ਟੀਚਰ ਡੈਫੀਨੇਸ਼ਨ ਤੇ ਮੈਂ ਬਾਰ-ਬਾਰ ਦੱਸ ਰਿਹਾ ਕਿ ਉਹ ਜਦੋਂ ਸਟਰਗਲ ਕਰ ਰਿਹਾ ਹੈਗਾ ਤੇ ਉਹ ਨਹੀਂ ਪਹੁੰਚ ਪਾ ਰਿਹਾ, ਉਸ ਕੰਮ ਨੂੰ ਪੂਰਾ ਨਹੀਂ ਨਿਪਟਾ ਪਾ ਰਿਹਾ, ਉਹਨੂੰ ਲੱਗ ਰਿਹਾ ਕਿ ਮੇਰਾ ਵਰਕਲੋਡ ਮੈਨੇਜ ਨਹੀਂ ਹੋ ਰਿਹਾ, ਮੈਂ ਜੋ ਕੰਮ ਦਿੱਤਾ ਗਿਆ ਹੈਗਾ ਉਹ ਨਹੀਂ ਕਰ ਪਾ ਰਿਹਾ, ਮੇਰੇ ਜਿਹੜਾ ਹੈਡ ਨੇ ਕੰਮ ਦਿੱਤਾ ਸੀ ਜਾਂ ਜੋ ਬੱਚਿਆਂ ਦੇ ਪ੍ਰਤੀ ਮੇਰੀ ਜ਼ਿੰਮੇਵਾਰੀ ਸੀ ਉਹ ਮੈਂ ਪੂਰੀ ਨਹੀਂ ਕਰ ਪਾ ਰਿਹਾ, ਤੇ ਉਹਦਾ ਨਤੀਜਾ ਕੀ ਨਿਕਲ ਰਿਹਾ ਹੈਗਾ? ਬਰਨਆਊਟ। ਹੁਣ ਦੇਖੋ, ਜਦੋਂ ਇੱਕ ਨਵਾਂ ਟੀਚਰ ਸਾਡੇ ਕੋਲ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਹੈ ਉਹਦੇ ਵਿੱਚ ਵਿਭਾਗ 'ਚ ਆਉਂਦਾ ਹੈ, ਤੇ ਉਹਦੇ ਕੋਲ ਉਹ ਆਫਟਰ ਕੁਛ ਨਾ ਕੁਛ ਕਈ ਵਾਰ ਐਕਸਪੀਰੀਅੰਸ ਕਰਕੇ ਆਇਆ ਹੁੰਦਾ ਹੈ, ਪ੍ਰਾਈਵੇਟ ਸਕੂਲ 'ਚ ਪੜਾਇਆ ਹੁੰਦਾ ਹੈ, ਜਾਂ ਉਹਦੇ ਕੋਲ ਨਵਾਂ ਵੀ ਆਏ ਤੇ ਉਹ ਬੀਐਡ ਕਰਕੇ, ਜਿਵੇਂ ਤੁਸੀਂ ਕਹਿੰਦੇ ਹੋ, ਉਹ ਡੈਫੀਨੇਸ਼ਨ ਪੜ੍ਹ ਕੇ ਆਇਆ ਡੈਫੀਨੇਸ਼ਨ ਪੜ੍ਹ ਕੇ ਆਇਆ ਕੁਛ। ਜੀ। ਲੇਕਿਨ ਜਦੋਂ ਆ ਕੇ ਉਹ ਇੱਥੇ ਮਾਹੌਲ ਦੇਖਦਾ ਹੈ, ਪੂਰੀ ਮਿਹਨਤ ਲਗਾਉਂਦਾ ਹੈ, ਐਸੀ ਗੱਲ ਨਹੀਂ, ਔਰ ਬੜੇ ਹੀ ਇੰਟੈਲੀਜੈਂਟ ਟੀਚਰ, ਮੈਂ ਕਹਿੰਦਾ ਸਭ ਤੋਂ ਇੰਟੈਲੀਜੈਂਟ ਟੀਚਰ ਜੇ ਹੈਗੇ ਨੇ ਤੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ 'ਚ ਨੇ, ਪ੍ਰਾਈਵੇਟ ਸਕੂਲਾਂ 'ਚ ਨਹੀਂ ਹੋਣਗੇ, ਸਾਡੇ ਸਰਕਾਰੀ ਸਕੂਲਾਂ 'ਚ ਹੋਣਗੇ। ਆਫਟਰ ਉਹ ਟੈਟ ਕਲੀਅਰ ਕਰਕੇ ਆਏ ਨੇ, ਉਸ ਤੋਂ ਬਾਅਦ ਡਿਪਾਰਟਮੈਂਟਲ ਐਗਜ਼ਾਮਸ ਕਲੀਅਰ ਕਰਕੇ ਆਏ ਨੇ, ਲੇਕਿਨ ਜਦੋਂ ਉਹ ਕੰਮ ਕਰਾਉਂਦਾ, ਬੱਚਿਆਂ ਨੂੰ ਮਿਹਨਤ ਕਰਾਉਂਦਾ, ਔਰ ਅੱਗੋਂ ਉਹਨੂੰ ਉਹ ਰਿਸਪੌਂਸ ਨਹੀਂ ਮਿਲਦਾ, ਕਿਉਂਕਿ ਸਾਡੇ ਕੋਲ ਬੱਚਿਆਂ ਦਾ ਸਟੱਫ ਜਿਹੜਾ ਹੈ ਉਹ ਟੋਟਲੀ ਡਿਫਰੈਂਟ ਹੈ ਪ੍ਰਾਈਵੇਟ ਤੋਂ ਤੇ ਸਰਕਾਰੀ ਦੇ ਵਿੱਚ। ਇਹ ਤੁਸੀਂ ਸਮਝਦੇ ਹੋ ਕਿ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਨੇ ਲੋ ਇਨਕਮ ਜਿਹੜਾ ਸਟਾਟਾ ਹੈ ਉਹ ਤੋਂ ਗਰੁੱਪ ਚੋਂ ਆਉਂਦੇ ਨੇ, ਉਹਨਾਂ ਦੀ ਆਪਣੀ ਪ੍ਰੋਬਲਮਸ ਨੇ। ਅਸੀਂ ਸੋਚਦੇ ਹਾਂ ਕਿ ਕੱਲੀ ਪੜ੍ਹਾਈ ਸਭ ਕੁਝ ਹੈ, ਲੇਕਿਨ ਬੱਚਿਆਂ ਵਾਸਤੇ ਕੱਲੀ ਪੜ੍ਹਾਈ ਨਹੀਂ, ਉਹਨਾਂ ਵਾਸਤੇ ਰੋਟੀ ਤੇ ਭੁੱਖ ਵੀ ਉਨੀ ਜ਼ਰੂਰੀ ਹੈ। ਰੋਟੀ ਕੱਪੜਾ ਮਕਾਨ ਦੀ ਉਹਨਾਂ ਵਾਸਤੇ ਭੁੱਖ ਹੈ। ਦੇਖੋ, ਅੱਜ ਤੋਂ ਬੜੀ ਦੇਰ ਪਹਿਲੇ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਭੁੱਖੇ ਭਜਨ ਨਾ ਹੋਏ ਗੋਪਾਲਾ, ਲੈ ਪਕੜ ਆਪਣੀ ਕੰਠੀ ਮਾਲਾ। ਉਹ ਰੱਬ ਨਾਲ ਲੜ ਪਏ ਕਬੀਰ ਜੀ, ਕਹਿੰਦੇ ਭੁੱਖੇ ਰੋਟੀ ਨਹੀਂ ਭਜਨ ਨਹੀਂ ਹੁੰਦਾ ਮੇਰੇ ਕੋਲ ਵੀ ਤੇਰਾ ਜੀ, ਆਪਣੀ ਕੰਠੀ ਮਾਲਾ ਲੈ ਲੈ। ਇਟ ਮੀਨਸ ਕਿ ਪੇਟ ਜ਼ਰੂਰੀ। ਹੁਣ ਟੀਚਰ ਜਿਹੜਾ ਹੈ ਉਹ ਉਹਨਾਂ ਨੂੰ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਬੱਚੇ ਉਹ ਕੰਮ ਕਰਾਉਂਦਾ ਹੈ, ਬੱਚੇ ਨੂੰ ਉਹ ਕਰਕੇ ਨਹੀਂ ਲਿਆਉਂਦੇ, ਹੋਮਵਰਕ ਨਹੀਂ ਕਰਨਗੇ, ਜਾਂ ਉਹਦੇ ਉੱਤੇ ਦੂਸਰਾ ਸਟ੍ਰੈਸ ਪ੍ਰਿੰਸੀਪਲ ਦਾ, ਡਿਪਾਰਟਮੈਂਟ ਦਾ, ਰਿਜ਼ਲਟ ਦਾ, ਇਹ ਚੀਜ਼ਾਂ ਆ ਜਾਂਦੀਆਂ। ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ, ਸਟੂਡੈਂਟ ਲੈਕ ਇੰਟਰਸਟ ਇਨ ਸਕੂਲ, ਇਹ ਵੀ ਕਿਤੇ ਨਾ ਕਿਤੇ ਆ ਰਿਹਾ। ਟੀਚਰ ਸੋਚ ਰਿਹਾ ਕਿ ਮੈਂ ਤਾਂ ਸਭ ਕੁਝ ਦੇ ਰਿਹਾ ਹੈਗਾ, ਇਹ ਫਿਰ ਵੀ ਇਹਦਾ ਇੰਟਰਸਟ ਨਹੀਂ ਬਣ ਰਿਹਾ ਪੜ੍ਹਾਈ ਵਿੱਚ, ਇਸ ਤਰ੍ਹਾਂ ਦੇ ਕਾਰਨ ਆ ਰਹੇ ਹੈਗੇ ਨੇ। ਦੈਟ ਇਜ਼ ਵਨ ਆਫ ਦਾ ਕਾਜ਼ ਆਫ ਦਾ ਟੀਚਰ ਬਰਨਆਊਟ ਜੀ। ਬਿਲਕੁਲ, ਦੇਖੋ ਤੁਸੀਂ ਇਹ ਜਿਹੜਾ ਸਾਹਮਣੇ ਡਾਇਗਰਾਮ ਬਣਾਈ ਹੈ, ਇਹਦੇ ਵਿੱਚ ਬੜਾ ਕਲੀਅਰ ਕਰਕੇ ਹੈ ਕਿ ਸਟੂਡੈਂਟ ਜਿਹੜਾ ਲੈਕ ਇੰਟਰਸਟ ਇਨ ਸਕੂਲ ਹੈ, ਜਾਂ ਪੂਅਰ ਰਿਲੇਸ਼ਨਸ਼ਿਪ ਅਮੰਗ ਦਾ ਕੋਲੀਗਸ, ਦੈਟ ਇਜ਼ ਆਲਸੋ ਵਨ ਆਫ ਦਾ ਸੈਕੰਡ ਕਾਜ਼। ਇਹਦੇ ਆ ਜਿਹੜਾ ਪੁਆਇੰਟ ਹੈਗਾ ਨਾ, ਪੂਅਰ ਰਿਲੇਸ਼ਨਸ਼ਿਪ ਅਮੰਗ ਕਲੀਗ, ਇਹ ਮੈਂ ਵੇਖਿਆ ਹੈਗਾ ਕਿ ਜਿਹੜੇ ਅਧਿਆਪਕ ਸਾਡੇ ਕੋਲ ਨਵੇਂ ਆਉਂਦੇ ਆ ਨਾ, ਉਹ ਕਿਤੇ ਨਾ ਕਿਤੇ ਉਹਨਾਂ ਦਾ ਰਲਵਾ ਨਹੀਂ ਹੋ ਪਾਉਂਦਾ ਪੁਰਾਣਿਆਂ ਦੇ ਨਾਲ। ਉਹ ਕਿਤੇ ਨਾ ਕਿਤੇ ਬਹੁਤ ਵੱਡਾ ਇੱਕ ਕਾਰਨ ਬਣਦਾ ਹੈਗਾ ਆ, ਪਤਾ ਨਹੀਂ ਜਨਰੇਸ਼ਨ ਗੈਪ ਆਉਣ ਕਰਕੇ ਜਾਂ ਓਰੀਐਂਟੇਸ਼ਨ ਦੀ ਕਮੀ ਕਾਰਨ ਕਰਕੇ, ਪਰ ਇਹ ਕਾਰਨ ਬਣਦਾ ਹੈਗਾ ਜੇ। ਤੇ ਉਸ ਕਰਕੇ ਕਿਤੇ ਨਾ ਕਿਤੇ ਟੀਚਰ ਕਈ ਵਾਰ ਆਪਣੇ ਵਰਗਾਂ 'ਚ ਵੰਡੇ ਰਹਿੰਦੇ ਹੈਗੇ ਨੇ। ਅਸੀਂ ਸਟਾਫ ਰੂਮ ਮੇਲ ਫੀਮੇਲ ਦੇ ਬਣਾਏ ਨੇ, ਜਾਂ ਲੈਕਚਰਰ ਤੇ ਮਾਸਟਰਾਂ ਦੇ ਬਣਾਏ ਨੇ, ਮਤਲਬ ਬੜੇ ਵੰਡਣ ਲਈ ਸਾਡੇ ਕੋਲ ਬੜੇ ਸਾਰੇ ਤਰੀਕੇ ਹੈਗੇ ਆ। ਕੈਟਾਗਰੀ ਬੜੀਆਂ ਹੋ ਗਈਆਂ ਨਾ, ਅਲੱਗ-ਅਲੱਗ ਕੈਟਾਗਰੀ ਦੀ ਇਹ ਭਰਤੀਆਂ ਵੀ ਸਰਕਾਰ ਦੁਆਰਾ ਕੀਤੀਆਂ ਗਈਆਂ ਜੀ। ਉਹ ਕਈ ਵਾਰ ਕਹਿੰਦੇ ਨਾ 10 ਟੀਚਰ ਅਗਰ ਬੈਠੇ ਹੋਏ ਨਾ, ਉਹ 10 ਪ੍ਰਕਾਰ ਦੇ ਹੈਗੇ। ਉਹ ਕਹਿੰਦੇ ਹੁੰਦੇ ਜੀ ਅਸੀਂ ਦੋਵੇਂ ਪੱਕੇ ਆ, ਫਿਰ ਜੀ ਤੁਹਾਡੇ 'ਚ ਕੀ ਫਰਕ ਆ? ਉਹ ਆਂਦਾ ਜੀ ਮੇਰੀ ਪੈਨਸ਼ਨ ਨਹੀਂ ਹੈਗੀ। ਅੱਛਾ ਜੀ, ਹੁਣ ਸਰਕਾਰ ਵੈਸੇ ਆ ਗਈ। ਅੱਛੇ, ਉਹਨਾਂ ਦੇ ਵਿੱਚ ਕਈ ਵਾਰੀ ਕੀ ਹੋ ਜਾਂਦਾ, ਜਿਹੜੇ ਇੱਕ ਪੈਨਸ਼ਨ ਵਾਲੇ ਨੇ ਉਹ ਉਹਨਾਂ ਨੂੰ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ, ਉਹਨਾਂ ਨੂੰ ਕਾਨੂੰਨ ਬਣਾ ਦਿਆ, ਉਹਨਾਂ ਦਾ ਕੋਆਰਡੀਨੇਟ ਰਿਲੇਸ਼ਨਸ਼ਿਪ ਜਿਹੜੀ ਉਹ ਕਈ ਵਾਰੀ ਡਿਵੈਲਪ ਨਹੀਂ ਹੋ ਪਾਉਂਦੀ। ਜਾਂ ਕਈ ਜਨਰੇਸ਼ਨ ਗੈਪ ਜਿਹੜਾ ਉਹ ਵੀ ਇੱਕ ਇੰਪੋਰਟੈਂਟ ਹੈ। ਕੋਈ 50 ਸਾਲ ਦਾ ਟੀਚਰ ਹੈ, ਦੂਜਾ 22 ਸਾਲ ਦੇ, 25 ਸਾਲ ਦੇ, 30 ਸਾਲ ਦਾ ਟੀਚਰ ਹੈ, ਉਹ 20 22 25 ਸਾਲ ਦਾ ਜਿਹੜਾ ਡਿਫਰੈਂਸ ਆ ਉਹਦੇ ਵਿੱਚ, ਉਹ ਵੀ ਉਹਨਾਂ ਦੀ ਜਿਹੜਾ ਰਿਲੇਸ਼ਨਸ਼ਿਪ ਮੇਨਟੇਨ। ਬੱਚਿਆਂ ਦੇ ਤੁਸੀਂ ਬਿਹੇਵੀਅਰ ਦੀ ਗੱਲ ਕਰ ਰਹੇ ਜੀ, ਉਹ ਕਿਤੇ ਨਾ ਕਿਤੇ ਜਿਸ ਤਰ੍ਹਾਂ ਆਪਾਂ ਪੜ੍ਹ ਕੇ ਆਉਂਦੇ ਆ ਤੇ ਜਦੋਂ ਆਪਾਂ ਸਾਹਮਣੇ ਫੇਸ ਕਰਦੇ ਆ, ਉਹ ਕਈ ਵਾਰ ਹੱਲ ਨਹੀਂ ਹੁੰਦਾ। ਬਿਲਕੁਲ ਲੱਗਦਾ ਕਿ ਬੱਚੇ ਇਸ ਤਰ੍ਹਾਂ ਬਿਹੇਵ ਕਿਉਂ ਕਰ ਰਹੇ ਨੇ। ਬਿਲਕੁਲ, ਅਸੀਂ ਕਿ ਜੇ ਵੀ ਮੰਨ ਲਓ ਸ਼ਹਿਰ 'ਚ ਜੇ ਅਸੀਂ ਪੜ੍ਹਾ ਰਹੇ ਹਾਂ, ਸਾਨੂੰ ਇੰਝ ਲੱਗਦਾ ਕਿ ਬੱਚੇ ਬਹੁਤ ਸੈਂਸਿਟਿਵਲੀ ਕਰਦੇ ਹਨ, ਜਿਵੇਂ ਸਾਡੇ ਘਰ ਦੇ ਬੱਚੇ, ਜਦ ਕਿ ਪੇਂਡੂ ਬੱਚਿਆਂ ਦੀ ਬੋਲੀ ਉਸ ਤਰੀਕੇ ਦੀ ਹੈ, ਉਹ ਬੋਲਦੇ ਕਈ ਵਾਰੀ ਉਸ ਤਰੀਕੇ, ਦਿਲ 'ਚ ਕੁਝ ਨਹੀਂ ਹੁੰਦਾ ਉਹਨਾਂ ਦੇ, ਉਹ ਬੜੇ ਸਾਫ਼ ਦਿਲ ਵਾਲੇ ਨੇ, ਲੇਕਿਨ ਕਿਉਂਕਿ ਟੀਚਰ ਦੀ ਐਕਸਪੈਕਟੇਸ਼ਨ ਔਰ ਰਿਜ਼ਲਟ ਜਿਹੜੇ ਨੇ ਉਹ ਡਿਫਰ ਕਰ ਜਾਂਦੇ ਨੇ, ਉਹ ਬਰਨਆਊਟ ਜਿਹੜੀ ਸਾਡੇ ਸਾਹਮਣੇ ਅੱਜ। ਹੁਣ ਪਰ ਆਪਾਂ ਇਹੋ ਚਾਹੁੰਦੇ ਆ ਤੁਹਾਡਾ ਡਿਸਕਸ ਵਿੱਚ ਕਿ ਡਿਸਕਸ਼ਨ 'ਚ ਨਿਕਲ ਕੇ ਆਵੇ ਕਿ ਕਿਸ ਤਰ੍ਹਾਂ ਆਪਾਂ ਉਸ ਚੀਜ਼ ਨੂੰ ਘਟਾਉਣਾ ਹੈਗਾ, ਕਿਉਂਕਿ ਅਗਰ ਉਹ ਕਿਤੇ ਨਾ ਕਿਤੇ ਸਾਡਾ ਹੁੰਦਾ ਗਿਆ ਤੇ ਫਿਰ ਇੰਟਰਸਟ ਤੇ ਮੋਟੀਵੇਸ਼ਨ ਨਹੀਂ ਰਹਿਣਾ। ਬਿਲਕੁਲ, ਦੇਖੋ ਸਟ੍ਰੈਸ ਨੂੰ ਘਟਾਉਣਾ ਪਏਗਾ। ਜਿੰਨੀ ਦੇਰ ਤੱਕ ਆਪਣੇ ਦਿਮਾਗ 'ਚ ਅਸੀਂ ਸਟ੍ਰੈਸ ਰੱਖਾਂਗੇ ਨਾ, ਦੇਖੋ ਤੁਸੀਂ ਇੱਕ ਹੱਥ ਨਾਲ ਭਾਰ ਚੁੱਕਿਆ ਹੋਇਆ, ਨੈਚੁਰਲੀ ਗੱਲ ਹੈ, ਦੂਜਾ ਹੱਥ ਤੁਹਾਡਾ ਆਟੋਮੈਟਿਕਲੀ ਸਟ੍ਰੈਸ ਮਹਿਸੂਸ ਕਰ ਰਿਹਾ, ਤੁਸੀਂ ਦੂਸਰੇ ਹੱਥ ਨਾਲ ਦੂਜਾ ਕੰਮ ਨਹੀਂ ਕਰ ਸਕਦੇ। ਉਹ ਲੈਕ ਆਫ ਮੋਟੀਵੇਸ਼ਨ ਵੀ ਹੋਏਗੀ, ਇੰਟਰਸਟ ਵੀ ਹੋਏਗਾ। ਤਾਂ ਰਿਡਿਊਸ ਦਾ ਸਟ੍ਰੈਸ ਫਸਟ ਐਂਡ ਆਟੋਮੈਟਿਕਲੀ ਤੁਹਾਡਾ ਬਰਨਆਊਟ ਵੀ ਘਟੇਗਾ। ਇਹ ਬੜੀ ਅੱਛੀ ਇੱਕ ਤੁਸੀਂ ਇਮੇਜ ਲਗਾਈ ਹੈ ਕਿ ਦੇਖੋ ਟੀਚਰ ਕਿੰਨੀ ਸਟ੍ਰੈਸ ਤੇ ਕੀ ਲਿਖ ਰਿਹਾ ਹੈ, ਡੂ ਨਾਓ ਰੀਡ ਪੇਜ 12 to 380 ਹੈ, ਕਿੰਨੇ ਪੇਜ ਜੀ,
300 ਤੇ 68 ਪੇਜ ਉਹ ਪੜ੍ਹ ਲਓ ਔਰ ਡੂ ਕੁਐਸਚਨ 1 to 600। ਉਹ ਜਿਹੜੇ ਸਾਹਮਣੇ ਬੱਚੇ ਬੈਠੇ ਨੇ ਉਹ ਵੀ ਬੜੇ ਹੈਰਾਨ ਪਰੇਸ਼ਾਨ ਨੇ ਵੀ ਇੰਨੇ ਪੇਜ ਪੜਾਂਗੇ ਕਿਤੇ ਤੇ ਕਰਾਂਗੇ ਕਿਵੇਂ। ਔਰ ਐਸੀ ਗੱਲ ਇੱਕ ਚੀਜ਼ ਹੋਰ ਮੈਂ ਨੋਟ ਦੱਸਣਾ ਚਾਹਾਂਗਾ ਇੱਥੇ ਕਿ ਜੇ ਟੀਚਰ ਸਟ੍ਰੈਸ 'ਚ ਹੈ ਨਾ ਤੇ ਕਿਤੇ ਨਾ ਕਿਤੇ ਬੱਚੇ ਵੀ ਬੜੇ ਸਟ੍ਰੈਸ 'ਚ ਨੇ ਜੀ। ਕੁਝ ਸਿਸਟਮ ਦੇ ਵਿੱਚ ਸਾਨੂੰ ਜਿਵੇਂ ਇਹ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ, ਬੱਚਾ ਵੀ ਤੇ ਸਟ੍ਰੈਸ 'ਚ ਆ ਜਾਏਗਾ। ਇੰਨੇ ਕੁਐਸਚਨ, ਕਈ ਵਾਰੀ ਇੰਨਾ ਹੋਮਵਰਕ ਹੁੰਦਾ ਹੈ ਕਿ ਬੱਚਾ ਵਿਚਾਰਾ ਸਟ੍ਰੈਸ ਹੁੰਦਾ, ਇੰਨਾ ਹੋਮਵਰਕ ਹੋਏਗਾ ਕਿ ਵਿਚਾਰਾ ਘਰ ਜਾ ਕੇ ਕਹਿੰਦਾ ਇਸ ਤੋਂ ਚੰਗਾ ਤਾਂ ਛੁੱਟੀ ਨਾ ਪਵੇ। ਮੈਨੂੰ ਸੇਮ ਇੱਕ ਇਨਸੀਡੈਂਟ ਚੇਤਾ ਆਇਆ ਜਦੋਂ ਮੈਂ 6th ਕਲਾਸ 'ਚ ਗਿਆ, ਇੱਕ ਬੱਚਾ ਰੋਣ ਡਿਆ, ਮੈਨੂੰ ਲੱਗਾ ਕਿਸੇ ਨੇ ਇਹਨੂੰ ਮਾਰਤਾ ਹੋਵੇ ਜਾਂ ਟੀਚਰ ਨੇ ਨਾ ਕੁਝ ਕਿਹਾ ਹੋਵੇ, ਤੇ ਮੈਂ ਪੁੱਛਿਆ ਬੱਚੇ ਕੀ ਹੋ ਗਿਆ, ਕੀ ਪ੍ਰੋਬਲਮ ਹੈਗੀ ਆ। ਉਹ ਆਂਦਾ ਜੀ ਮੈਂ ਬਹੁਤ ਪਰੇਸ਼ਾਨ ਆ, ਤੇ ਇੱਕ ਟੀਚਰ ਜਾਂਦਾ ਦੂਸਰਾ ਆ ਜਾਂਦਾ, ਦੂਸਰਾ ਜਾਂਦਾ ਤੀਸਰਾ ਆ ਜਾਂਦਾ ਹੈਗਾ, ਤੇ ਮੈਂ ਉਹ ਮਤਲਬ ਉਹ ਵਿਚਾਰਾ ਮੈਨੇਜ ਨਹੀਂ ਕਰ ਪਾ ਰਿਹਾ ਕਿਉਂਕਿ ਉਹ ਪ੍ਰਾਇਮਰੀ ਤੋਂ ਆਇਆ ਸੀ। ਉਹ 5 ਸਾਲ ਤੱਕ ਇੱਕ ਟੀਚਰ ਦੇ ਨਾਲ ਉਹਦਾ ਰਾਬਤਾ ਸੀ, ਉਹਨੂੰ ਪਤਾ ਸੀ ਮੈਨੇਜ ਕਿਸ ਤਰ੍ਹਾਂ ਕਰੀਦਾ ਆ। ਤੇ ਹੁਣ ਉਹਨੂੰ ਬੜੀ ਪਰੇਸ਼ਾਨੀ ਹੋ ਗਈ ਕਿ 6ਵੀਂ ਵਿੱਚ 8 ਪ੍ਰਕਾਰ ਦੇ ਟੀਚਰ ਵਾਰੀ-ਵਾਰੀ ਕਿਉਂ ਆਈ ਜਾਂਦੇ, ਤੇ ਕੋਈ ਕਹਿੰਦਾ ਉੱਚੀ ਬੋਲੋ, ਕੋਈ ਕਹਿੰਦਾ ਸਲੋ ਬੋਲੋ, ਕੋਈ ਕਹਿੰਦਾ ਖੜੇ ਹੋ ਕੇ ਜਵਾਬ ਦਿਓ, ਕੋਈ ਕਹਿੰਦਾ ਬੈਠ ਕੇ ਜਵਾਬ ਦਿਓ, ਕੋਈ ਕਹਿੰਦਾ ਮੈਨੂੰ ਲਿਖ ਕੇ ਦਿਖਾਓ, ਕੋਈ ਕਹਿੰਦਾ ਮੈਨੂੰ ਬੋਲ ਕੇ ਦੱਸੋ। ਤੇ ਬੱਚੇ ਵਾਸਤੇ ਵੀ ਕਿੰਨਾ ਸਟ੍ਰੈਸ ਹੋ ਗਿਆ ਕਿ ਉਹ ਕਿਸ ਤਰ੍ਹਾਂ ਮੈਨੇਜ ਕਰੇਗਾ। ਤੇ ਇਹਦੇ ਆਪਾਂ ਕਾਰਨ ਇਹ ਵੀ ਦੱਸ ਰਹੇ ਹਾਂ ਕਿ ਬਹੁਤ ਸਾਰੇ ਕਾਰਨ ਬਣੇ ਹੋਏ ਨੇ ਕਿ ਜਿਨ੍ਹਾਂ ਨੂੰ ਆਪਾਂ ਸੋਚਣਾ ਪਊਗਾ ਕਿ ਉਹਦੇ ਵਿੱਚ ਕੋਈ ਪ੍ਰਿੰਸੀਪਲ ਦਾ ਵੀ ਰੋਲ ਹੈਗਾ ਆ, ਸਕੂਲ ਕਲਚਰ ਵੀ ਹੈ ਜੀ, ਠੀਕ ਹੈ ਨਾ, ਸਕੂਲ ਦਾ এনवायरमेंट ਆਪਣਾ ਕਿਸ ਤਰ੍ਹਾਂ ਦਾ ਹੈਗਾ। ਮੈਂ ਦੱਸਿਆ ਨਾ ਕਿ ਕੁਝ ਟੀਚਰ ਜਦੋਂ ਕਿਸੇ ਅਲੱਗ ਪ੍ਰਦੇਸ਼ ਤੋਂ ਜਾਂ ਅਲੱਗ এনवायरमेंट ਆ ਰਹੇ ਨੇ ਤੇ ਉਹਦੇ ਲਈ ਸਰਕਾਰੀ ਸਕੂਲ ਆਪਣੇ ਆਪ 'ਚ ਬਹੁਤ ਅਜੀਬ ਹੋ ਸਕਦਾ ਹੈ। ਅਰਬਨ ਟੂ ਰੂਰਲ ਜਾਂ ਰੂਰਲ ਟੂ ਅਰਬਨ ਆਉਂਦਾ ਹੈ, ਬੜਾ ਫਰਕ ਪੈਂਦਾ ਹੈ। ਫਿਰ ਪਰਸਨੈਲਿਟੀ ਦਾ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਇੱਕ ਬੰਦੇ ਨੂੰ ਇੱਕ ਚੀਜ਼ ਹਰਟ ਕਰ ਸਕਦੀ ਆ ਤੇ ਦੂਸਰੇ ਬੰਦੇ ਲਈ ਉਹ ਕੋਈ ਵੱਡੀ ਗੱਲ ਨਹੀਂ ਹੈਗੀ। ਹੋ ਸਕਦਾ ਪ੍ਰਿੰਸੀਪਲ ਨੇ ਕੁਝ ਕਿਹਾ ਹੋਵੇ ਤੇ ਉਹਨੂੰ ਤਾਂ ਲੱਗਾ ਹੋਵੇ ਕਿ ਜਨਰਲ ਵੇ ਨਾਲ ਮੈਂ ਸਾਰਿਆਂ ਨੂੰ ਕਹਿ ਰਿਹਾ ਹੈਗਾ, ਤੇ ਉਹਨੂੰ ਲੱਗਾ ਕਿ ਨਹੀਂ ਪਾਰਟਿਕੂਲਰਲੀ ਮੇਰੇ ਤੇ ਆ ਗੱਲ ਆ ਰਹੀ ਹੈ। ਅਗਰ ਬੱਚੇ ਨੇ ਕੁਝ ਕਿਹਾ ਤਾਂ ਉਹਨੂੰ ਲੱਗਦਾ ਕਿ ਬੱਚੇ ਨੇ ਮੈਨੂੰ ਕਿਉਂ ਕਹਿਤਾ, ਕਿਉਂਕਿ ਉਹਦੇ ਲਈ ਉਹ ਕੁਝ ਮਦਭਾਗੀ ਗੱਲ ਹੈਗੀ ਆ, ਜਦਕਿ ਕਿਉਂਕਿ ਪਰਸਨੈਲਿਟੀ ਦਾ ਫਰਕ ਆ ਰਿਹਾ ਹੈਗਾ ਆ, ਤੇ ਇਹ ਚੀਜ਼ ਦਾ ਕਿਤੇ ਨਾ ਕਿਤੇ ਕਾਰਨ ਬਣਦੀ ਹੈ। ਦੇਖੋ ਮੈਂ ਤੁਹਾਨੂੰ ਇੱਥੇ ਇੱਕ ਬੜੀ ਪਿਆਰੀ ਜਿਹੀ ਐਗਜ਼ਾਮਪਲ ਦਵਾਂਗਾ। ਡੈਲ ਕਾਰਨੇਗੀ ਦੀ एग्जाम्पल है, वो अपनी बुक कई जगह लिखता है भी किसी ने ये नहीं कहना भी तू गलत है। अच्छा, कोई काम करके ਤੁਹਾਡੇ ਕੋਲ ਆਇਆ ਹੈ ਤੁਸੀਂ ਉਹਨੂੰ ਡਾਇਰੈਕਟ ਕਰੇ ਵੀ ਤੂੰ ਗਲਤ ਕੀਤਾ ਕੀ, ਤੈਨੂੰ ਆਉਂਦਾ ਤੇ ਇਸ ਤੋਂ ਚੰਗਾ ਉਹਨੂੰ ਇਹ ਕਿ ਬੇਟਾ ਤੂੰ ਕੀਤਾ ਤਾਂ ਬਹੁਤ ਵਧੀਆ ਹੈ, ਥੋੜਾ ਜਿਹਾ ਹੋਰ ਵਧੀਆ ਕਰਦਾ ਤੇ ਹੋਰ। ਹਾਂਜੀ, ਠੀਕ। ਐਸੇ ਤਰੀਕੇ ਨਾਲ ਜੇ ਸਾਡੇ ਹੈਡ, ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ, ਜੋ ਵੀ ਜੇ ਉਹ ਆਪਣੇ ਜਿਹੜੇ ਉਹਨਾਂ ਦਾ ਸਟਾਫ ਹੈ, ਟੀਚਰਸ ਹੈ, ਉਹਨਾਂ ਦੇ ਇਸ ਤਰੀਕੇ ਪੇਸ਼ ਕਰਨ ਕਿ ਉਹਨਾਂ ਨੂੰ ਐਪਰੀਸ਼ੀਏਸ਼ਨ ਵੀ ਕਰਨ ਜੀ, ਔਰ ਉਹਨਾਂ ਨੂੰ ਕੰਮ ਤੇ ਨੋ ਡਾਊਟ ਜੇ ਟੀਚਰ ਨੂੰ ਐਪਰੀਸ਼ੀਏਟ ਹੋਏਗਾ ਹੋਰ ਵਧੀਆ ਤਰੀਕੇ ਨਾਲ ਕਰਨ ਦੀ ਉਹ ਕੋਸ਼ਿਸ਼ ਕਰਦਾ ਜੀ। ਟੀਚਰ ਟ੍ਰੇਨਿੰਗ 'ਚ ਨਾ ਆਪਾਂ ਤੁਹਾਨੂੰ ਯਾਦ ਹੋਏਗਾ ਪਹਿਲਾਂ ਹੈਡਸ ਦੇ ਵੀ ਬਹੁਤ ਵਧੀਆ ਸੈਮੀਨਾਰ ਲੱਗਦੇ ਸੀ, ਕਿਉਂਕਿ ਜਿਹੜਾ ਲੀਡਰਸ਼ਿਪ ਕੁਆਲਿਟੀ ਹੈ ਨਾ ਉਹਨੂੰ ਅਗਰ ਆਪਾਂ ਇੰਪਰੂਵ ਕਰਨਾ ਚਾਹੁੰਦੇ ਤਾਂ ਲਗਾਤਾਰ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਚਲੋ ਅਗਰ ਆਪਾਂ ਟੀਚਰਸ ਦੇ ਬਹੁਤ ਸੈਮੀਨਾਰ ਲਗਾਉਂਦੇ ਆ ਨਾ ਤੇ ਵਿਰੋਧ ਹੁੰਦਾ ਆ ਕਿ ਬਈ ਟੀਚਰ ਪੜਾਵੇ ਜਾਂ ਸੈਮੀਨਾਰ 'ਚ ਆਵੇ, ਮਗਰ ਮੈਂ ਸੋਚਦਾ ਹੁੰਦਾ ਜਿਹੜਾ ਨੌਨ ਟੀਚਿੰਗ ਹੈ ਇਨਕਲੂਡਿੰਗ ਪ੍ਰਿੰਸੀਪਲ, ਕਿਉਂ ਨਹੀਂ ਆਪਾਂ 4 ਤੋਂ 5 ਦਿਨ ਪ੍ਰਤੀ ਮਹੀਨਾ ਉਹਨਾਂ ਦੇ ਸੈਮੀਨਾਰ ਲਗਾ ਸਕਦੇ, ਕਿਉਂਕਿ ਇੱਕ ਚੰਗਾ ਸਿੱਖਿਆ ਹੋਇਆ ਪ੍ਰਿੰਸੀਪਲ ਜਿਹੜਾ ਆ ਕਿਤੇ ਨਾ ਕਿਤੇ ਪੂਰੇ ਸਕੂਲ ਦਾ এনवायरमेंट ਨੂੰ ਬਦਲ ਸਕਦਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਤੇ ਕਿਤੇ ਨਾ ਕਿਤੇ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈਗਾ ਆ। ਹੁਣ ਜਿਹੜੇ ਕੀ ਨਾ ਇਹਦਾ ਕਾਰਨ ਵੇਖੋ, ਬਰਨਆਊਟ ਤਾਂ ਹੋ ਗਿਆ, ਪਰ ਸਰਕਾਰ ਨੂੰ ਤਾਂ ਸਮਾਜ ਨੂੰ ਇਹ ਸਮਝਣਾ ਪਏਗਾ ਕਿ ਉਹਦੀ ਕੁਆਲਿਟੀ ਕੀ ਹੋ ਜਾਏਗੀ, ਲੋ ਹੋ ਜਾਏਗੀ। ਅਲਟੀਮੇਟ ਲੌਸ ਸਮਾਜ ਦਾ ਜੀ। ਦੇਖੋ ਜੇ ਉਹ ਟੀਚਰ ਆਪਣੀ ਉਸ ਪੂਰੀ ਪੋਟੈਂਸ਼ੀਅਲਿਟੀ ਨਾਲ ਨਹੀਂ ਕਰਾਏਗਾ, ਜੇ ਉਹ ਬਰਨਆਊਟ ਦਾ ਸ਼ਿਕਾਰ ਹੋ ਗਿਆ, ਸਟ੍ਰੈਸ ਦਾ ਸ਼ਿਕਾਰ ਹੋ ਗਿਆ, ਤੇ ਉਹ ਜੋ ਡਿਲੀਵਰ ਕਰਨਾ ਚਾਹੁੰਦਾ ਸਮਾਜ ਨੂੰ, ਜੋ ਦੇ ਸਕਦਾ ਸਮਾਜ ਨੂੰ, ਸਮਾਜ ਉਹ ਤੋਂ ਵਾਂਝੇ ਰਹਿ ਜਾਏਗਾ ਜੀ। ਇਹ ਲੋ ਵਰਡ ਨੂੰ ਆਪਾਂ ਫਿਰ ਸੋਚਣਾ ਹੈ ਕਿ ਬਰਨਆਊਟ ਤੋਂ ਬਚਾ ਲਾਂਗੇ ਤੇ ਫਿਰ ਕਿਤੇ ਨਾ ਕਿਤੇ, ਤੇ ਇਹ ਹੁਣ ਆਪਾਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗੇ ਕਿ ਵੀ ਹੈਂਡਲ ਕਿਸ ਤਰ੍ਹਾਂ ਕਰੀਏ। ਜੇ ਸਟ੍ਰੈਸ ਸਾਡੇ ਤੇ ਆਊਗਾ ਉਹਨੂੰ ਆਪਾਂ ਹੈਂਡਲ ਕਿਸ ਤਰ੍ਹਾਂ ਕਰਨਾ, ਅਸੀਂ ਕਰ ਕੀ ਸਕਦੇ। ਅਸਲ ਦੇਖੋ ਅੱਜ ਦੀ ਡਿਸਕਸ਼ਨ ਦਾ ਟੌਪਿਕ ਇਹੀ ਹੈ ਕਿ ਜਿਹੜਾ ਸਟ੍ਰੈਸ ਸਾਡੇ 'ਚ ਆ ਰਹੀ ਹੈ ਬਹੁਤ ਜ਼ਿਆਦਾ, ਭਾਵੇਂ ਸਾਨੂੰ ਪ੍ਰੋਫੈਸ਼ਨਲ ਹੈ ਭਾਵੇਂ ਫੈਮਿਲੀ ਹੈ, ਅਸੀਂ ਕੀ ਕਰ ਸਕਦੇ ਹਾਂ ਉਸ ਸਟ੍ਰੈਸ ਨੂੰ ਰਿਡਿਊਸ ਕਰਨ ਦੇ ਲਈ। ਕੁਝ ਮੈਥਡ ਨੇ ਜਿਹੜੇ ਅਸੀਂ ਡਿਸਕਸ ਕਰਾਂਗੇ, ਔਰ ਆਈ ਥਿੰਕ ਆਈ ਹੋਪ ਕਿ ਇਹ ਬਹੁਤ ਹੈਲਪਫੁਲ ਹੋਣਗੇ ਉਹਨਾਂ ਨੂੰ ਸਟ੍ਰੈਸ ਨੂੰ ਕਰਨ ਵਾਸਤੇ, ਔਰ ਡਿਪਾਰਟਮੈਂਟ ਵੀ ਇਸ ਦੇ ਉੱਤੇ ਧਿਆਨ ਦਿੰਦੇ ਹੋਏ ਸੈਮੀਨਾਰ ਲਗਾਏਗਾ। 23 ਮਿੰਟ ਦੀ ਭੂਮਿਕਾ 'ਚ ਆਪਾਂ ਸਿਰਫ ਇਹੋ ਹੀ ਦੱਸਿਆ ਕਿ ਕਾਰਨ ਮੁਸ਼ਕਲਾਂ ਕੀ ਹਨ। ਹੁਣ ਆਪਾਂ ਕਿਤੇ ਨਾ ਕਿਤੇ ਸੋਲੂਸ਼ਨ ਵੱਲ ਵਧਣਾ ਹੈਗਾ ਆ, ਤੇ ਇਹ ਵੀਡੀਓ ਸਰਕਾਰ ਵਾਸਤੇ, ਐਜੂਕੇਸ਼ਨ ਵਿਦ ਵਾਸਤੇ, ਸਾਰਿਆਂ ਵਾਸਤੇ ਕਿਤੇ ਨਾ ਕਿਤੇ ਇੰਪੋਰਟੈਂਟ ਹੈਗਾ ਆ ਕਿ ਕਿਤੇ ਨਾ ਕਿਤੇ ਅਸੀਂ ਸੋਚੀਏ ਕਿ ਅਸੀਂ ਮਤਲਬ ਇਸ ਟੌਪਿਕ ਤੇ ਕਿਸ ਤਰ੍ਹਾਂ ਸੋਚਣਾ ਹੈਗਾ ਆ, ਅੱਗੇ ਵਧਣਾ ਹੈਗਾ ਆ, ਤੇ ਵਾਟ ਕੈਨ ਯੂ ਡੂ, ਅਸੀਂ ਕੀ ਕਰ ਸਕਦੇ ਆ। ਪਹਿਲਾ ਕਾਰਨ ਹੈਗਾ ਆ ਕਿ ਆਪਾਂ ਮੈਂਟਰ ਲੱਭੀਏ, ਆਪਾਂ ਮੰਨ ਕੇ ਚੱਲੀਏ ਕਿ ਸਾਡੇ ਤੋਂ ਕੋਈ ਸਿਆਣਾ ਹੋ ਸਕਦਾ, ਸਾਨੂੰ ਕੋਈ
ਸਲਾਹ ਦੇ ਸਕਦਾ ਹੈਗਾ। ਕਈ ਵਾਰ ਸਕੂਲ ਵਿੱਚ ਟੀਚਰ ਜਿਹੜੇ ਹੈਗੇ ਦੂਸਰੇ ਟੀਚਰ ਤੋਂ ਪੁੱਛਣ ਲੱਗਿਆ ਸ਼ਰਮਾਉਂਦੇ ਹੈਗੇ ਨੇ ਜਾਂ ਹਿਚਕਦੇ ਹੈਗੇ ਨੇ, ਜਾਂ ਇਹ ਸੋਚਦੇ ਕਿ ਇਹ ਸੋਚੇਗਾ ਕਿ ਮੈਨੂੰ ਇਹ ਨਹੀਂ ਪਤਾ, ਮੈਨੂੰ ਨਹੀਂ ਪਤਾ। ਬਿਲਕੁਲ ਇਹ ਹੁੰਦਾ ਜੀ, ਬਿਲਕੁਲ। ਦੇਖੋ ਫਾਈਂਡ ਏ ਮੈਂਟਰ ਹੈ ਸਭ ਤੋਂ ਵੱਡਾ ਪਹਿਲਾ ਸੋਲੂਸ਼ਨ ਹੈ। ਬਿਲਕੁਲ ਠੀਕ ਕਿਹਾ ਤੁਸੀਂ ਗੱਲ। ਜਦੋਂ ਕੋਈ ਨਵਾਂ ਟੀਚਰ ਆਂਦਾ ਹੈ, ਚਾਹੀਦਾ ਉਹਨੂੰ ਹੈ ਕਿ ਉਹ ਜਿਹੜੇ ਪੁਰਾਣੇ ਐਕਸਪੀਰੀਅੰਸ ਟੀਚਰ ਨੇ ਉਹਨਾਂ ਕੋਲ ਗਾਈਡੈਂਸ ਲਵੇ, ਉਹਨਾਂ ਦੀ ਹੈਲਪ ਲਏ, ਉਹਨਾਂ ਦੀ ਹੈਲਪ ਦੇ ਨਾਲ ਬੱਚਿਆਂ ਨੂੰ ਸਕੂਲ ਦੇ ਮਾਹੌਲ ਨੂੰ, ਸਕੂਲ ਦਾ ਜਿਹੜਾ ਸੋਸ਼ਲ ਸਟਰਕਚਰ ਹੈ, ਸਕੂਲ ਦਾ ਜਿਹੜਾ ਸਿਸਟਮ ਹੈ, ਉਸ ਇਲਾਕੇ ਦਾ ਜਿਹੜਾ ਸਿਸਟਮ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੇ। ਉਸ ਜਿਹੜਾ ਕੋਈ ਮੈਂਟਰ ਹੈ, ਜਿਹੜਾ ਵੀ ਉਹਦਾ ਕੁਲੀਗ ਹੈ, ਉਹਦੀ ਹੈਲਪ ਲਏ। ਇਹਦੇ ਨਾਲ ਕੋਈ ਤੁਹਾਡੇ ਕਮੀ ਨਹੀਂ ਆਉਂਦੀ, ਕੋਈ ਤੁਹਾਡੀ ਡਿਗਨਿਟੀ ਨਹੀਂ ਜਿਹੜੀ ਹਰਟ ਹੁੰਦੀ। ਤੁਸੀਂ ਇਸ ਤੋਂ ਸਿੱਖੋਗੇ ਹੀ। ਸਿੱਖਣਾ ਤੇ ਕੰਟੀਨਿਊਸ ਪ੍ਰੋਸੈਸ ਹੈ, ਅਸੀਂ ਲੈ ਕੇ ਚੱਲਦੇ ਹਾਂ, ਤੇ ਮੈਂ ਸਮਝਦਾ ਕਿ ਉਹਨੂੰ ਸਭ ਤੋਂ ਪਹਿਲੇ ਹੈਲਪ ਲੈਣੀ ਚਾਹੀਦੀ ਹੈ। ਆਪਾਂ ਵੇਖੋ ਕਈ ਤੁਸੀਂ ਵੇਖਿਆ ਹੋਣਾ ਆ ਕਿ ਅੰਮ੍ਰਿਤਸਰ ਵਿੱਚ ਆਪਾਂ ਕਿੰਨੇ ਸਾਲਾਂ ਤੋਂ ਹੈਗੇ ਆ, ਤੇ ਅਸੀਂ ਕਿਤੇ ਨਾ ਕਿਤੇ ਹਰ ਹਫਤੇ ਕੋਈ ਨਾ ਕੋਈ ਪ੍ਰੋਗਰਾਮ ਬਣਾਉਂਦੇ ਕਿ ਆਪਸ ਵਿੱਚ ਮਿਲ ਕੇ ਕੁਛ ਨਾ ਕੁਛ ਡਿਸਕਸ਼ਨ ਹੋ ਜਾਏ। ਸਕੂਲ ਤੋਂ ਬਾਹਰ ਵੀ ਵੇਖੋ ਅਸੀਂ ਮਿਲਦੇ ਰਹਿੰਦੇ ਹੈਗੇ ਆ, ਕਿ ਹੋਵੇ ਤੇ ਸਕੂਲ ਦੇ ਅੰਦਰ ਕਿਉਂ ਨਹੀਂ ਮਿਲ ਸਕਦੇ ਹੈਗੇ। ਟੀਚਰਸ ਨੂੰ ਇਸ ਲਈ ਥੋੜਾ ਜਿਹਾ ਖੁੱਲਾਪਨ ਲਿਆਉਣ ਦੀ ਲੋੜ ਹੈਗੀ ਆ ਕਿ ਕਿਤੇ ਨਾ ਕਿਤੇ ਸੰਕੁਚਿਤ ਨਾ ਰਿਹਾ ਕਰੀਏ, ਇੱਕ ਦੂਸਰੇ ਤੋਂ ਸਲਾਹ ਲੈਣ ਤੋਂ ਪਿੱਛੇ ਨਾ ਹਟਿਆ ਕਰੀਏ। ਸ਼ੇਅਰਿੰਗ ਸਭ ਤੋਂ ਇੰਪੋਰਟੈਂਟ ਹੈ ਜੀ, ਇੱਕ ਦੂਸਰੇ को से सीखते जी। एक मैं कहना चाहना हूं कि कई बार ना टीचर ये सोचता है कि मैं नो नहीं कह सकता, बच्चे ਨੂੰ नहीं कह सकता, एडमिनिस्ट्रेटर ਨੂੰ नहीं कह सकता, कोलीग ਨੂੰ नहीं कह सकता। ਉਹਨੂੰ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਕਈ ਵਾਰ ਮੌਕੇ ਅਨੁਸਾਰ नो ਕਹਿਣਾ ਸਿੱਖਣਾ ਪਏਗਾ। ਬਿਲਕੁਲ ਬਿਲਕੁਲ ਜੀ, ਬਹੁਤ ਇੰਪੋਰਟੈਂਟ ਗੱਲ ਹੈ। ਤੁਸੀਂ ਹਮੇਸ਼ਾ ਹੀ ਯੈਸਮੈਨ ਬਣ ਜਾਂਦੇ ਹੋ ਨਾ, ਤੇ ਕਿਤੇ ਨਾ ਕਿਤੇ ਜਾ ਕੇ ਉਹਦਾ ਸਟ੍ਰੈਸ ਇਨਡਾਇਰੈਕਟਲੀ ਤੁਹਾਨੂੰ ਹੀ ਝੇਲਣਾ ਪੈਂਦਾ। ਸੇ ਲਰਨ ਹਾਊ ਟੂ ਸੇ ਨੋ। ਜੇ ਤੁਸੀਂ ਨਹੀਂ ਕਰ ਸਕਦੇ ਤੇ ਉਹਨੂੰ ਬੜੇ ਪਿਆਰ ਨਾਲ, ਪੋਲਾਈਟ ਵੇ ਨਾਲ ਤੁਸੀਂ ਕਹਿ ਸਕਦੇ ਹੋ ਵੀ ਮੈਂ ਇਹ ਨਹੀਂ ਕਰ ਸਕਦਾ, ਮੇਰੀ ਇਹ ਮਜਬੂਰੀ ਹੈ ਜਿਸ ਕਰਕੇ ਨਹੀਂ ਕਰ ਰਿਹਾ। ਔਰ ਜੇ ਅਗਲਾ ਬੰਦਾ ਸਿਆਣਾ ਹੋਏਗਾ, ਸਮਝ ਸਕਦਾ ਹੋਏਗਾ, ਤਾਂ ਜ਼ਰੂਰ ਸਮਝੇਗਾ ਕਿ ਇਹਨਾਂ ਨੇ ਨੋ ਕਿਉਂ ਕਿਹਾ। ਔਰ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੰਮ ਨੂੰ ਨਹੀਂ ਕਹਿ ਸਕਦੇ ਵੀ ਅਸੀਂ ਬਾਅਦ ਚ ਵੀ ਕਰ ਸਕਦੇ ਹਾਂ, ਲੇਕਿਨ ਨੋ ਕਹਿਣਾ ਸਿੱਖਣਾ ਪਏਗਾ। ਇਹ ਬਹੁਤ ਇੰਪੋਰਟੈਂਟ ਸੀ। ਫਿਰ ਵੇਖੋ ਇੱਕ ਟੀਚਰਸ ਦੀ ਨਾ ਜੋ ਮੈਂ ਵੀ ਨਾ ਹੈਗਾ ਸਮੱਸਿਆ, ਉਹ ਕੀ ਹੈਗੀ ਆ ਭਲਾ, ਕਿ ਟੀਚਰਸ ਨੂੰ ਆਪਾਂ ਪੁੱਛੀਏ ਕਿ ਕਦੋਂ ਸੌਂਦੇ। ਮੈਂ ਤਾਂ ਹਰ ਇੱਕ ਟੀਚਰ ਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਤੁਸੀਂ ਸੌਂਦੇ ਕਿਸ ਟਾਈਮ ਹੈਗੇ ਜੇ, ਤੇ ਫਿਰ ਜ਼ਾਹਿਰ ਜੀ ਗੱਲ ਆ ਜਦੋਂ ਮੈਨੂੰ ਪਤਾ ਲੱਗ ਗਿਆ ਸੌਂਦੇ ਕਦੋਂ ਆ, ਤਾਂ ਜਾਗਣ ਦਾ ਤਾਂ ਮੈਂ ਟਾਈਮ ਅੰਦਾਜ਼ਾ ਲਗਾ ਹੀ ਲੈਣਾ, ਕਿਉਂਕਿ ਮੈਨੂੰ ਪਤਾ ਹੀ ਹੈ ਸਕੂਲ ਕਦੋਂ ਲੱਗਦਾ ਹੈਗਾ ਆ। ਤੇ ਇਹ ਇੱਕ ਕਿਤੇ ਨਾ ਕਿਤੇ ਬਹੁਤ ਸੀਰੀਅਸ ਸਮੱਸਿਆ ਆ ਰਹੀ ਹੈ ਜੀ। ਇਹ ਅਗਲੀ ਸਭਿਅਤਾ ਦੀ ਸਮੱਸਿਆ ਆ ਰਹੀ ਆ, ਅਗਲੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਆ। ਕਿ ਜਿਸ ਤਰ੍ਹਾਂ ਆਪਾਂ ਆਪਣੇ ਪੁਰਖਿਆਂ ਦੀ ਗੱਲ ਕਰੀਏ, ਆਪਣੇ ਦਾਦੇ ਪੜਦਾਦੇ ਦੀ ਗੱਲ ਕਰੀਏ, ਆਪਣੇ ਪਿੰਡਾਂ ਦੇ ਵਾਤਾਵਰਣ ਨੂੰ ਪਹਿਲਾਂ ਸੋਚੀਏ ਕਿ ਉਹ ਕਦੋਂ ਸੌਂਦੇ ਸੀ, ਤੇ ਜ਼ਾਹਿਰ ਜੀ ਗੱਲ ਹੈ ਜਦੋਂ ਹਨੇਰਾ ਹੋ ਗਿਆ, ਜਦੋਂ ਅੰਧੇਰਾ ਹੋ ਗਿਆ ਆਪਾਂ ਸੌਂਗੇ 6 7 8 ਵਜੇ ਤੱਕ ਸੌਂਗੇ। ਹੁਣ ਕੀ ਹੋ ਰਿਹਾ ਜੀ ਕਿ ਟੀਵੀ ਸਾਡਾ ਲੱਗਾ ਹੋਇਆ, ਮੋਬਾਈਲ ਸਾਡੇ ਹੱਥ ਵਿੱਚ ਹੈਗਾ ਆ, ਤੇ 10 11 12 ਤੇ ਆਪਾਂ ਵੈਸੇ ਵਜਾ ਦਿੰਦੇ ਹਾਂ। ਯਾਨੀ ਪ੍ਰਕਿਰਤੀ ਦੇ ਨਾਲ ਅਸੀਂ ਇੱਕ ਅਜੀਬ ਲੜਾਈ ਲੜ ਰਹੇ ਹੈਗੇ ਆ ਕਿ ਉਹਨੂੰ ਆਪਾਂ ਮੰਨ ਕੇ ਚੱਲ ਰਹੇ ਹੈਗੇ ਆ ਕਿ ਅਸੀਂ ਇਸ ਤਰ੍ਹਾਂ ਹੀ ਚੱਲਦੇ ਰਹਿਣਾ ਹੈਗਾ ਆ, ਤੇ ਕਿਤੇ ਨਾ ਕਿਤੇ ਅਸੀਂ ਕੀ ਨਾ ਆ ਨੀਂਦ ਨੂੰ ਆਪਾਂ ਘਟਾ ਲਿਆਗਾ, ਉਹਦੀ ਕੁਆਲਿਟੀ ਵੀ ਘਟਾ ਲਈ ਹੈਗੀ ਆ, ਤੇ ਕਿਤੇ ਨਾ ਕਿਤੇ ਉਹਦੀ ਕੁਆਂਟੀਟੀ ਵੀ ਘਟਾ ਲਈ ਹੈ ਕਿ ਜਿੰਨੇ ਆਵਰਸ ਤੁਹਾਨੂੰ ਚਾਹੀਦੇ ਹੈਗੇ ਨੇ, ਅਗਰ ਆਪਾਂ ਨਹੀਂ ਸੌਂ ਰਹੇ ਤੇ ਫਿਰ ਕਮੀ ਕਿਸ ਤਰ੍ਹਾਂ ਪੂਰੀ। ਬਿਲਕੁਲ ਤੁਸੀਂ ਕਿਹਾ, ਦੇਖੋ ਸਾਈਕੋਲੋਜਿਸਟ ਕਹਿੰਦੇ ਨੇ ਇੱਕ ਹੈਲਦੀ ਜਿਹੜੀ ਨੀਂਦ ਹੈ ਉਹ ਘੱਟੋ ਘੱਟ 8 ਘੰਟੇ ਦੀ ਹੋਣੀ ਚਾਹੀਦੀ, 7 ਤੋਂ 8 ਘੰਟੇ। ਜੀ। ਔਰ ਮੈਂ ਥੋੜੀ ਦਿਨ ਪਹਿਲੇ ਇੱਕ ਬਹੁਤ ਵਧੀਆ ਵਿਚਾਰਕ ਸੀਗੇ ਰਜਨੀਸ਼, ਉਹਨਾਂ ਨੂੰ ਸੁਣ ਰਿਹਾ ਸੀਗਾ, ਕਹਿੰਦਾ ਜਿਉਂ ਸਾਡੀ ਦੁਨੀਆ ਦੇ ਵਿੱਚ ਲੋਕਾਂ ਦੀ ਨੀਂਦ ਘਟੀ ਜਾ ਰਹੀ ਹੈ, ਤਿਉਂ ਉਹਨਾਂ ਦੀ ਸਾਈਕੋਲੋਜੀਕਲ ਪ੍ਰੋਬਲਮ, ਮੈਂਟਲ ਪ੍ਰੋਬਲਮ ਵਧੀ ਜਾ ਰਹੀ ਹੈ। ਉਨਾ ਹੀ ਉਹਨਾਂ 'ਚ ਗੁੱਸਾ ਆ ਰਿਹਾ ਹੈ, ਉਹਨਾਂ 'ਚ ਟੈਨਸ਼ਨ ਆ ਰਹੀ ਹੈ, ਔਰ ਉਹ ਜਿਹੜੇ ਡੀਗ੍ਰੇਡ ਹੋ ਰਹੇ ਨੇ, ਯਾਨੀ ਕਿ ਸਾਡੀ ਹਿਊਮਨ ਰੇਸ ਕੋਈ ਬਹੁਤ ਵੱਧ ਨਹੀਂ ਰਹੀ। ਨੀਂਦ ਘਟਣ ਦੇ ਨਾਲ ਉਹ ਸਾਈਕੋਲੋਜੀਕਲੀ ਇੰਨੇ ਵੀਕ ਹੋ ਗਏ ਨੇ, ਇੰਨੇ ਗੁੱਸੇ ਭਰੇ ਹੋ ਗਏ ਨੇ ਕਿ ਥੋੜਾ ਜਿਹਾ ਕਹਿਣ ਦੇਣਾ, ਜਿਵੇਂ ਅਸੀਂ ਇੱਕ ਟੌਪਿਕ ਤੁਹਾਨੂੰ ਯਾਦ ਹੋਏਗਾ ਅਸੀਂ ਕਹਿੰਦੇ EQ, ਹਾਂਜੀ, ਇਮੋਸ਼ਨਲ ਕੋਸ਼ੈਂਟ ਦੀ ਗੱਲ ਕਰਦੇ ਸੀ, ਉਹ ਬਹੁਤ ਘਟ ਰਿਹਾ। IQ ਤੇ ਚਲੋ ਇੱਕ ਅਲੱਗ ਚੀਜ਼ ਹੈ, ਇਮੋਸ਼ਨਲ ਕੋਸ਼ੈਂਟ ਜਿਹੜਾ ਹੈ ਉਹ ਜਿਹੜਾ ਅਧਿਆਪਕ ਹੈ ਜਾਂ ਕਰ ਆਮ ਆਦਮੀ ਜਿਹਦੇ ਬਾਰੇ ਬਹੁਤ ਘੱਟ ਆਪਾਂ ਗੱਲ ਕਰਾਂਗੇ। ਹਾਂਜੀ, ਮਗਰ ਸਲੀਪ ਜਿਹੜਾ ਹੈ ਨਾ ਉਹ ਬਹੁਤ ਜ਼ਰੂਰੀ ਹੈ, ਉਹਦੇ ਬਾਰੇ ਬਹੁਤ ਸੋਚਣਾ ਪਊਗਾ, ਕਿਉਂਕਿ ਮੈਂ ਬਾਰ-ਬਾਰ ਉਸ ਸਭਿਅਤਾ ਦਾ ਹਵਾਲਾ ਦੇ ਰਿਹਾ ਹਾਂ ਕਿ ਅੱਜ ਤੋਂ ਸਿਰਫ 100 ਸਾਲ ਪਹਿਲਾਂ ਚੱਲ ਜੀਏ ਨਾ ਤੇ ਸਾਰੇ ਹੀ ਹਨੇਰਾ ਹੋਣ ਤੇ ਸੌਂਦੇ ਸੀ, ਕਿਉਂਕਿ ਬਿਜਲੀ ਨਹੀਂ ਸੀ ਤੇ ਸੌਣਾ ਹੀ ਸੀ ਹੈਗਾ, ਠੀਕ ਹੈ ਨਾ। ਹੁਣ ਕੀ ਹੋਇਆ ਕਿ ਹਜ਼ਾਰਾਂ ਲੱਖਾਂ ਸਾਲ ਦੀ ਮਾਨਵ ਸਭਿਅਤਾ ਹੈਗੀ ਆ, ਅਸੀਂ ਜੈਨੇਟਿਕਲੀ ਇਸ ਤਰ੍ਹਾਂ ਬਣੇ ਹਾਂ ਕਿ ਅਸੀਂ ਹਨੇਰੇ ਤੋਂ ਬਾਅਦ ਸੌਣਾ ਹੈਗਾ ਸੀ, ਤੇ ਜੇ ਹੁਣ ਨਹੀਂ ਸੌ ਰਹੇ ਹੈਗੇ, ਉਹ ਜਿਹੜੀ 12 ਘੰਟੇ ਦੀ ਆਲਮੋਸਟ ਨੀਂਦ ਦੀ ਉਹਨੂੰ ਅਸੀਂ 8 ਤੇ ਵੀ ਲੈ ਆਂਦਾ, ਹੁਣ 8 ਤੋਂ ਵੀ ਜੇ ਘਟਾ ਦੇਣਾ ਹੈਗਾ ਆ ਤੇ ਉਹ ਵੀ ਕੁਆਲਿਟੀ ਉਹਦੀ
ਘਟਾ ਦੇਣੀ ਹੈਗੀ ਆ ਤੇ ਕਿਸ ਤਰ੍ਹਾਂ ਚੱਲੇਗਾ ਦੇਖੋ ਜੀ? ਘੱਟ ਨੀਂਦ ਦਾ ਸਿੱਧਾ ਅਸਰ ਤੁਹਾਡੇ ਕੰਮ ਦੇ ਉੱਤੇ ਪੈਂਦਾ ਹੈ। ਜੇ ਜੀ। ਤੁਸੀਂ ਨੀਂਦ ਨਹੀਂ ਲਿੱਤੀ, ਜੇ ਤੁਸੀਂ ਪੂਰੇ ਰਿਲੈਕਸ ਨਹੀਂ ਹੋ, ਜਦੋਂ ਤੁਸੀਂ ਆਪਣੀ ਜੌਬ ਤੇ ਜਾਓਗੇ, ਉਹ ਨੋ ਡਾਊਟ ਤੁਸੀਂ ਤੁਹਾਡੇ ਚੋਂ ਸਟ੍ਰੈਸ ਹੋਏਗਾ ਮਾਈਂਡ ਦੇ ਵਿੱਚ, ਤੁਸੀਂ ਆਪਣੀ ਜੌਬ ਨੂੰ ਵੀ ਸਹੀ ਤਰੀਕੇ ਨਹੀਂ ਕਰ ਪਾਓ। ਇੱਕ ਚੀਜ਼ ਮੈਂ ਕਹਿਣਾ ਹੁੰਦਾ ਕਿ ਕੁਛ ਨਾ ਕੁਛ ਨਵਾਂ ਵੀ ਟਰਾਈ ਕਰਦੇ ਰਹਿਣਾ ਚਾਹੀਦਾ ਤਾਂ ਕਿ ਜੀਵਨ ਵਿੱਚ ਰਸ ਬਣਿਆ ਰਹੇ। ਕਈ ਵਾਰ ਆਪਾਂ ਸੋਚਦੇ ਹਾਂ ਕਿ ਅਸੀਂ ਬਈ 15 ਸਾਲ ਤੋਂ ਪੜ੍ਹਾ ਰਹੇ ਹਾਂ, ਯਾਨੀ ਇੱਕੋ ਹੀ ਟੌਪਿਕ ਹੈਗਾ ਆ, ਇੱਕੋ ਹੀ ਸਬਜੈਕਟ ਹੈਗਾ ਆ ਤੇ ਇੱਕੋ ਜਿਹੇ ਬੱਚੇ ਆ ਰਹੇ ਹੈਗੇ ਹਰ ਸਾਲ, ਤੇ ਸਾਨੂੰ ਲੱਗਦਾ ਵੀ ਕੁਛ ਨਹੀਂ ਨਵਾਂ ਹੋ ਰਿਹਾ। ਤੇ ਮੈਂ ਕਹਿੰਦਾ ਹੁੰਦਾ ਕਿ ਟੀਚਰ ਕੁਛ ਨਾ ਕੁਛ ਨਵਾਂ ਟਰਾਈ ਕਰਦਾ ਰਹੇ ਆਪਣੀ ਲਾਈਫ 'ਚ, ਆਪਣੀ ਫੈਮਿਲੀ 'ਚ, ਆਪਣੇ ਪ੍ਰੋਫੈਸ਼ਨ ਵਿੱਚ, ਆਪਣੀ ਹੌਬੀਜ਼ 'ਚ। ਕੁਛ ਨਾ ਕੁਛ ਆਪਾਂ ਨਵਾਂ ਕਰਾਂਗੇ ਤੇ ਸਾਡਾ ਜੀਵਨ ਜਿਹੜਾ ਹੈਗਾ ਉਹ ਨਵੇਂ ਰੰਗ ਵਿੱਚ ਰਹੇਗਾ। ਬਿਲਕੁਲ ਠੀਕ ਹੈ ਜੀ। ਮੈਂ ਕੱਲ ਪਰਸੋਂ ਹੀ ਕਿਤੇ ਪੜ੍ਹ ਰਿਹਾ ਸੀਗਾ ਤੇ ਉਹ ਕਹਿੰਦੇ ਜੀ ਤੁਹਾਡਾ ਕੌਣ ਹੋ ਤੁਸੀਂ? ਕਹਿੰਦਾ ਆਈ ਹੈਵ 15 year of teaching experience। ਕਹਿੰਦਾ no, you have the teaching experience of same class for 15 years। ਇਹ 15 ਸਾਲ ਨਵੀਂ ਚੀਜ਼ ਨਹੀਂ ਕੀਤੀ, ਟਰਾਈ ਸਮਥਿੰਗ ਨਿਊ ਤੇ ਉਹੀ ਚੀਜ਼ ਕੀਤੀ 15 ਸਾਲ ਸੇਮ ਕਲਾਸ ਨੂੰ। ਜਦ ਕਿ ਚਾਹੀਦਾ ਹੈ ਕਿ ਤੁਸੀਂ ਰੋਜ਼ ਨਵਾਂ ਨਿਤ ਕੋਈ ਨਾ ਕੁਝ ਕਰੋ, ਟਰਾਈ ਟੂ ਲਰਨ ਅ ਨਿਊ ਲੈਂਗੁਏਜ। ਜੀ ਜੀ। ਔਰ ਮੈਂ ਤਾਂ ਟੀਚਰ ਨੂੰ ਤੁਸੀਂ ਤੁਹਾਨੂੰ ਯਾਦ ਹੋਏਗਾ ਸਾਰੇ ਸੈਮੀਨਾਰ 'ਚ ਕਹਿਣਾ ਕਿ ਦੇਖੋ ਜਿਵੇਂ ਪੇਟ ਵਾਸਤੇ ਤੁਸੀਂ ਭੋਜਨ ਕਰਦੇ ਹੋ ਤੇ ਦਿਮਾਗ ਵਾਸਤੇ ਭੋਜਨ ਤੁਹਾਡੀ ਕਿਤਾਬਾਂ ਨੇ। ਯੂ ਮਸਟ ਬਾਏ ਅ ਬੁੱਕ ਇਨ ਅ ਮੰਥ ਨਹੀਂ ਤੇ 2 ਮਹੀਨਿਆਂ 'ਚ ਜਾਂ 3 ਮਹੀਨਿਆਂ ਦੇ ਵਿੱਚ ਤੁਸੀਂ ਇੱਕ ਨਵੀਂ ਕਿਤਾਬ ਖਰੀਦੋ, ਉਹਨੂੰ ਜ਼ਰੂਰ ਪੜ੍ਹੋ। ਕੋਈ ਪੇਂਟਿੰਗ ਕਰੋ ਜਿਹਦੇ 'ਚ ਕੋਈ ਫਾਇਦਾ, ਜ਼ਰੂਰੀ ਨਹੀਂ ਕਿ ਅਸੀਂ ਉਹ ਕੰਮ ਕਰਨਾ ਜਿੱਥੇ ਸਾਨੂੰ ਇਕਨੋਮਿਕਲੀ ਫਾਇਦਾ ਹੋਵੇ ਜੀ। ਨਹੀਂ, ਅਸੀਂ ਕੋਈ ਹੌਬੀ ਦੇ ਵੇ ਦੇ ਕੋਈ ਕੰਮ ਕਰ ਸਕਦੇ ਹਾਂ ਜਿਹਦੇ ਨਾਲ ਸਾਨੂੰ ਜਿਹੜਾ ਹੈ ਉਹ ਲਾਭ ਹੋਏਗਾ, ਇਮੋਸ਼ਨਲੀ ਸਾਈਕੋਲੋਜੀਕਲੀ ਸਾਨੂੰ ਉਹਦਾ ਜਿਹੜਾ ਉਹ ਲਾਭ ਹੋਏਗਾ। ਹੌਬੀ ਦੇ ਵਿੱਚ ਪੇਂਟਿੰਗ ਕਰ ਸਕਦੇ ਹੋ, ਸਿੰਗਿੰਗ ਕਰ ਸਕਦੇ ਹੋ, ਹੋਰ ਕੁਛ ਨਹੀਂ ਤੇ ਸਵੇਰੇ ਥੋੜੀ ਦੇਰ ਰਿਲੈਕਸ ਹੋ ਕੇ ਤੁਸੀਂ ਸੂਰਜ ਦੇ ਸਾਹਮਣੇ ਬੈਠ ਜਾਓ। ਠੀਕ ਹੈ, ਹੈਗਾ ਉਹ ਬਹੁਤ ਵੱਡਾ ਸੂਰਜ ਸਾਡਾ। ਤੇ ਦੂਸਰੇ ਪੁਆਇੰਟ ਤੇ ਆਪਾਂ ਆ ਰਹੇ ਹਾਂ ਕਿ ਕਈ ਵਾਰ ਨਾ ਅਸੀਂ ਕੁਝ ਮਾਪਦੰਡ ਹੀ ਆਪਣੇ ਨੌਨ ਰੀਅਲਿਸਟਿਕ ਜੇ ਰੱਖ ਲੈਂਦੇ ਹਾਂ। ਅਸੀਂ ਕੋਈ ਬਹੁਤ ਹੀ ਉਚਾਈ ਵਾਲੇ ਇਹੋ ਜਿਹੇ ਰੱਖ ਲੈਂਦੇ ਹਾਂ ਜਿਹੜੇ ਹੋ ਹੀ ਨਹੀਂ ਸਕਦੇ। ਬੱਚਿਆਂ ਦੀ ਆਪਾਂ ਗੱਲ ਕਰ ਲਈਏ ਕਿ ਸਾਡੇ ਸਾਹਮਣੇ ਕੋਈ ਬੱਚਾ ਆਇਆ ਤਾਂ ਅਸੀਂ ਸੋਚੀਏ ਕਿ ਆਪ 100 ਚੋਂ 100 ਕੋਈ ਨਹੀਂ ਲੈ ਰਿਹਾ ਹੈਗਾ, ਕਿਉਂ ਉਹਨੇ 100 ਲੈਣੇ ਹੈਗੇ ਆ ਤੇ ਅਸੀਂ ਉਹਨੂੰ 100 ਕਿਉਂ ਦਿਵਾਉਣੇ ਹੈਗੇ ਨੇ? ਕਿਉਂ ਨਹੀਂ ਆਪਣੇ ਜੀਵਨ ਵਿੱਚ ਆਪਾਂ ਰੀਅਲਿਸਟਿਕ ਲਿਸਟ ਰੱਖਦੇ ਕਿ ਆਹ ਹੋ ਸਕਦਾ? ਛੋਟੇ ਛੋਟੇ ਕਦਮ ਕਿਉਂ ਨਹੀਂ ਵਧਾ ਸਕਦੇ? ਬਿਲਕੁਲ ਬਿਲਕੁਲ ਠੀਕ। ਦੇਖੋ ਪਹਿਲੀ ਗੱਲ ਤੇ ਮੈਂ ਦੱਸਾਂ, ਅਸੀਂ ਆਪਣੀ ਜ਼ਿੰਦਗੀ 'ਚ ਕੰਮ ਦੀ ਲਿਸਟ ਹੀ ਨਹੀਂ ਬਣਾਉਂਦੇ। ਤੁਸੀਂ ਕਰਨਾ ਕੀ ਹੈ ਤੇ ਕਰਨਾ ਕੀ ਹੈ ਪਤਾ ਹੀ ਨਹੀਂ ਹੈ। ਜਦ ਕਿ ਚਾਹੀਦਾ ਕੀ ਹੈ ਕਿ ਤੁਸੀਂ ਪਰ ਡੇ ਦਾ ਚਾਰਟ ਲੈ ਕੇ ਚੱਲੀਏ ਕਿ ਅੱਜ ਮੈਂ ਦਿਨ 'ਚ ਇਹ 4 ਕੰਮ ਕਰਨੇ ਆ, ਮੇਰੇ ਕੋਲ ਲਿਖੇ ਹੋਣ। ਮੈਂ ਆਪਣੇ ਦਿਮਾਗ 'ਚ ਸਟ੍ਰੈਸ ਰੱਖਣ ਦੀ ਬਜਾਏ ਆਪਣੇ ਕਾਗਜ਼ 'ਚ ਲਿਖ ਕੇ ਆਪਣੇ ਪਾਕਟ 'ਚ ਰੱਖੇ ਹੋਣ ਤੇ ਮੈਂ ਉਹਨੂੰ ਦੇਖ ਕੇ ਜਿਹੜਾ ਹੋ ਜਾਏ ਉਹਨੂੰ ਕੱਟ ਦੇਵਾਂ ਤੇ ਸ਼ਾਮ ਨੂੰ ਕਹਾਂ ਦੇਖੋ ਜੀ 4 ਮੇਰੇ ਹੋ ਗਏ। ਉਸ ਤੋਂ ਬਾਅਦ ਟੂ ਡੂ ਲਿਸਟ ਦੇ ਵਿੱਚ ਜੇ ਮੈਂ ਰੀਅਲਿਸਟਿਕ ਟਾਸਕ ਲਿਖਾਂ ਤੇ ਜ਼ਿਆਦਾ ਵਧੀਆ। ਜੇ ਮੈਂ ਅੱਜ ਟਾਸਕ ਲਿਖ ਰਿਹਾ ਜੀ ਅੱਜ ਮੈਂ ਮਾਊਂਟ ਐਵਰੈਸਟ ਚੜ੍ਹਨਾ ਤੇ ਭਾਈ ਉਹ ਤੇ ਪੋਸੀਬਲ ਨਹੀਂ ਹੈ ਤੇ ਉਹ ਇੱਥੇ ਹੀ ਰਹੇਗਾ, ਉਹ ਟਾਸਕ ਹੋਏਗਾ ਨਹੀਂ, ਤੁਹਾਡੇ ਦਿਮਾਗ 'ਚ ਸਟ੍ਰੈਸ ਹੋਏਗਾ। ਉਹ ਰੀਅਲਿਸਟਿਕ ਟਾਸਕ ਸਭ ਤੋਂ ਜ਼ਰੂਰੀ ਹੈਗੇ ਨੇ। ਇੱਕ ਪੋਜ਼ਿਟਿਵ ਰਹਿਣਾ ਜੀ ਬਹੁਤ ਇੰਪੋਰਟੈਂਟ ਹੈ ਤੇ ਬੀ ਪੋਜ਼ਿਟਿਵ ਸਭ ਤੋਂ ਇੰਪੋਰਟੈਂਟ ਹੈ ਜੀ। ਜ਼ਿੰਦਗੀ 'ਚ ਪੋਜ਼ਿਟਿਵਿਟੀ ਇੱਕ ਹੈਗੀ ਹੈ ਜਿਹੜੀ ਤੁਹਾਨੂੰ ਹਮੇਸ਼ਾ ਜ਼ਿੰਦਗੀ 'ਚ ਜੀਣਾ ਸਿਖਾਉਂਦੀ ਹੈ। ਜੇ ਤੁਹਾਡੇ ਸਮਾਈਲ ਹੈ ਮੂੰਹ ਦੇ ਵਿੱਚ ਹਰ ਹਾਲਾਤ ਦੇ ਉੱਤੇ, ਤੁਸੀਂ ਪੋਜ਼ਿਟਿਵ ਹੋ, ਨੈਗੇਟਿਵ ਨਹੀਂ ਹੋ, ਤਾਂ ਕੋਈ ਵੀ ਨੈਗੇਟਿਵ ਵਾਈਬ੍ਰੇਸ਼ਨ ਤੁਹਾਨੂੰ ਜਿਹੜੀਆਂ ਉਹ ਨੈਗੇਟਿਵ ਨਹੀਂ ਕਰ ਸਕਦੀਆਂ। ਇਸ ਕਰਕੇ ਹਮੇਸ਼ਾ ਪੋਜ਼ਿਟਿਵ ਸੋਚੋ, ਇਹ ਸਭ ਤੋਂ ਜ਼ਰੂਰੀ ਹੈ। ਕਿਤੇ ਨਾ ਕਿਤੇ ਮਤਲਬ ਆਪਾਂ ਨੂੰ ਨਾ ਕੋਸ਼ਿਸ਼ ਕਰਨੀ ਚਾਹੀਦੀ ਕਿ ਰੋਜ਼ ਮਿੱਥ ਕੇ ਜਾਈਏ ਕਿ ਆਪਾਂ ਸਾਹਮਣੇ ਵਾਲੇ ਨਾਲ ਕੋਈ ਪੋਜ਼ਿਟਿਵ ਗੱਲ ਕਰਨੀ। ਕਈ ਵਾਰ ਆਪਾਂ ਇਹ ਵੀ ਮੰਨ ਕੇ ਚੱਲਦੇ ਕਿ ਮੈਂ ਇਹਦੇ ਨਾਲ ਲੜਿਆ ਹੈਗਾ ਜਾਂ ਮੈਂ ਇਹਦੇ ਨਾਲ ਗੱਲ ਨਹੀਂ ਕਰਨੀ ਹੈਗੀ ਜਾਂ ਮੈਂ ਇਹਦੇ ਨਾਲ ਕੋਈ ਮਾੜਾ ਹੀ ਬੋਲਣਾ ਹੈਗਾ ਜਾ ਕੇ, ਬਜਾਏ ਇਹਦੇ ਆਪਾਂ ਉਲਟਾ ਕਿਉਂ ਨਹੀਂ ਸੋਚ ਸਕਦੇ ਹੈਗੇ ਕਿ ਮੈਂ ਅੱਜ ਦੇ ਹਿਸਾਬ ਨਾਲ ਉਹਦੇ ਨਾਲ ਗੱਲ ਕਰਾਂਗਾ, ਮੈਂ ਅੱਜ ਉਹਨੂੰ ਕੋਈ ਪੋਜ਼ਿਟਿਵ ਗੱਲ ਕਰਾਂਗਾ ਤੇ ਜੇ ਮੈਨੂੰ ਲੱਗਦਾ ਆਪਾਂ ਇਹ ਕਰਨ ਡੈ ਪਈਏ ਤੇ 100 ਮੁਸੀਬਤਾਂ ਦਾ ਹੱਲ ਹੋ ਜਾਂਦਾ ਹੈਗਾ ਆ। ਫਿਰ ਕਿਤੇ ਨਾ ਕਿਤੇ ਆਪਾਂ ਬੱਚਿਆਂ ਨੂੰ ਵੀ ਇੱਕ ਆਜ਼ਾਦੀ ਦਈਏ, ਉਹਨਾਂ ਨੂੰ ਵੀ ਟਾਈਮ ਦਈਏ ਕਿ ਉਹ ਕਰ ਲੈਣ। ਕਈਆਂ ਨੂੰ ਬਹੁਤ ਬੁਰੀ ਆਦਤ ਹੁੰਦੀ ਹੈ ਬਤੌਰ ਟੀਚਰ ਕਿ ਅਸੀਂ 35 ਮਿੰਟ ਲਗਾਤਾਰ ਕਲਾਸ 'ਚ ਬੋਲਣਾ ਹੀ ਹੈਗਾ, ਜੋ ਮੈਂ ਹੀ ਬੋਲਣਾ ਉਹੀ ਬੱਚੇ ਨੇ ਕਰਨਾ ਹੈਗਾ। ਨਹੀਂ ਬੱਚੇ ਇੱਥੇ ਅਸੀਂ ਕਿਤੇ ਬਰਨਆਊਟ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ ਜੀ। ਅਸੀਂ ਕਹਿੰਦੇ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਸਹੀ ਹੈ, ਪਰ ਕਿਉਂ ਨਹੀਂ ਤੁਸੀਂ ਬੱਚੇ ਦੀ ਆਪਣੀ ਜਿਹੜੀ ਉਹਦੀ ਸਮਝ ਹੈ, ਉਹਦੀ ਆਪਣੀ ਨੌਲੇਜ ਹੈ, ਉਹਨੂੰ ਬਾਹਰ ਲਿਆਂਦੇ ਜੀ। ਉਹਨੂੰ ਵੀ ਤੇ ਤੁਸੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰੋ। ਬੱਚੇ ਨੂੰ ਮੋਰ ਆਟੋਨੋਮੀ ਦਿਓ ਤਾਂ ਕਿ ਉਹ ਆਪਣੀ ਮਰਜ਼ੀ ਨਾਲ, ਆਪਣੀ ਕ੍ਰੀਏਟੀਵਿਟੀ ਦੇ ਨਾਲ ਕੁਝ ਚੀਜ਼ ਡਿਵੈਲਪ ਕਰੇ। ਕੱਲੀ ਆਪਣੀ ਚੀਜ਼ ਨੂੰ ਤੁਸੀਂ ਉਹਦੇ ਤੇ ਨਾ ਥੋਪੋ। ਇਹਨਾਂ ਤੁਹਾਡਾ ਬਰਨਆਊਟ ਤੁਹਾਡਾ ਹੀ ਫਾਇਦਾ ਹੈ, ਕਿਸੇ ਹੋਰ ਦਾ ਨਹੀਂ। ਫਿਰ ਆਪਾਂ ਕੋਈ ਇਸੇ ਪੁਆਇੰਟ ਨੂੰ ਰਿਪੀਟ ਕਰ ਰਹੇ ਹੈਗੇ ਆ
ਕਿ ਕੋਈ ਨਾ ਕੁਝ ਨਵੀਂ ਐਕਟੀਵਿਟੀ, ਮੰਨ ਲਓ ਮੈਂ ਇੱਕ ਲੈਸਨ ਪੜ੍ਹਾ ਵੀ ਰਿਹਾ ਨਾ, ਤੇ ਅਗਲੇ ਸਾਲ ਜਦੋਂ ਮੈਂ ਉਸਨੂੰ ਪੜ੍ਹਾ ਰਿਹਾ ਹੋਵਾਂਗਾ ਜਾਂ ਦੂਸਰੀ ਕਲਾਸ 'ਚ ਮੈਂ ਜਦੋਂ ਪੜ੍ਹਾਉਣ ਚੱਲ ਜਾਵਾਂ ਉਸੇ ਲੈਸਨ ਨੂੰ, ਕਈ ਵਾਰ ਹੁੰਦਾ ਨਾ ਮੈਂ 9th 'ਚ ਲੈਕਚਰ ਲਗਾਇਆ ਤੇ 9th B 'ਚ ਲਗਾਉਣਾ ਹੈਗਾ ਆ, ਜਾਂ ਕਈ ਵਾਰ ਹੁਣ ਜਦੋਂ ਮੈਂ ਕਾਮਰਸ ਪੜ੍ਹਾਉਣਾ ਹੈਗਾ ਆ ਤੇ ਜਿਹੜੇ +1 ਦਾ ਟੌਪਿਕ ਹੁੰਦਾ ਕਈ ਵਾਰ +2 'ਚ ਵੀ ਰਿਪੀਟ ਹੋ ਰਿਹਾ ਹੁੰਦਾ ਇੱਕ ਪ੍ਰਕਾਰ ਨਾਲ, ਤੇ ਮੈਂ ਉਹਨੂੰ ਕਿਉਂ ਨਹੀਂ ਨਵੇਂ ਤਰੀਕੇ ਨਾਲ ਕਰ ਸਕਦਾ? ਕਿਉਂ ਮੈਂ ਮੰਨ ਕੇ ਚੱਲ ਰਿਹਾ ਕਿ ਜੋ 2 ਸ਼ਬਦ ਮੈਂ ਪਹਿਲਾਂ ਬੋਲ ਕੇ ਆਇਆ ਉਹੀ ਮੈਂ ਰਿਪੀਟ ਕਰਨੇ ਹੈਗੇ ਆ? ਕਿਤੇ ਨਾ ਕਿਤੇ ਨਵੀਂ ਚੀਜ਼ ਨੂੰ ਟਰਾਈ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ ਜਦੋਂ ਵੀ ਪੋਸੀਬਲ ਹੋਵੇ। ਬਿਲਕੁਲ ਬਿਲਕੁਲ, ਆਪਣੇ ਆਪ 'ਚ ਹਮੇਸ਼ਾ ਕ੍ਰੀਏਟੀਵਿਟੀ ਦੀ, ਦੇਖੋ ਇਹਨੂੰ ਮੈਂ ਵਰਡ ਦੇਣਾ ਕ੍ਰੀਏਟੀਵਿਟੀ ਜੀ, ਕ੍ਰੀਏਟਿਵ ਰਹੋ। ਤੁਸੀਂ ਰੱਟਾ ਨਹੀਂ ਲਗਾਓਗੇ, ਯੂ ਆਰ ਅ ਟੀਚਰ। ਤੁਸੀਂ ਜੇ ਰੱਟਾ ਲਗਾ ਕੇ ਉਹੀ ਚੀਜ਼ ਉਹਨੂੰ ਪੜ੍ਹਾਉਂਦੇ ਤੇ ਅੱਛਾ, ਕਈਆਂ ਨੇ ਨਾ ਆਦਤ ਹੁੰਦੀ ਨੋਟਸ ਬਣਾਉਣ ਦੀ। ਅੱਛਾ, ਉਹ ਕਈ ਮੈਂ ਇਹੋ ਜਿਹੇ ਟੀਚਰ ਦੇਖੇ ਨੇ, ਉਹਨਾਂ ਨੇ ਡਾਇਰੀ 'ਚ ਨੋਟਸ ਬਣਾਏ ਉਹਨੇ, ਜਿਹੜੇ 20 ਸਾਲ ਪਹਿਲੇ ਉਹ ਡਾਇਰੀ ਨਾਲ ਲਿਆਂਦੇ ਉਹੀ ਡਾਇਰੀ ਤੇ ਲਿਖਾਈ ਜਾਂਦੇ ਨੇ। ਅੱਗੇ ਨਵਾਂ ਕ੍ਰੀਏਟਿਵ ਨਾ ਤਾਂ ਉਹ ਆਪਣੇ ਬ੍ਰੇਨ ਨਾਲ ਸੋਚਦੇ ਨੇ, ਤੇ ਜੇ ਬੱਚੇ ਲਿਖਦੇ ਨੇ ਤੇ ਉਹਨੂੰ ਵੀ ਉਹ ਕਹਿ ਦਿੰਦੇ ਨੇ। 3 Idiot ਫਿਲਮ 'ਚ ਤੁਸੀਂ ਦੇਖਿਆ ਹੋਏਗਾ ਕਿ ਉਹਨੂੰ ਕਹਿੰਦੇ ਵਾਟ ਇਜ਼ ਦ ਡੈਫੀਨੇਸ਼ਨ ਆਫ ਦਾ ਮਸ਼ੀਨ। ਆਮਿਰ ਖਾਨ ਨੇ ਉਹ ਮਸ਼ੀਨ ਦੀ ਡੈਫੀਨੇਸ਼ਨ ਸਿੰਪਲ ਤੇ ਦੱਸ ਦਿੱਤੀ, ਕਹਿੰਦਾ ਨਹੀਂ ਬੁੱਕਿਸ਼ ਡੈਫੀਨੇਸ਼ਨ ਚਾਹੀਦੀ ਹੈ। ਉਹ ਤੇ ਚਲੋ ਛੱਡੋ, ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬੁੱਕ ਦੀ ਡੈਫੀਨੇਸ਼ਨ ਦੱਸੀ ਕਿ ਬੁੱਕ ਕੀ ਹੁੰਦਾ, ਉਹਨੂੰ ਪਤਾ ਨਹੀਂ ਲੱਗਾ ਕਿ ਇਹ ਕੀ ਕਹਿ ਗਿਆ। ਤੇ ਇਹ ਚੀਜ਼ ਹੈ ਕਿ ਬੀ ਪ੍ਰੈਕਟੀਕਲ, ਬੀ ਪੋਜ਼ਿਟਿਵ ਔਰ ਐਕਟਿਵਿਟੀ ਜਿਹੜੀ ਹੈ ਕ੍ਰੀਏਟੀਵਿਟੀ। ਇੱਕ ਮੈਂ ਨਾ CPD ਦਾ ਬਹੁਤ ਨਾਂ ਲੈਣਾ ਹੁੰਦਾ, ਕੰਟੀਨਿਊਅਸ ਪ੍ਰੋਫੈਸ਼ਨਲ ਡਿਵੈਲਪਮੈਂਟ। ਕਿਤੇ ਨਾ ਕਿਤੇ ਕਮੀ ਆ ਰਹੀ ਹੈ। ਵੇਖੋ ਆਪਾਂ ਕਈ ਵਾਰ ਨਾਰਾਜ਼ ਹੁੰਦੇ ਆ ਸਰਕਾਰਾਂ ਨਾਲ ਕਿ ਬਈ ਪ੍ਰਮੋਸ਼ਨ ਬਹੁਤ ਘੱਟ ਹੈਗੀ ਆ ਟੀਚਿੰਗ ਡਿਪਾਰਟਮੈਂਟ ਵਿੱਚ, ਪਰ ਮੈਂ ਕਹਿੰਦਾ ਹੁੰਦਾ ਕਿ ਪ੍ਰਮੋਸ਼ਨ ਹੀ ਡਿਵੈਲਪਮੈਂਟ ਹੈਗੀ ਆ, ਕਿ ਅਸੀਂ ਖੁਦ ਨੂੰ ਡਿਵੈਲਪ ਕਰਨ ਲਈ ਪ੍ਰਮੋਸ਼ਨ ਤੇ ਰੁਕੇ ਰਹਿਣਾ ਹੈਗਾ। ਕਿਉਂ ਨਹੀਂ ਆਪਾਂ ਆਪਣੀ ਡਿਵੈਲਪਮੈਂਟ ਆਪਣੇ ਹਿਸਾਬ ਨਾਲ ਕਰਦੇ ਕਿ ਮੈਂ ਅੱਜ ਤੋਂ 1 ਸਾਲ ਪਹਿਲਾਂ ਮੇਰੇ ਕੋਲ ਆਹ ਡਿਗਰੀ ਨਹੀਂ ਸੀ, ਮੈਂ ਹੁਣ ਪ੍ਰਾਪਤ ਕਰ ਲਈ। ਪਿਛਲੇ ਸਾਲ ਮੇਰੇ ਕੋਲ ਆਹ ਡਿਪਲੋਮਾ ਨਹੀਂ ਸੀ, ਮੈਂ ਹੁਣ ਪ੍ਰਾਪਤ ਕਰ ਲਿਆ। ਪਿਛਲੀ ਵਾਰ ਮੇਰੇ ਕੋਲ ਆਹ ਗਿਆਨ ਨਹੀਂ ਸੀ, ਮੰਨ ਲਓ ਮੇਰੇ ਕੋਲ, ਮੈਂ ਨਹੀਂ ਡਿਪਲੋਮਾ ਲੈਣਾ, ਮੈਂ ਨਹੀਂ ਡਿਗਰੀ ਪ੍ਰੋਫੈਸ਼ਨਲ ਲੈਣੀ, ਮੈਂ ਇਨਫਾਰਮਲ ਵੀ ਇਹਨਾਂ ਵੀ ਬਹੁਤ ਕੁਝ ਸਿੱਖ ਸਕਦਾ ਹੈਗਾ। ਕਿਉਂ ਨਹੀਂ ਮੈਂ ਨਵੇਂ ਸੈਮੀਨਾਰ ਲਗਾ ਪਾਉਂਦਾ? ਕਿਉਂ ਨਹੀਂ ਮੈਂ ਅੱਜ ਕੱਲ ਤੇ ਇੰਟਰਨੈਟ ਤੇ ਇੰਨਾ ਕੁਝ ਅਵੇਲੇਬਲ ਹੈਗਾ ਆ ਜੋ ਮੈਂ ਕਰ ਪਾਉਂਦਾ ਹੈਗਾ। ਤੇ ਕੰਟੀਨਿਊਅਸ ਪ੍ਰੋਫੈਸ਼ਨਲ ਡਿਵੈਲਪਮੈਂਟ ਅਗਰ ਇੱਥੇ ਆਪਾਂ ਆ ਜਾਈਏ ਤੇ ਅੱਧਾ ਬਰਨਆਊਟ ਮੈਨੂੰ ਲੱਗਦਾ ਹੱਲ ਹੋ ਜਾਏ। ਬਿਲਕੁਲ ਬਿਲਕੁਲ, ਦੇਖੋ ਜਦੋਂ ਤੁਸੀਂ ਆਪਣੀ ਡਿਵੈਲਪਮੈਂਟ ਅਤੇ ਕੋਈ ਪ੍ਰੋਫੈਸ਼ਨਲ ਲਰਨਿੰਗ ਕਰਦੇ ਹੋ ਤੇ ਤੁਹਾਡੇ ਬਹੁਤ ਸਾਰੇ ਡਾਊਟਸ ਜਿਹੜੇ ਕ੍ਰੀਏਟ ਹੋਏ ਹੁੰਦੇ ਨੇ ਖਤਮ ਹੋ ਜਾਂਦੇ ਨੇ ਜੀ। ਹੁਣ ਇੱਥੇ ਕਹਿਣਾ ਅਤਿਸ਼ਯੋਕਤੀ ਹੋਏਗਾ ਕਿ ਤੁਹਾਡੇ ਵੱਲ ਦੇਖੀਏ ਤੇ ਤੁਸੀਂ ਵੀ ਮੇਰੇ ਖਿਆਲ 6 ਮਾਸਟਰ ਡਿਗਰੀਆਂ ਕੀਤੀਆਂ ਨੇ, ਕੰਪਲੀਟ ਕਰ ਲਈ, 7ਵੀਂ ਕਰ ਰਹੇ ਹੋ। ਇਹ ਕੀ ਹੈ, ਜੇ ਤੁਸੀਂ ਵੀ ਚਾਹੁੰਦੇ ਆਮ ਟੀਚਰ ਵਾਂਗ ਤੁਸੀਂ ਕਰਕੇ ਠੀਕ ਹੈ ਮੈਨੂੰ ਜੌਬ ਮਿਲ ਗਈ, ਉੱਥੇ ਡੰਪ ਹੋ ਜਾਂਦੇ, ਗੱਲ ਖਤਮ ਕਿ ਹੁਣ ਕੀ ਫਾਇਦਾ ਜੀ ਡਿਗਰੀ ਕਰ ਰਹੇ ਹੈਗਾ। ਠੀਕ, ਲੇਕਿਨ ਤੁਸੀਂ ਕੰਟੀਨਿਊਸਲੀ ਆਪਣੀ ਪ੍ਰੋਫੈਸ਼ਨਲ ਡਿਵੈਲਪਮੈਂਟ ਕਰ ਰਹੇ ਹੋ, ਪ੍ਰੋਫੈਸ਼ਨਲ ਦੇ ਨਾਲ ਆਪਣੀ ਮਾਈਂਡ ਨੂੰ ਜਿਹੜਾ ਡਿਵੈਲਪ ਕਰ ਰਹੇ ਹੋ, ਨਾਲੇ ਉਹਨੂੰ ਇੱਕ ਰਸਤਾ ਦੇ ਰਹੇ ਇੱਕ ਆਮ ਖੋਲ ਰਹੇ ਹੋ ਆਪਣੀ। ਜੇ ਉਹਨੂੰ ਮੈਂ ਕੀ ਨਾ ਰਸਤਾ ਨਹੀਂ ਦੇਵਾਂਗਾ ਤਾਂ ਫਿਰ ਬਰਨਆਊਟ ਹੀ ਹੋਣਾ ਜੀ। ਫਿਰ ਮੈਂ ਤਾਂ ਸੋਚਦਾ ਰਵਾਂਗਾ ਕਿ ਆਹ ਨੈਗੇਟਿਵ ਮੇਰੇ ਨਾਲ ਹੋ ਰਿਹਾ। ਮੈਂ ਹੁਣ ਮੇਰੇ ਕੋਲ ਪੋਜ਼ਿਟਿਵ ਬੋਲਣ ਲਈ ਸੋਚਣ ਲਈ ਹੈ ਨਾ, ਤੁਸੀਂ ਦੱਸਣ ਦਾ ਨਾ ਕਿ ਮੈਂ 7 MA ਕਰ ਰਿਹਾ, ਤੇ ਉਹ ਕਿਤੇ ਨਾ ਕਿਤੇ ਮੇਰੇ ਲਈ ਤੇ ਮਾਣ ਦੀ ਗੱਲ ਹੈਗੀ ਆ ਨਾ ਕਿ ਮੈਂ ਉਹ ਚੀਜ਼ ਕਰ ਪਾਇਆ, ਤੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਲਾਹਾ ਦਿੰਦੀ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ। ਦੇਖੋ ਮੈਂ ਇੱਕ ਡੈਫੀਨੇਸ਼ਨ ਸਿੰਪਲ ਜੀ ਦੇਣਾ ਨਾ, what you are today, you are the sum total of your past। ਅੱਛਾ, ਜੋ ਤੁਸੀਂ ਅੱਜ ਹੋ ਉਹ ਆਪਣੇ ਸਾਰੇ ਪਿਛੋਕੜ ਦਾ ਜੋੜ ਹੋ ਜੀ, ਠੀਕ। ਔਰ ਐਸੀ ਤਰੀਕੇ ਨਾਲ ਜੋ ਅੱਜ ਤੁਸੀਂ ਇਕੱਠਾ ਕਰ ਰਹੇ ਹੋ, ਮੈਨੂੰ ਦੇਖੋ ਅਗਲੀ ਜ਼ਿੰਦਗੀ ਬਾਰੇ ਤਾਂ ਨਹੀਂ ਪਤਾ, ਪਰ ਮੈਂ ਚਾਹਨਾ ਕਿ ਤੁਹਾਡੇ ਨਾਲ ਹੋਰ ਕੁਝ ਨਹੀਂ ਜਾਣਾ, ਜੋ ਪੈਸਾ ਦੌਲਤ ਸਭ ਇੱਥੇ ਰਹਿਣੀ ਹੈ, ਲੇਕਿਨ ਨੌਲੇਜ ਕਿਤੇ ਨਾ ਕਿਤੇ ਰੂਪ ਦੇ ਵਿੱਚ, ਜਿਵੇਂ ਕ੍ਰਿਸ਼ਨ ਜੀ ਨੂੰ ਆਪਣੀ ਗੀਤਾ ਚ ਉਪਦੇਸ਼ ਦਿੰਦੇ ਨੇ ਕਿ ਉਹ ਨੌਲੇਜ ਜਿਹੜੀ ਹੈ ਨਾ ਉਹ ਜ਼ਰੂਰ ਤੁਹਾਨੂੰ ਅਗਲੇ ਜਨਮਾਂ ਤੱਕ ਕੈਰੀ ਕਰਕੇ ਨਾਲ ਜਾਂਦੀ ਹੈ ਤੁਹਾਡੇ, ਔਰ ਜੋ ਤੁਸੀਂ ਆਪਣੀ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਦੇ ਹੋ ਹੈਲਪਫੁਲ ਹੁੰਦੀ ਹੈ। ਅੱਛਾ, ਲੀਵ ਟੀਚਿੰਗ ਐਟ ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ, ਸਭ ਤੋਂ ਜ਼ਰੂਰੀ ਚੀਜ਼ ਹੈ, ਬਹੁਤ ਇੰਪੋਰਟੈਂਟ, ਕਿ ਪੜ੍ਹਾਈ ਨੂੰ ਆਪਣੀ, ਦੇਖੋ ਤੁਹਾਡੇ ਕੋਲ ਹਰ ਬੰਦੇ ਦੀ ਅਲੱਗ-ਅਲੱਗ ਲਾਈਫ ਨੇ, ਜਿਵੇਂ ਕਹਿੰਦੇ ਇੱਕ ਤਸਵੀਰ ਦੇ ਬੜੇ ਰੁੱਖ ਹੁੰਦੇ ਨੇ, ਬੰਦੇ ਕੋ ਆਪਣੀ ਪ੍ਰੋਫੈਸ਼ਨਲ ਲਾਈਫ ਹੈ, ਫੈਮਿਲੀ ਲਾਈਫ ਹੈ, ਪਰਸਨਲ ਲਾਈਫ ਹੈ, ਹਰ ਸੋਸ਼ਲ ਲਾਈਫ ਹੈ। ਜਿਹੜੀ ਪ੍ਰੋਫੈਸ਼ਨਲ ਲਾਈਫ ਹੈ ਉਹਨੂੰ ਪ੍ਰੋਫੈਸ਼ਨ ਦੇ ਵਿੱਚ ਆਪਣੇ ਸਕੂਲ 'ਚ ਛੱਡ ਕੇ ਆਓ। ਠੀਕ ਹੈ, ਡਿਸਕਸ਼ਨ ਦਾ ਮੁੱਦਾ ਨਾ ਬਣਾ ਕੇ ਬੈਠ ਜੀ। ਜਦੋਂ ਪ੍ਰੋਫੈਸ਼ਨਲ ਲਾਈਫ ਨੂੰ ਤੁਸੀਂ ਫੈਮਿਲੀ ਲਾਈਫ ਦੇ ਨਾਲ ਜਾਂ ਆਪਣੀ ਪਰਸਨਲ ਲਾਈਫ ਨਾਲ, ਸੋਸ਼ਲ ਲਾਈਫ ਨਾਲ ਇੰਟਰਮਿੰਗਲ ਕਰਦੇ ਹੋ ਤੇ ਉਹ ਇੰਟਰ ਕਨਫਲਿਕਟ ਪੈਦਾ ਹੋ ਜਾਂਦਾ ਹੈ, ਔਰ ਉਦੋਂ ਤੁਸੀਂ ਸਟ੍ਰੈਸ ਚਲੇ ਜਾਂਦੇ ਹੋ। ਜਿਵੇਂ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਸਕੂਲ ਦੇ ਵਿੱਚ ਤਾਂ ਚੱਲ ਨਹੀਂ ਰਿਹਾ ਨੈਟ ਜੀ, ਸਾਈਟ ਖੁੱਲ ਨਹੀਂ ਰਹੀ, ਡਾਟਾ ਅਸੀਂ ਭਰਨਾ, ਕੀ ਕਰੀਏ ਤੇ ਕੀ ਹੋਏਗਾ, ਅਸੀਂ ਸਮਾਨ ਚੁੱਕ ਕੇ ਘਰ ਲੈ ਆਵਾਂਗੇ, ਸਕੂਲ ਰਜਿਸਟਰ ਨਹੀਂ ਪੂਰੇ ਹੋਏ ਜੀ, ਅਸੀਂ ਘਰ ਲੈ ਆਵਾਂਗੇ, ਉਹਦੇ ਨਾਲ ਕੀ ਬਣੇਗਾ, ਘਰ ਦਾ ਮਾਹੌਲ ਵੀ ਹੋਏਗਾ, ਘਰ ਦੇ ਕਹਿਣਗੇ ਵੀ ਹਾਂਜੀ ਕਿ ਤੁਸੀਂ ਤਾਂ ਸਕੂਲ ਦਾ ਕੰਮ ਵੀ ਇੱਥੇ ਆ ਕੇ ਵੀ ਇਹੀ ਕਰੇ, ਤੁਹਾਨੂੰ ਕਦੋਂ ਟਾਈਮ ਦੇਣਾ। ਤਾਂ ਇਸ ਕਰਕੇ ਲੀਵ ਟੀਚਿੰਗ ਐਟ ਸਕੂਲ, ਬੀ ਪ੍ਰੋਫੈਸ਼ਨਲ, ਸਕੂਲ ਕਰੋ ਪੂਰੇ ਦਿਲ ਲਗਾ ਕੇ, ਜਿੰਨੀ ਦੇਰ ਤੱਕ ਤੁਸੀਂ ਬੈਠੇ ਹੋ ਫਿਰ ਤੁਸੀਂ ਬਰਨਆਊਟ ਦਾ ਸ਼ਿਕਾਰ ਨਹੀਂ ਹੋਵੋਗੇ। ਦੈਟ ਇਜ਼ ਵਨ ਆਫ ਦਾ ਵੈਰੀ ਮੇਜਰ ਟੈਕਨੀਕ which help you to come out from the
ਬਰਨਆਊਟ ਆਈ ਥਿੰਕ। ਜੀ ਇਵਨ ਕੀ ਨਾ ਹੈ ਅਬਦੁਲ ਕਲਾਮ ਜੀ ਨੇ ਵੀ ਇਹਦੇ ਬਾਰੇ ਕਿਹਾ ਹੈਗਾ ਸੀ ਕਿ ਕਿਤੇ ਨਾ ਕਿਤੇ ਸਾਨੂੰ ਪ੍ਰੋਫੈਸ਼ਨਲੀ ਸੋਚਣਾ ਚਾਹੀਦਾ ਕਿ ਜੋ ਚੀਜ਼ ਸਾਡੀ 5 ਵਜੇ ਅਗਰ ਆਫਿਸ ਪੂਰਾ ਹੋ ਗਿਆ ਆ ਤੇ ਆਪਾਂ ਉਹਨੂੰ ਛੱਡੀਏ। ਮੈਂ ਨਹੀਂ ਕਹਿੰਦਾ ਕਿ ਕੰਮ ਨਾ ਕਰੀਏ, ਪਰ ਕਈ ਵਾਰ ਆਪਾਂ ਕੰਮ ਘੱਟ ਤੇ ਡਿਸਕਸ਼ਨ ਜ਼ਿਆਦਾ ਕਰਦੇ ਆਪਾਂ ਕੰਮ ਤਿੰਨ ਲਾਈਨ ਹੈਗੀ ਹੈ, ਕੰਮ ਘੱਟ ਤੇ ਕਰਨਾ ਕਰੀਏ ਕੰਮ, ਮਗਰ ਉਹਨੂੰ ਸਿਰਫ ਡਿਸਕਸ਼ਨ ਦਾ ਮੁੱਦਾ ਨਾ ਬਣਾ ਛੜੀਏ ਕਿ ਕਈ ਵਾਰ ਹੁੰਦਾ ਕੀ ਹੈ ਕਿ ਆਪਾਂ ਸਿਰਫ ਡਿਸਕਸ਼ਨ ਵਾਸਤੇ ਹੀ ਉਹਨੂੰ ਲੈ ਜਾਂਦੇ ਹੈਗੇ ਆ ਕਿ ਕੀ ਨਾ ਆ ਅਸੀਂ ਆਹ ਕੰਮ ਕੀਤਾ, ਅਸੀਂ ਆ ਇਸ ਤਰ੍ਹਾਂ ਕਰਾਂਗੇ, ਤੇ ਬਜਾਏ ਉਹਦੇ ਕਿ ਆਪਾਂ ਐਕਚੁਅਲੀ ਕੁਝ ਕਰਨ ਦੇ। ਤੇ ਇਹ ਚੀਜ਼ ਨੂੰ ਅਗਰ ਆਪਾਂ ਧਿਆਨ ਦੇ ਦਈਏ ਤੇ ਮੈਨੂੰ ਲੱਗਦਾ ਆ ਸਾਡੀ 100 ਮੁਸੀਬਤਾਂ ਦਾ ਹੱਲ ਹੋ ਜਾਂਦਾ ਹੈਗਾ ਆ। ਤੇ ਇਸ ਕਰਕੇ ਸਾਨੂੰ ਇਹ ਸੋਚਣਾ ਚਾਹੀਦਾ ਹੈਗਾ ਆ ਕਿ ਲੀਵ ਟੀਚਿੰਗ ਐਟ at your workplace. जी। Celebrate what it means to be a teacher. देखो सब तो तुसी एक टीचर हो और सैलीब्रेशन ਤੁਹਾਡਾ ਹੱਕ ਹੈ ਜੀ। ਤੁਸੀਂ ਜੋ ਚੀਜ਼ ਅਚੀਵ ਕਰਦੇ ਹੋ, ਜੋ ਤੁਸੀਂ ਆਪਣੇ ਸਟੂਡੈਂਟ ਦੇ ਨਾਲ ਜਿਹੜਾ ਐਕਸਪਲੇਨ ਕਰਦੇ ਹੋ, ਸ਼ੇਅਰ ਕਰਦੇ ਹੋ, ਉਸ ਨੂੰ ਸੈਲੀਬ੍ਰੇਟ ਕਰਨਾ ਵੀ ਜਿਹੜਾ ਹੈ ਇੱਕ ਅਧਿਆਪਨ ਦਾ ਹਿੱਸਾ ਹੈਗਾ। ਅੱਛਾ, ਠੀਕ। ਛੋਟੀ ਗੱਲਾਂ ਨੂੰ ਆਪਾਂ ਛੋਟੀ ਚੀਜ਼ ਨੂੰ ਸੈਲੀਬ੍ਰੇਟ ਕਰਦੇ ਹਾਂ ਬੇਟਾ। ਅੱਛਾ, ਇੱਕ ਇਹ ਬੜੀ ਮੋਟੀਵੇਸ਼ਨਲ ਹੈ ਚੀਜ਼। ਮੰਨ ਲਓ ਬੱਚੇ ਨੇ ਇੱਕ ਸਵਾਲ ਦਾ ਜਵਾਬ ਦਿੱਤਾ, ਵੈਰੀ ਗੁੱਡ, ਤੂੰ ਬਹੁਤ ਵਧੀਆ ਕੀਤਾ, ਕਲੈਪਿੰਗ ਫॉर ਦ ਚਾਈਲਡ ਜਿਹੜਾ ਆਟੋਮੈਟਿਕਲੀ ਮੋਟੀਵੇਟ ਹੋ ਗਿਆ। ਅੱਛਾ, ਤੁਸੀਂ ਆਪਣੇ ਕੰਮ 'ਚ ਅੱਜ ਟਾਰਗੇਟ ਪੂਰਾ ਕੀਤਾ, ਤੁਸੀਂ 3 ਸਵਾਲ ਕਰਾਉਣਾ ਚਾਹੁੰਦੇ ਸੀ ਕਲਾਸ 'ਚ, ਤੁਸੀਂ ਕਰਾਏ, ਬੱਚਿਆਂ ਨੇ ਕਰ ਲਏ, ਤੇ ਤੁਸੀਂ ਉਸ ਚੀਜ਼ ਦੇ ਉੱਤੇ ਉਹਨੂੰ ਸੈਲੀਬ੍ਰੇਟ ਕਰਨਾ ਆਪਣੇ ਦਿਲ ਦੇ ਵਿੱਚ, ਡਿਸਾਈਡ ਨਹੀਂ ਕਿ ਯੈਸ ਹਾਂ ਬਈ ਮੈਂ ਜੋ ਅੱਜ ਅਚੀਵ ਕਰਨਾ ਚਾਹਿਆ ਸੀਗਾ ਉਹ ਮੈਂ ਅੱਜ ਅਚੀਵ ਕਰ ਲਿਆ, ਔਰ ਸੈਲੀਬ੍ਰੇਟ ਇਟ ਜੀ। ਇਹਦੇ ਨਾਲ ਤੁਹਾਡਾ ਬਰਨਆਊਟ ਘਟੇਗਾ, ਸਟ੍ਰੈਸ ਘਟੇਗੀ। ਯੈਸ ਮੈਂ ਹੁਣ ਤੁਸੀਂ ਦੇਖੋ ਕਿਸੇ ਦਿਨ ਤੁਸੀਂ ਜੋ ਕੰਮ ਸੋਚੇ ਹੁੰਦੇ ਪੂਰੇ ਹੋ ਜਾਂਦੇ ਨੇ ਨਾ, ਤੇ ਸ਼ਾਮੀ ਜਦੋਂ ਤੁਸੀਂ ਆਪਣੇ ਬੈੱਡ ਤੇ ਜਾ ਕੇ ਬੈਠੇ ਕਹਿੰਦੇ ਯਾਰ ਅੱਜ ਦਾ ਦਿਨ ਸਫਲ ਹੋ ਗਿਆ, ਕਹਿੰਦੇ ਕਿਉਂ ਸਫਲ ਹੋ ਗਿਆ? ਯਾਰ ਜਿੰਨੇ ਕੰਮ ਸੋਚੇ ਨੇ ਸਾਰੇ ਹੋ ਗਏ। ਅੱਛਾ, ਠੀਕ ਹੋ ਗਿਆ ਨਾ, ਇਹ ਸੈਲੀਬ੍ਰੇਸ਼ਨ ਹੈ। ਠੀਕ ਆ, ਪਰ ਇਹ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਆ। What are you going to do? Take a few minutes and think about what we discussed. ਠੀਕ ਹੈ ਨਾ, ਕਿਤੇ ਨਾ ਕਿਤੇ ਇਸ ਚੀਜ਼ ਤੇ ਜ਼ੋਰ ਅਗਰ ਆਪਾਂ ਰੱਖਾਂਗੇ ਕਿ ਆਪਾਂ ਕੀ ਕਰਨ ਜਾ ਰਹੇ ਹੈਗੇ, ਸਾਨੂੰ ਐਟਲੀਸਟ ਪਤਾ ਹੋਵੇ। ਮੈਂ ਕਈ ਵਾਰ ਸੋਚਦਾ ਨਾ ਕਿ ਟੀਚਰ ਨੂੰ ਹੀ ਨਹੀਂ ਪਤਾ ਹੁੰਦਾ ਕਿ ਆਪਾਂ ਕੀ ਕਰਨ ਜਾ ਰਹੇ ਹੈਗੇ ਆ। ਜੇ ਸਾਨੂੰ ਉਹ ਪਤਾ ਹੋਵੇ, ਕੁਝ ਮਿੰਟ ਆਪਾਂ ਉਹਦੇ ਬਾਰੇ ਸੋਚ ਕੇ ਫਿਰ ਤੁਰੀਏ, ਤੇ ਕਿਤੇ ਨਾ ਕਿਤੇ ਬਹੁਤ ਸਾਰੀ ਮੁਸ਼ਕਲਾਂ ਦਾ ਹੱਲ ਹੋ ਜਾਂਦਾ। ਵਰਕ ਯੂਰ ਪਲਾਨ ਜੀ। ਠੀਕ ਆ, ਠੀਕ ਹੈ, ਔਰ ਪਲਾਨ ਯੂਰ ਵਰਕ, ਦੋਨੋਂ ਚੀਜ਼ਾਂ ਨੇ। ਠੀਕ ਹੈ, ਤੇ ਆਪਾਂ ਕਿਤੇ ਨਾ ਕਿਤੇ ਇਸ ਕੈਰੀਅਰ ਵਿੱਚ, ਕਿਉਂਕਿ ਬਹੁਤ ਵਧੀਆ ਕੈਰੀਅਰ ਆ ਸਾਡਾ, ਇਹਦੇ ਵਿੱਚ ਆਪਾਂ ਇਹਨੂੰ ਬਚਾਉਣ ਲਈ ਸੋਚਣਾ ਹੈਗਾ ਆ ਕਿ ਕਿਤੇ ਨਾ ਕਿਤੇ ਬਰਨਆਊਟ ਤੋਂ ਆਪਾਂ ਬਚਣਾ ਹੈਗਾ ਆ। ਰਿਡਿਊਸ ਕਰੀਏ ਆਪਣਾ ਵਰਕਲੋਡ, ਕਿਸ ਤਰ੍ਹਾਂ ਕਰ ਸਕਦੇ ਹੈਗੇ ਉਹਨੂੰ ਸੋਚੀਏ। ਕਿ ਇਹ ਨਹੀਂ ਕਿ ਕਈ ਵਾਰ ਕੀ ਹੁੰਦਾ, ਕੁਝ ਲੋਕ ਨਾ ਸਟ੍ਰੈਸ ਵਿੱਚ ਜ਼ਿਆਦਾ ਰਹਿੰਦੇ ਹੈਗੇ ਨੇ, ਉਸ ਚੀਜ਼ ਤੋਂ ਵੀ ਬਚਣਾ ਆ। ਠੀਕ ਹੈ, ਕੰਮ ਤਾਂ ਸਾਰਿਆਂ ਨੂੰ ਪੈਣਾ ਹੈਗਾ ਆ, ਮਗਰ ਆਪਾਂ ਉਹਦੇ ਸੋਲੂਸ਼ਨ ਲੱਭਣ ਵਿੱਚ ਧਿਆਨ ਦਈਏ ਕਿ ਸੋਲੂਸ਼ਨ ਕੀ ਹੋ ਸਕਦਾ ਹੈ। ਦੇਖੋ ਮੇਰੇ ਇੱਕ ਦੋਸਤ ਨੇ ਜੀ IIM ਬੈਂਗਲੌਰ ਤੋਂ, ਉਹਨਾਂ ਨੇ ਡਾਕਟਰੇਟ ਕੀਤੀ ਹੈ। ਉਹਨਾਂ ਨੂੰ ਮੈਂ ਕਈ ਵਾਰੀ ਚੀਜ਼ ਪੁੱਛਦਾ ਵੀ ਦੋਸਤ ਕਿ ਉਹ ਸਵਾਸਥ ਐਨਾਲਿਸਿਸ ਦੀ ਗੱਲ ਤੇ ਕਰਦੇ ਨੇ, ਉਹਦੇ ਨਾਲ ਗੱਲ ਕਰਦੇ ਕਹਿੰਦੇ ਜੇ ਕਿ ਮੈਨੂੰ 20 ਦਿਨ ਕੰਮ ਕਰਨ ਨੂੰ ਮਿਲਣਗੇ ਨਾ, ਤੇ ਪਹਿਲੇ ਉਸ ਕੰਮ ਨੂੰ ਕਰਨ ਦੇ ਅਲੱਗ-ਅਲੱਗ ਤਰੀਕਿਆਂ ਨੂੰ ਮੈਂ ਸੋਚਣ ਵਾਸਤੇ 10 ਦਿਨ ਲਗਾਵਾਂਗਾ। ਓਕੇ, ਠੀਕ ਹੈ। ਔਰ ਉਸ ਤੋਂ ਬਾਅਦ ਉਹਦਾ ਸਾਰੀ ਪਲੈਨਿੰਗ 3-4 ਦਿਨਾਂ 'ਚ ਕਰਕੇ ਤੇ ਉਹ ਕੰਮ ਨੂੰ ਮੈਂ 20 ਦੀ ਬਜਾਏ 15 ਦਿਨਾਂ 'ਚ ਕੰਪਲੀਟ ਕਰਾਂਗਾ। ਪਰ ਮੈਂ ਉਸ ਚੀਜ਼ ਨੂੰ ਸੋਚਾਂਗਾ, ਪਲੈਨਿੰਗ ਕਰਾਂਗਾ, ਔਰ ਹਰ ਕੰਮ ਟਾਈਮ ਮੈਨੇਜਮੈਂਟ ਦੇ ਨਾਲ ਕਰਾਂਗਾ। ਹੁਣ ਜਿਵੇਂ ਤੁਸੀਂ ਅਗਲੀ ਸਲਾਈਡ 'ਚ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਰੀਚਾਰਜ ਕਰੀਏ ਨਾ, ਬੋਡੀ ਨੂੰ ਰੀਚਾਰਜ ਹਰ ਚੀਜ਼ ਕਰਦੀ ਹੈ। ਜੈਸਾ ਅਸੀਂ ਅੰਨ ਖਾਂਦੇ ਹਾਂ, ਜਿਸ ਤਰੀਕੇ ਦਾ ਸਾਡਾ ਰਹਿਣ ਸਹਿਣ ਹੈ, ਜਿਵੇਂ ਤੁਸੀਂ ਨੀਂਦ ਦੀ ਗੱਲ ਕੀਤੀ, ਜੇ ਈਟ ਪ੍ਰੋਪਰਲੀ ਕਰਨਾ, ਜੇ ਈਟ ਹੀ ਕਰ ਰਹੇ ਹਾਂ ਗਲਤ ਕਰ ਰਹੇ ਹਾਂ, ਖਾ ਪੀ ਗਲਤ ਰਹੇ ਹਾਂ, ਔਰ ਕੋਈ ਸਾਤਵਿਕ ਡਾਈਟ ਨਹੀਂ ਹੈ ਸਾਡੀ, ਉਹ ਵੀ ਸਾਡੇ ਨੋ ਡਾਊਟ ਸਟ੍ਰੈਸ ਵਧਾਉਂਦੀ ਹੈ। ਐਕਸਰਸਾਈਜ਼ ਨਹੀਂ ਕਰ ਰਹੇ, ਉਹ ਵੀ ਸਟ੍ਰੈਸ ਵਧਾਉਂਦੀ ਹੈ। ਜੇ ਰਿਲੈਕਸ ਨਹੀਂ ਹੋ ਰਹੇ, ਪੂਰੀ ਨੀਂਦ ਨਹੀਂ ਲੈ ਰਹੇ, ਆਪਣੇ ਵਾਸਤੇ ਸਮਾਂ ਨਹੀਂ ਕੱਢ ਰਹੇ, ਇਹ ਬੜਾ ਇੰਪੋਰਟੈਂਟ ਹੈ। ਦੈਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਥਿੰਗ। ਆਪਣੇ ਲਈ ਸਮਾਂ ਕੱਢੋ। ਅਧਿਆਪਕ ਸਾਥੀਓ, ਮੈਂ ਤੁਹਾਡੇ ਅਧਿਆਪਕ ਸਾਥੀ ਹਰ ਇੱਕ ਬੰਦੇ ਨੂੰ ਕਹਿਣਾ ਕਿ ਘੱਟੋ ਘੱਟ ਆਪਣੇ ਨਾਲ ਬਹਿ ਕੇ ਚਾਹ ਇੱਕ ਜਾਂ ਕਾਫੀ ਜੋ ਤੁਸੀਂ ਪੀਂਦੇ ਹੋ ਨਾ, ਅੱਧਾ ਘੰਟਾ ਜ਼ਰੂਰ ਪੀਆ ਕਰੋ। ਕਹਿੰਦੇ ਆਪਣੇ ਨਾਲ ਬਹਿ ਕੇ ਪੀਆ ਕਰੀਏ, ਕੀ ਮਤਲਬ? ਮੈਂ ਕਿਹਾ ਉਹ ਟਾਈਮ ਸਿਰਫ ਤੁਸੀਂ ਆਪਣੇ ਨੂੰ ਦਿਓ। ਯਾਨੀ ਕਾਫੀ ਤੁਹਾਡੇ ਕੋਲ ਹੋਵੇ, ਤੁਹਾਡੇ ਕੋਲ ਉਹ ਮਿਊਜ਼ਿਕ ਹੋਵੇ ਜਿਹੜਾ ਤੁਹਾਨੂੰ ਦੀ ਬੈਸਟ ਤੁਹਾਡਾ ਸ਼ੌਂਕ ਹੈ, ਜੋ ਤੁਹਾਨੂੰ ਪਸੰਦ ਹੈ, ਉਹਨੂੰ ਸੁਣੋ ਜਾਂ ਜੋ ਵੀ ਤੁਸੀਂ, ਔਰ ਇਕੱਲੇ ਰਿਲੈਕਸ ਹੋ ਕੇ ਬੈਠ ਜਾਓ। ਠੀਕ ਹੈ, ਉਹ ਹੈ ਮੀ ਟਾਈਮ। ਇਹ ਨਹੀਂ ਕਿ 10 ਬੰਦਿਆਂ 'ਚ ਬਹਿ ਕੇ ਤੁਸੀਂ ਚਾਹ ਪੀਣ ਡਏ ਹੋ, ਗੱਲਾਂ ਤੇ ਮਾਰੀ ਜਾ ਰਹੇ ਆ, ਤੇ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਟਾਈਮ ਕੀ ਗਿਆ। ਉਹ ਤਾਂ ਤੁਸੀਂ ਆਪਣਾ ਸਟ੍ਰੈਸ ਵਧਾ ਲਿਆ। ਜੀ 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 ਜੀ।
ਅਸੀਂ ਗੱਲ ਕਰਦੇ ਹੁੰਦੇ ਆ ਕਿ ਰੀਕਨੈਕਟ ਰਹੀਏ ਆਪਣਾ ਸੋਸ਼ਲ ਨੈਟਵਰਕ। ਹੁਣ ਤਾਂ ਬੜਾ ਆਪਸ਼ਨ ਬੜੇ ਵਧੀਆ ਹੈਗੇ ਨੇ, ਪਰ ਹਜੇ ਵੀ ਕਈ ਲੋਕ ਕੱਲਾ ਮਹਿਸੂਸ ਕਰਦੇ ਹੈਗੇ, ਉਹ ਤੋਂ ਆਪਾਂ ਕਿਸ ਤਰ੍ਹਾਂ ਬਚਣਾ ਹੈ? ਬਿਲਕੁਲ ਦੇਖੋ ਜੀ, ਰੀਕਨੈਕਟ ਜਿਹੜਾ ਜ਼ਰੂਰ, ਜੇ ਤੁਸੀਂ ਆਪਣੇ ਆਪ 'ਚ ਇਕੱਲੇ ਰਹੋਗੇ ਨਾ, ਤੇ ਪੰਜਾਬੀ 'ਚ ਕਹਾਵਤ ਹੈ, ਇਕੱਲਾ ਮਨ ਸ਼ੈਤਾਨ ਦਾ ਘਰ। ਠੀਕ ਹੈ ਜੀ, ਇਕੱਲੇ ਮਨ 'ਚ ਰਹਿਣ ਦੇ ਨਾਲ ਤੁਸੀਂ ਬਹੁਤ ਸਟ੍ਰੈਸ 'ਤੇ ਚਲੇ ਜਾਓਗੇ, ਆਪਣੀਆਂ ਹੀ ਪ੍ਰੋਬਲਮਸ ਕ੍ਰੀਏਟ ਕਰੀ ਜਾਓਗੇ, ਆਪੇ ਹੀ ਸੋਲੂਸ਼ਨ ਲੱਭੀ ਜਾਓਗੇ, ਫਿਰ ਉਹ ਸੋਲੂਸ਼ਨਾਂ ਦੇ ਵਿੱਚ ਫਿਰ ਫਸ ਜਾਓ, ਮੱਕੜ ਜਾਲ ਦੇ ਵਿੱਚ ਫਸ ਜਾਓਗੇ। ਤੇ ਇੱਕ ਦੂਸਰੇ ਨਾਲ ਸੰਪਰਕ ਕਰਕੇ ਤੁਸੀਂ ਉਹ ਸੋਲੂਸ਼ਨ ਇੱਕ ਦੂਜੇ ਤੋਂ ਲੱਭ ਸਕਦੇ ਹੋ। ਬਿਲਡ ਏ ਪ੍ਰੋਫੈਸ਼ਨਲ ਸਪੋਰਟ ਨੈਟਵਰਕ। ਅੱਜ ਤਾਂ YouTube ਤੇ ਕਰੋ, ਤੁਸੀਂ Facebook ਬੜੇ ਵਧੀਆ ਬਣੇ, WhatsApp ਗਰੁੱਪ ਬਣੇ ਨੇ, ਅਟੈਂਡ ਕਾਨਫਰੰਸਿਸ ਤੁਸੀਂ ਜਿਹੜੇ ਆਪਣੀ ਹਿਊਮਨ ਡਿਵੈਲਪਮੈਂਟ ਵਾਸਤੇ ਜਿਹੜਾ ਉਹਦੇ ਵਾਸਤੇ ਕਰ ਸਕਦੇ, ਪਰਸਨੈਲਿਟੀ ਡਿਵੈਲਪਮੈਂਟ ਤੇ ਬਲੌਗ ਤੇ ਜਾ ਸਕਦੇ ਹੋ, ਟੇਕ ਕਲਾਸਿਸ ਕਰ ਸਕਦੇ ਹੋ। ਇਹੋ ਜਿਹੇ ਕਈ ਪ੍ਰੋਗਰਾਮ ਨੇ। ਅੱਜ ਦੀ ਸੋਸ਼ਲ ਮੀਡੀਆ ਇੰਨਾ ਐਕਟਿਵ ਹੈ, ਪਰ ਉਹ ਵੀ ਓਵਰ ਐਕਟਿਵ ਹੈ, ਕਿਤੇ ਇਹ ਵੀ ਧਿਆਨ ਨਾਲ ਚੂਜ਼ ਪਿਕ ਐਂਡ ਚੂਜ਼ ਦੀ ਗੱਲ ਹੈ। ਸਮੱਸਿਆ ਸਰ ਪਤਾ ਕੀ ਆ ਰਹੀ ਹੈ, ਵੇਖੋ ਬਲੌਗ ਵਰਡ ਇਹਨਾਂ ਨੇ ਲਿਖਿਆ ਹੈਗਾ ਤੇ ਮੈਂ ਬਲੌਗ ਤੇ ਬੜਾ ਜ਼ੋਰ ਦਿੰਦਾ ਕਿ ਵੀ ਟੀਚਰ ਜਿਹੜਾ ਹੈਗਾ ਨਾ, ਅਗਰ ਉਹਕੋ ਨਾ, ਮੈਨੂੰ ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਤੁਹਾਨੂੰ ਅਗਰ ਕੋਈ ਮੁਸ਼ਕਲ ਨਾ ਹੋਏ ਤਾਂ ਕੀ ਤੁਸੀਂ ਮੈਨੂੰ ਆਪਣੀ ਐਪ ਚੈੱਕ ਕਰਾ ਸਕਦੇ ਜੇ? ਆਂਦੇ ਕਿਹੜੀ ਵੇਖਣਾ ਚਾਹੁੰਦੇ? ਮੈਂ ਬਲੌਗਰ ਦੀ ਹੈਗੀ ਜੇ? ਕਹਿੰਦੇ ਨਹੀਂ ਜੀ ਉਹ ਨਹੀਂ ਹੈਗੀ। ਮੈਂ ਫੇਸਬੁੱਕ ਹੈਗਾ ਆ, ਸਾਡੇ ਕੋਲ ਟਵਿੱਟਰ ਵੀ ਹੈਗਾ ਆ, ਟਿਕਟੌਕ ਪਹਿਲਾਂ ਹੈਗਾ ਜੀ, ਉਹ ਤਾਂ ਚਲੋ ਸਰਕਾਰ ਨੇ ਡਿਲੀਟ ਕਰਵਾਤਾ, ਨਹੀਂ ਤੇ ਉਹ ਵੀ ਰੱਖਿਆ ਸੀ ਅਸੀਂ, ਤੇ ਇੰਸਟਾਗ੍ਰਾਮ ਵੀ ਹੈਗਾ ਜੀ, ਸਾਰੇ ਹੈਗੇ ਆ। ਪਰ ਟੀਚਰ ਦਾ ਬਲੌਗ ਹੋਣਾ ਚਾਹੀਦਾ, ਮੈਨੂੰ ਲੱਗਦਾ ਬਲੌਗਰ ਹੋਣਾ ਚਾਹੀਦਾ ਕਿ ਟੀਚਰ ਕੁਛ ਤੇ ਲਿਖਦਾ ਹੋਏਗਾ ਨਾ। ਇਹ ਕਿਸ ਤਰ੍ਹਾਂ ਟੀਚਰ ਹੈ ਜਿਹੜਾ ਕੁਛ ਨਹੀਂ ਪੜ੍ਹਦਾ ਹੈਗਾ ਤੇ ਕੁਛ ਨਹੀਂ। ਇੱਕ ਮੈਂ ਦੂਸਰੀ ਕਹਿੰਦਾ ਨਾ, ਕਿੰਡਲ ਹੈਗੀ ਜੇ, ਆਂਦੇ ਉਹ ਕੀ ਹੁੰਦੀ ਆ? ਮੈਂ ਐਮਾਜ਼ਨ ਨੇ ਕਿੰਡਲ ਬਹੁਤ ਵਧੀਆ ਚੀਜ਼ ਬਣਾਈ ਜੇ, ਤੁਸੀਂ ਡਾਊਨਲੋਡ ਤੇ ਕਰੋ, ਕਿਤਾਬਾਂ ਪੜ੍ਹ ਸਕਦੇ ਹੋ, ਈ-ਬੁੱਕ ਪੜ੍ਹ ਸਕਦੇ ਜੇ। ਹੁਣ ਇਹ ਕਿਹੋ ਜਿਹਾ ਟੀਚਰ ਹੈਗਾ ਜਿਹਨੂੰ ਬਲੌਗਰ ਦਾ ਵੀ ਨਹੀਂ ਪਤਾ, ਕਿੰਡਲ ਦਾ ਵੀ ਨਹੀਂ ਪਤਾ ਹੈਗਾ, ਤੇ ਫੇਸਬੁੱਕ ਤੇ ਉਹ ਸਾਰੀਆਂ ਚੀਜ਼ਾਂ ਵੇਖਦਾ ਰਹਿੰਦਾ, ਉਹ ਸਾਰੀਆਂ ਰੀਲਾਂ ਹੁਣ ਕੀ ਨਾ ਆਇਆ ਟਿਕਟੌਕ ਵਾਲੀਆਂ ਛੱਡ ਕੇ ਤੇ ਇੰਸਟਾਗ੍ਰਾਮ ਤੇ ਵੇਖਣ ਡਿਆ ਪਿਆ ਹੈਗਾ। ਤੇ ਇਹ ਕਿਸ ਤਰ੍ਹਾਂ ਹੱਲ ਹੋਏਗਾ? ਉਹ ਰੀਕਨੈਕਸ਼ਨ ਗਲਤ ਹੋ ਗਿਆ ਨਾ ਜੀ। ਰੀਕਨੈਕਸ਼ਨ ਕਰਨਾ ਆ, ਮਗਰ ਸਹੀ ਕਰਨਾ। ਅਸੀਂ ਸਹੀ ਕਾਨਫਰੰਸ ਅਟੈਂਡ ਕਰੀਏ, ਸਹੀ ਕਲਾਸਿਸ ਅਟੈਂਡ ਕਰੀਏ। ਅੱਛਾ, ਮੈਂ ਇੱਕ ਚੀਜ਼ ਕਹਾਂ, ਜੇ ਬਲੌਗ ਨਹੀਂ ਵੀ ਲਿਖਦੇ ਨਾ, ਤਾਂ ਪੁਰਾਣੀ ਬਹੁਤ ਪੁਰਾਣੀ ਆਦਤ ਸੀ ਬੜੇ ਬਜ਼ੁਰਗ ਸਾਡੇ ਘਰੇ ਡਾਇਰੀ ਲਿਖਣ ਦੀ। ਹਾਂਜੀ ਬਿਲਕੁਲ। ਘੱਟੋ ਘੱਟ ਆਪਣੇ ਆਪ ਨੂੰ ਤੁਸੀਂ ਦੂਜੇ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ ਤੇ ਡਾਇਰੀ ਤਾਂ ਲਿਖੋ ਜੀ। ਆਪਣੀ ਸਟ੍ਰੈਸ ਨੂੰ ਦਿਮਾਗ ਚੋਂ ਤਾਂ ਕੱਢੋ ਜੀ। ਉਹ ਡਾਇਰੀ ਦੇ ਵਿੱਚ ਜੋ ਤੁਸੀਂ ਆਪਣੇ ਫੀਲਿੰਗਸ ਹੈ ਉਹਨੂੰ ਛੁਪਾ ਕੇ ਰੱਖਣੀ ਹੈ, ਕਿਸੇ ਨੇ ਕਿ ਉਹਨੂੰ ਲਿਖ ਦਿਓਗੇ। ਇੱਕ ਵਾਰ ਜੋ ਤੁਹਾਡੇ ਦਿਮਾਗ ਚੋਂ ਨਿਕਲ ਗਿਆ, ਸਮਝੋ ਉੱਥੋਂ ਤੁਸੀਂ ਰਿਲੈਕਸ ਹੋ ਗਏ ਜੀ। ਤੇ ਹੁਣ ਆਪਾਂ ਕਨਕਲੂਜਨ ਤੇ ਆਉਨੇ ਆ ਕਿ ਵੇਖੋ ਕਾਰਨ ਤੇ ਬੜੇ ਸਾਰੇ ਨੇ। ਪਹਿਲਾਂ ਆਪਾਂ ਕਾਰਨ ਪਛਾਣੀਏ ਤੇ ਫਿਰ ਆਪਾਂ ਇਹ ਮੰਨ ਕੇ ਚੱਲੀਏ ਕਿ ਕਾਰਨਾਂ ਤੋਂ ਜ਼ਿਆਦਾ ਹੈਗੇ ਨੇ ਸਾਡੇ ਕੋਲ ਸੋਲੂਸ਼ਨ। ਮੈਂਟਲ ਤੋਂ ਲੈ ਕੇ ਸਲੀਪ ਤੋਂ ਲੈ ਕੇ ਆਪਾਂ ਕਿੰਨਾ ਕੁਝ ਡਿਸਕਸ਼ਨ ਕੀਤਾ। ਕੰਟੀਨਿਊ ਪ੍ਰੋਫੈਸ਼ਨਲ ਡਿਵੈਲਪਮੈਂਟ, ਮੈਂ ਵੇਖਿਆ ਕਿ ਜਿਹੜਾ ਟੀਚਰ CPD ਚ ਲੱਗਾ ਹੋਏਗਾ ਉਹਦੇ ਕੋਲ ਦੂਸਰੇ ਕੋਲ ਲੜਨ ਦਾ ਟਾਈਮ ਹੀ ਨਹੀਂ ਹੋਏਗਾ, ਉਹਦੇ ਕੋਲ ਸਟ੍ਰੈਸ ਹੋਣ ਦਾ ਟਾਈਮ ਨਹੀਂ ਹੋਏਗਾ ਜੀ। ਬਿਲਕੁਲ ਬਿਲਕੁਲ ਠੀਕ ਹੈ। ਦੇਖੋ ਮੈਡੀਕਲ ਲਾਈਨ ਦੇ ਵਿੱਚ ਪ੍ਰੋਫੈਸ਼ਨ ਦੀ ਗੱਲ ਕਹਿੰਦੇ, ਸਭ ਤੋਂ ਪਹਿਲੇ ਡਿਜ਼ੀਜ਼ ਨੂੰ ਡਾਇਗਨੋਜ਼ ਕਰਨਾ ਜੀ। ਇੱਕ ਵਾਰ ਤੁਹਾਨੂੰ ਪ੍ਰੋਬਲਮ ਪਤਾ ਲੱਗ ਗਈ ਕਿ ਪ੍ਰੋਬਲਮ ਹੈ ਕਿੱਥੇ ਜਾਂ ਕਿਸ ਚੀਜ਼ ਦੀ ਪ੍ਰੋਬਲਮ ਹੈ, ਫਿਰ ਉਹਦਾ ਸੋਲੂਸ਼ਨ ਲੱਭ ਸਕਦੇ। ਤੁਹਾਨੂੰ ਸਟ੍ਰੈਸ ਕਿਹੜੀ ਚੀਜ਼ ਦੇ ਰਹੀ ਹੈ ਜੀ। ਕਿਤੇ ਇਹ ਤਾਂ ਨਹੀਂ ਕਿ ਤੁਸੀਂ ਸ਼ੂਜ਼ ਵੀ ਬੜੇ ਟਾਈਟ ਪਾਏ ਹੋਏ ਆ। ਮੈਂ ਛੋਟੀ ਜਿਹੀ ਐਗਜ਼ਾਮਪਲ ਲੈ ਰਿਹਾ, ਸ਼ੂਜ਼ ਬੜੇ ਟਾਈਟ ਹੈ, ਤੁਸੀਂ ਛੱਡਣਾ ਵੀ ਨਹੀਂ ਚਾਹੁੰਦੇ, ਬਦਲਣਾ ਵੀ ਨਹੀਂ ਚਾਹੁੰਦੇ, ਤੇ ਚੰਗੇ ਵੀ ਬੜੇ ਲੱਗਦੇ ਆ, ਲੇਕਿਨ ਕਿਤੇ ਨਾ ਕਿਤੇ ਮੈਂਟਲੀ ਸਟ੍ਰੈਸ ਦਾ ਕਾਰਨ ਉਹ ਸ਼ੂਜ਼ ਹੀ ਨੇ, ਕਿਉਂਕਿ ਉਹ ਇੰਨੀ ਜ਼ਿਆਦਾ ਟਾਈਟ ਕਰ ਰਹੇ ਨੇ ਕਿ ਤੁਹਾਡਾ ਧਿਆਨ ਹੋਰ ਕਿਸੇ ਪਾਸੇ ਸਹੀ ਤਰੀਕੇ ਲੱਗ ਹੀ ਨਹੀਂ ਰਿਹਾ। ਠੀਕ ਹੈ। ਉਹ ਸਟ੍ਰੈਸ ਦੇ ਜਿਹੜੇ ਤੁਹਾਨੂੰ ਦੇ ਰਿਹਾ, ਉਹਦੀ ਪ੍ਰੋਬਲਮ ਨੂੰ ਦਾ ਕਾਰਨ ਜਿਹੜਾ ਉਹਨੂੰ ਲੱਭੋ। ਉਹ ਸੋਲੂਸ਼ਨ ਅਸੀਂ ਤੁਹਾਨੂੰ ਇਸ ਸਾਈਟ ਤੇ ਬਹੁਤ ਸਾਰੇ ਦਿੱਤੇ ਨੇ, ਇਹਨਾਂ ਨੂੰ ਤੁਸੀਂ ਦੇਖੋ, ਇਹਨਾਂ ਨੂੰ ਆਪਣੇ ਉੱਤੇ ਅਜਮਾਓ। ਜੇ ਤੁਸੀਂ ਸਮਝਦੇ ਹੋ ਤੇ ਕਾਉਂਸਲਿੰਗ ਦੀ, ਤੇ ਸਾਡੇ ਕੋਲ ਆ ਕੇ ਕਾਉਂਸਲਿੰਗ ਵੀ ਕਰ ਸਕਦੇ ਹੋ, ਅਸੀਂ ਆਪਸ ਚ ਬਹਿ ਕੇ ਡਿਸਕਸ ਕਰ ਸਕਦੇ ਹਾਂ। ਡਿਸਕਸ਼ਨ ਨਾਲ ਬਹੁਤ ਕੁਝ ਹੱਲ ਨਿਕਲਦੇ ਜੀ। ਬਹੁਤ ਧੰਨਵਾਦ ਰਾਜਿੰਦਰ ਜੀ, ਤੁਸੀਂ ਸਾਡੇ ਕੋਲ ਆਏ। ਇਹ ਬਹੁਤ ਮਹੱਤਵਪੂਰਨ ਟੌਪਿਕ ਹੈਗਾ। ਅਸੀਂ ਬੱਚਿਆਂ ਲਈ ਤਾਂ ਅਸੀਂ ਬਹੁਤ ਸਾਰੇ ਵੀਡੀਓ ਬਣਾਉਂਦੇ ਰਹਿੰਦੇ ਹੈਗੇ ਆ, ਮਗਰ ਸਾਡੀ ਡਿਮਾਂਡ ਰਹਿੰਦੀ ਹੈਗੀ ਆ ਕਿ ਕਿਤੇ ਨਾ ਕਿਤੇ ਆਪਾਂ ਇਹ ਡਿਸਕਸ਼ਨ ਵੀ ਛੇੜੀਏ, ਜਿਹੜੀਆਂ ਟੀਚਰਸ ਦੀਆਂ ਪ੍ਰੋਬਲਮਸ ਹੈਗੀਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਟੱਚ ਕਰੀਏ। ਤੇ ਤੁਸੀਂ ਆਏ ਸਾਡੇ ਕੋਲ, ਇਹਨਾਂ ਉੱਤੇ ਬਹੁਤ ਡਿਟੇਲ ਵਿੱਚ ਆਪਾਂ ਅੱਜ ਵੇਖੋ ਡਿਸਕਸ਼ਨ ਚ ਕਾਮਯਾਬ ਹੋਏ। ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ। ਲੈਕਚਰ ਸਾਡਾ ਥੋੜਾ ਜਿਹਾ ਲੰਬਾ ਰਿਹਾ ਹੈ, ਲੇਕਿਨ ਥੋੜੀ ਆਦਤ ਪਾਈਏ ਲੰਬੇ ਲੈਕਚਰ। ਕੁਆਲਿਟੀ ਪ੍ਰੋਡਕਟ ਲੈਣ ਲਈ ਨਾ ਸਾਨੂੰ ਥੋੜਾ ਜਿਹਾ ਟਾਈਮ। ਮੈਂ ਥੋੜੀ ਦਿਨ ਰਵੀਸ਼ ਕੁਮਾਰ ਨੂੰ ਦੇਖ ਰਿਹਾ ਸੀਗਾ। ਰਵੀਸ਼ ਕੁਮਾਰ ਤੁਹਾਨੂੰ ਪਤਾ ਹੀ ਹੈ, NDTV ਤੋਂ ਛੱਡ ਕੇ ਉਹਨਾਂ ਨੇ ਆਪਣਾ ਚੈਨਲ ਸ਼ੁਰੂ ਕੀਤਾ ਹੈ, ਔਰ ਬਾਰ-ਬਾਰ ਕਹਿੰਦਾ मेरा वीडियो थोड़ा लंबा तो हो रहा है, लेकिन अब थोड़े लंबे वीडियो देखने की आदत भी डालिए, क्योंकि जो क्वालिटी लेनी है, कुछ सीखना है, कुछ प्राप्त करना है, तो थोड़ा देखना तो पएगा, समा तो देना पएगा। तो सानू मौका देंदे रहो, ਅਸੀਂ अच्छे वीडियो ਤੁਹਾਡੇ ਲਈ ਲੈ ਕੇ ਆਈਏ। ਸਾਡੇ ਚੈਨਲ ਨੂੰ ਲਾਈਕ ਕਰੋ। ਥੈਂਕ ਯੂ ਜੀ। ਥੈਂਕ ਯੂ। ਧੰਨਵਾਦ ਸਰ ਜੀ।